ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਪਿਆਰੀ, ਖਾਲਸਾ ਸਾਧ ਸੰਗਤ ਜੀਓ। ਅਸੀਂ ਜੀਵ ਬੜੇ ਹੀ ਵਡਭਾਗੇ ਹਾਂ ਜੋ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਉਸ ਸੱਚੀ ਸੰਗਤ ਦੇ ਵਿੱਚ ਬੈਠ ਕੇ ਆਪਣੇ ਆਪਣੇ ਮਨ ਦੀ ਕਹਾਣੀ ਨੂੰ ਜਾਣਨ ਦੇ ਲਈ ਇਕੱਠੇ ਹੋਏ ਹਾਂ। ਮਹਾਰਾਜ ਗੁਰਬਾਣੀ ਦੇ ਵਿੱਚ ਫਰਮਾਉਂਦੇ ਨੇ, ਮਿਲ ਸਤ ਸੰਗਤ ਖੋਜ ਦਿਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੋ ਸੰਗਤ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਵਾਸਾ ਹੁੰਦਾ ਹੈ, ਜਿੱਥੇ ਕੇਵਲ ਤੇ ਕੇਵਲ ਸੱਚ ਦੀ ਗੱਲ ਕੀਤੀ ਜਾ ਰਹੀ ਹੋਵੇ, ਸੱਚ ਦਾ ਸਿਮਰਨ ਕੀਤਾ ਜਾ ਰਿਹਾ ਹੋਵੇ, ਸੱਚ ਨੂੰ ਆਧਾਰ ਬਣਾ ਕੇ ਮਾਲਕ ਦੀ ਸਿਫਤ ਸਲਾਹ ਹੋ ਰਹੀ ਹੋਵੇ। ਐਸੀ ਸੰਗਤ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਆਪ ਵਿਰਾਜਮਾਨ ਹੁੰਦੇ ਨੇ, ਆਪ ਹੀ ਸਾਨੂੰ ਸਿਮਰਨ ਕਰਵਾਉਂਦੇ ਨੇ, ਆਪ ਹੀ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਸੰਗਤ ਦੇ ਵਿੱਚ ਲਿਆਉਂਦੇ ਨੇ, ਆਪ ਹੀ ਸਾਨੂੰ ਸੰਗਤ ਚੋਂ ਵਿਦਾ ਕਰਾਉਂਦੇ ਨੇ। ਸੋ ਐਸੀ ਸੰਗਤ ਬਾਰੇ ਮਹਾਰਾਜ ਗੁਰਬਾਣੀ ਗੁਰੂ ਚ ਫਰਮਾਉਂਦੇ ਨੇ, ਸਤ ਸੰਗਤ ਕੈਸੀ ਜਾਣੀਐ, ਜਿੱਥੈ ਏਕੋ ਨਾਮ ਬਖਾਣੀਐ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਸੋ ਸਤ ਸੰਗਤ, ਸਤ ਭਾਵ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੱਚ ਕਿਹਾ ਗਿਆ ਹੈ। ਜਿੱਥੇ ਸੱਚ ਦੇ ਗੁਣਾਂ ਦੀ ਵਿਆਖਿਆ ਹੋ ਰਹੀ ਹੋਵੇ, ਜਿੱਥੇ ਸੱਚ ਦੇ ਗੁਣਾਂ ਦੀ ਵਿਚਾਰ ਹੋ ਰਹੀ ਹੋਵੇ, ਐਸੀ ਸੰਗਤ ਨੂੰ ਮਹਾਰਾਜ ਸਤ ਸੰਗਤ ਕਹਿੰਦੇ ਨੇ। ਉਸ ਸੰਗਤ ਦੇ ਵਿੱਚ ਕੇਵਲ ਤੇ ਕੇਵਲ ਸੱਚੇ ਨਾਮ ਦਾ ਭੇਦ ਦਿੱਤਾ ਗਿਆ ਹੋਵੇ, ਸੱਚੇ ਨਾਮ ਦੀ ਸਿਫਤ ਸਲਾਹ ਹੋ ਰਹੀ ਹੋਵੇ, ਐਸੀ ਸੰਗਤ ਨੂੰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ, ਨਾਮ ਦੀ ਮਹਿਮਾ ਹੋ ਰਹੀ ਹੋਵੇ, ਉਸ ਸੰਗਤ ਦੇ ਵਿੱਚ ਮਾਲਕ ਦੀ ਕਿਰਪਾ ਦੇ ਨਾਲ ਬੜੇ ਹੀ ਵੱਡੇ ਭਾਗ ਹੋਣ, ਐਸੀ ਸੰਗਤ ਦੇ ਵਿੱਚ ਜੁੜਿਆ ਜਾਂਦਾ ਹੈ। ਸੋ ਮਾਲਕ ਨੇ ਤਰਸ ਕੀਤਾ ਹੈ ਸਾਡੇ ਤੇ, ਸਾਨੂੰ ਸਭ ਤੋਂ ਪਹਿਲਾਂ ਮਨੁੱਖਾ ਜਨਮ ਬਖਸ਼ਿਆ ਹੈ। ਅਸੀਂ ਪਹਿਲਾਂ ਵੀ ਬਹੁਤ ਵਾਰ ਮਨੁੱਖ ਬਣ ਚੁੱਕੇ ਹਾਂ। ਗੁਰਮੁਖ ਪਿਆਰਿਓ, ਅੱਗੇ ਵਧਣ ਤੋਂ ਪਹਿਲਾਂ ਅਸੀਂ ਇਹ ਕਨਫਰਮ ਕਰਨਾ ਚਾਹੁੰਦੇ ਹਾਂ ਕਿ ਸਾਡੀ ਆਵਾਜ਼ ਆ ਰਹੀ ਹੈ ਸਾਰਿਆਂ ਨੂੰ? ਹਾਂਜੀ, ਸਤਿਵਚਨ ਜੀ। ਹਾਂਜੀ ਵਾਹਿਗੁਰੂ ਜੀ, ਅਸੀਂ ਪਹਿਲਾਂ ਵੀ ਬਹੁਤ ਵਾਰ ਮਨੁੱਖ ਬਣ ਚੁੱਕੇ ਹਾਂ। ਅਸੀਂ ਬਹੁਤ ਜ਼ਿਆਦਾ ਜੂਨਾਂ ਹੰਢਾ ਚੁੱਕੇ ਹਾਂ। ਸਤਿਯੁਗ ਤੋਂ ਸਾਡਾ ਜੋ ਮਨ ਹੈ ਉਹ ਮਾਲਕ ਦੇ ਨਾਲ ਵਿਛੜਿਆ ਹੋਇਆ ਹੈ, ਆਪ ਦੇ ਘਰੋਂ ਸਫ਼ਰ ਤੇ ਤੁਰਿਆ ਹੋਇਆ ਹੈ। ਸੱਚੇ ਨਾਮ ਦੇ ਨਾਲੋਂ ਲਿਵ ਟੁੱਟਣ ਕਰਕੇ ਅਸੀਂ ਵਾਪਸ ਆਪ ਦੇ ਘਰੇ ਨਹੀਂ ਜਾ ਪਾਏ। ਅਸੀਂ ਨਾਮ ਦਾ ਭੇਦ ਭੁੱਲ ਗਏ, ਅਸੀਂ ਆਪ ਦੇ ਮਨ ਦੇ ਸਰੂਪ ਦਾ ਭੇਦ ਭੁੱਲ ਗਏ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਜੋ ਸਾਡੇ ਮਨ ਦੇ ਮਾਤਾ ਪਿਤਾ ਨੇ, ਅਸੀਂ ਉਸ ਮਾਲਕ ਦੇ ਬਾਰੇ ਵਿੱਚ ਭੁੱਲ ਗਏ। ਸੋ ਭੁੱਲਣ ਕਰਕੇ ਅਸੀਂ ਜੀਵ ਤ੍ਰੈ ਗੁਣਾਂ ਦੇ ਵਿੱਚ, ਜੋ ਮਾਲਕ ਦੇ ਵੱਲੋਂ ਆਪਣੇ ਆਪ ਤੋਂ ਹੀ ਮਾਲਕ ਨੇ ਮਾਇਆ ਪੈਦਾ ਕੀਤੀ ਸੀ, ਜਿਸ ਨੂੰ ਤਿੰਨ ਹੱਟੀਆਂ ਦੇ ਵਿੱਚ ਮਾਲਕ ਨੇ ਸਾਡੇ ਮਨ ਨੂੰ ਖੇਡ ਖੇਡਣ ਦੇ ਲਈ ਇੱਕ ਖੇਡ ਬਣਾਇਆ ਸੀ, ਜਿਸ ਨੂੰ ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ ਕਿਹਾ ਗਿਆ ਹੈ, ਜੋ ਕਾਲ ਦੇ ਅੰਡਰ ਹੈ। ਕਾਲ ਇਹਨਾਂ ਦਾ ਸਰਦਾਰ ਹੈ। ਸੋ ਇਸ ਮਾਇਆ ਦੇ ਵਿੱਚ ਜਦੋਂ ਮਾਲਕ ਨੇ ਸਤਯੁਗ ਤੋਂ ਸਾਡੇ ਮਨ ਨੂੰ ਖੇਡ ਖੇਡਣ ਦੇ ਲਈ ਭੇਜਿਆ ਸੀ, ਸਾਡਾ ਮਨ ਵਾਪਸ ਘਰੇ ਨਹੀਂ ਗਿਆ। ਉਹ ਇਸ ਮਾਇਆ ਨੂੰ, ਇਸ ਭਰਮ ਨੂੰ ਹੀ ਸੱਚ ਮੰਨ ਕੇ, ਦ੍ਰਿਸ਼ਮਾਨ ਨੂੰ ਸੱਚ ਮੰਨ ਕੇ ਇਸ ਮਾਇਆ ਦੇ ਵਿੱਚ ਇਸ ਕਦਰ ਉਲਝ ਕੇ ਰਹਿ ਗਿਆ ਕਿ ਗੁਰਮੁਖ ਪਿਆਰਿਓ, ਹੁਣ ਚੌਥਾ ਯੁੱਗ ਜੋ ਹੈ ਉਹ ਆ ਗਿਆ ਹੈ। ਅਸੀਂ ਚੌਥੇ ਯੁੱਗ ਦੇ ਵਿੱਚ, ਕਲਯੁੱਗ ਦੇ ਵਿੱਚ ਆ ਗਏ ਹਾਂ ਤੇ ਅਸੀਂ ਆਪਣੇ ਘਰੇ ਵਾਪਸ ਨਹੀਂ ਜਾ ਪਾਏ।
ਸਾਨੂੰ ਆਪ ਦੇ ਘਰ ਦੇ ਬਾਰੇ ਵਿੱਚ ਬਿਲਕੁਲ ਹੀ ਯਾਦ ਭੁੱਲ ਗਿਆ। ਸੋ ਇਸ ਕਰਕੇ ਅਸੀਂ ਜੂਨਾਂ ਦੇ ਵਿੱਚ ਵਾਰ-ਵਾਰ ਆਈ ਜਾ ਰਹੇ ਹਾਂ, ਵਾਰ-ਵਾਰ ਜਾਈ ਜਾ ਰਹੇ ਹਾਂ। ਸੋ ਇਸ ਵਾਰ ਮਾਲਕ ਨੇ ਕਿਰਪਾ ਕਰਕੇ ਸਾਨੂੰ ਸਭ ਤੋਂ ਵੱਡੀ ਕਿਰਪਾ ਸਾਡੇ ਤੇ ਇਹ ਹੈ ਕਿ ਸਾਨੂੰ ਮਨੁੱਖਾ ਜਨਮ ਦਿੱਤਾ, ਕਿਉਂਕਿ ਮਨੁੱਖ ਜਨਮ ਦੇ ਵਿੱਚ ਹੀ ਮਾਲਕ ਦੇ ਨਾਲ ਮਿਲਾਪ ਕਰਨ ਦੀ ਵਾਰੀ ਹੈ, ਜਿਸ ਦੇ ਬਾਰੇ 'ਚ ਮਹਾਰਾਜ ਗੁਰਬਾਣੀ 'ਚ ਸਾਨੂੰ ਫਰਮਾਉਂਦੇ ਨੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਸੋ ਸਾਡੀ ਵਾਰੀ ਹੈ ਗੋਬਿੰਦ ਨੂੰ ਮਿਲਣ ਦੀ, ਉਸ ਮਾਲਕ ਨੂੰ ਮਿਲਣ ਦੀ। ਸੋ ਇਸ ਕਰਕੇ ਮਾਲਕ ਨੇ ਕਿਰਪਾ ਕੀਤੀ ਹੈ ਸਾਨੂੰ ਸਾਰਿਆਂ ਨੂੰ ਹੀ 84 ਲੱਖ ਜੂਨ ਦੇ ਵਿੱਚੋਂ ਸਭ ਤੋਂ ਉੱਤਮ ਜੋ ਜਾਮਾ ਹੈ ਉਹ ਪ੍ਰਦਾਨ ਕੀਤਾ ਹੈ। ਇਸ ਜਾਮੇ ਦੇ ਵਿੱਚ ਮਨੁੱਖ ਨੂੰ ਸਭ ਤੋਂ ਵੱਧ ਸੋਝੀ ਦਿੱਤੀ ਹੈ। ਨਾਮ ਹਰ ਇੱਕ ਦੇ ਅੰਦਰ ਮਾਲਕ ਦੇ ਮੁਖ ਦੀ ਆਵਾਜ਼ ਨੂੰ ਨਾਮ ਕਿਹਾ ਗਿਆ ਹੈ, ਜਿਸ ਨੂੰ ਘਨੇਰੇ ਸ਼ਬਦ, ਅਨਹਦ ਬਾਣੀ, ਨਾਦ, ਤੂਰ, ਤਾਰ, ਘੋਰ, ਵਜੰਤਰ ਅਲੱਗ-ਅਲੱਗ ਨਾਵਾਂ ਦੇ ਨਾਲ, ਅਲੱਗ-ਅਲੱਗ ਅਵਸਥਾਵਾਂ ਦੇ ਹਿਸਾਬ ਦੇ ਨਾਲ, ਅਲੱਗ-ਅਲੱਗ ਪੁਆਇੰਟਾਂ ਤੇ ਮਹਾਰਾਜ ਨੇ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਨਾਮ ਦਾ ਭੇਦ ਦਿੱਤਾ ਹੈ। ਨਾਮ ਦੇ ਬਾਰੇ ਖੁੱਲ੍ਹ ਕੇ ਨਾਮ ਦੀ ਸਾਨੂੰ ਮਹਿਮਾ ਕੀਤੀ ਗਈ ਹੈ, ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਨਾਮ ਦੇ ਬਾਰੇ ਵਿੱਚ ਬਹੁਤ ਹੀ ਪੈਰ ਪੈਰ ਤੇ ਵਡਿਆਈ ਦਿੱਤੀ ਗਈ ਹੈ ਨਾਮ ਨੂੰ। ਸੋ ਉਸ ਨਾਮ ਦਾ ਜੋ ਭੇਦ ਹੈ ਉਹਦੇ ਬਾਰੇ ਚ ਮਹਾਰਾਜ ਸਾਨੂੰ ਫਰਮਾਉਂਦੇ ਆ ਕਿ ਜਿਹੜਾ ਨਾਮ ਹੈ ਉਹ ਸਾਡੇ ਸਾਰਿਆਂ ਦੇ ਹੀ ਅੰਦਰ ਵੀ ਹੈ ਤੇ ਬਾਹਰ ਵੀ ਹੈ। ਸੋ ਸਾਡਾ ਜੋ ਸਰੀਰ ਹੈ ਉਹ ਬ੍ਰਹਿਮੰਡ ਦਾ ਇੱਕ ਨਕਸ਼ਾ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ। ਸੋ ਮਹਾਰਾਜ ਨੇ ਅੱਗੇ ਸ਼ਰਤ ਰੱਖ ਦਿੱਤੀ, ਜੋ ਖੋਜੈ ਸੋ ਪਾਵੈ। ਸੋ ਸਾਡੇ ਅੰਦਰ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਸੋ ਗੁਰਮੁਖ ਪਿਆਰਿਓ, ਸਾਡੇ ਵਾਸਤੇ ਛੋਟੀਆਂ ਛੋਟੀਆਂ ਇਹ ਗੱਲਾਂ, ਛੋਟੇ ਛੋਟੇ ਇਹ ਤੱਤ ਸਮਝਣੇ ਬਹੁਤ ਹੀ ਜ਼ਰੂਰੀ ਨੇ, ਤਾਂ ਜੋ ਅਸੀਂ ਆਪਣੇ ਆਪ ਦੀ ਸਭ ਤੋਂ ਪਹਿਲਾਂ ਖੋਜ ਕਰ ਪਾਈਏ। ਕਿਉਂਕਿ ਗੁਰਮੁਖ ਪਿਆਰਿਓ, ਮਾਲਕ ਵੀ ਸੂਖਮ ਨੇ। ਜੋ ਮਨ ਬੱਚਾ ਮਾਲਕ ਨੇ ਆਪਣੇ ਆਪ ਤੋਂ ਪ੍ਰਕਾਸ਼ ਤੋਂ ਪੈਦਾ ਕੀਤਾ ਹੈ, ਜਿਸ ਨੂੰ ਜੋਤ ਕਿਹਾ ਗਿਆ ਹੈ, ਜਿਸ ਨੂੰ ਗੁਰਬਾਣੀ ਦੇ ਵਿੱਚ ਫਰਮਾਉਂਦੇ ਨੇ ਮਹਾਰਾਜ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸੋ ਗੁਰਮੁਖ ਪਿਆਰਿਓ, ਇਹ ਜੋ ਸਾਡਾ ਮਨ ਹੈ ਇਹ ਜੋਤ ਰੂਪ ਹੈ, ਜੋ ਪ੍ਰਕਾਸ਼ ਰੂਪ ਅਕਾਲ ਪੁਰਖ ਵਾਹਿਗੁਰੂ ਜੀ ਦਾ ਬੱਚਾ ਹੈ, ਕਿਉਂਕਿ ਏਕ ਪਿਤਾ ਏਕ ਸਕੇ ਮੁਬਾਰਕ। ਸੋ ਇੱਕ ਹੀ ਸਾਡਾ ਪਿਤਾ ਹੈ ਅਕਾਲ ਪੁਰਖ ਵਾਹਿਗੁਰੂ। ਸਾਰੇ ਹੀ ਮਨ ਬੱਚਿਆਂ ਦਾ ਸਰੀਰਕ ਰੂਪ ਦੇ ਵਿੱਚ ਬੇਸ਼ੱਕ ਅਸੀਂ ਖੇਡ ਖੇਡਣ ਦੇ ਲਈ ਆਏ ਹਾਂ ਮਨ, ਤੇ ਉਹਨਾਂ ਨੂੰ ਇੱਕ ਇਹ ਕਾਇਆ ਦਾ ਜੋ ਕੱਪੜਾ ਹੈ, ਜੋ ਆਕਾਰ ਹੈ ਉਹ ਮਿਲਿਆ ਹੈ। ਇਸ ਦੇ ਨਾਲ ਸਾਡੇ ਪੂਰਬਲੇ ਕਰਮਾਂ ਦੇ ਜੋ ਸੰਜੋਗੀ ਨੇ ਉਹ ਸਾਡੇ ਜੋ ਰੋਲ ਅਦਾ ਕਰਨ ਵਾਸਤੇ ਸਾਡੇ ਸੰਜੋਗੀ ਬਣ ਕੇ ਆਏ ਨੇ। ਹੁਣ ਸਾਨੂੰ ਕਿਸੇ ਨੂੰ ਪਿਓ ਦਾ ਰੋਲ ਮਿਲਿਆ, ਕਿਸੇ ਨੂੰ ਮਾਤਾ ਦਾ ਰੋਲ ਮਿਲਿਆ, ਕਿਸੇ ਨੂੰ ਭੈਣ ਦਾ, ਕਿਸੇ ਨੂੰ ਭਰਾ ਦਾ, ਕਿਸੇ ਨੂੰ ਬੱਚਿਆਂ ਦਾ, ਪਤੀ ਦਾ। ਇਹ ਅਲੱਗ-ਅਲੱਗ ਜੋ ਰੋਲ ਅਦਾ ਕਰਨ ਦੇ ਲਈ ਇਸ ਗਰਾਊਂਡ ਦੇ ਵਿੱਚ ਸਾਡੇ ਸਹਿਯੋਗੀ ਜੋ ਆਏ ਨੇ, ਉਹ ਅਲੱਗ-ਅਲੱਗ ਸਾਰਿਆਂ ਦੇ ਸਰੀਰਕ ਰੂਪ ਵਿੱਚ ਰਿਸ਼ਤੇ ਨੇ, ਸੰਜੋਗੀ ਨੇ। ਸਾਡਾ ਸਰੀਰਕ ਰੂਪ ਵਿੱਚ ਸਾਰਿਆਂ ਦੇ ਹੀ ਅਲੱਗ-ਅਲੱਗ ਮਾਤਾ ਪਿਤਾ ਨੇ, ਭੈਣ ਭਰਾ ਨੇ, ਪਰ ਮਨ ਜੋ ਹੈ ਉਹ ਜੋਤ ਰੂਪ ਹੈ, ਉਹ ਇੱਕ ਦੀ ਜੋਤ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਕਾਸ਼ ਰੂਪ ਨੇ। ਸੋ ਉਹਨਾਂ ਦੇ ਵਿੱਚੋਂ ਜੋ ਜੋਤ ਨਿਕਲੀ ਹੈ ਉਸਨੂੰ ਮਨ ਕਿਹਾ ਗਿਆ ਹੈ, ਤੇ ਉਹ ਸਾਰਿਆਂ ਦੇ ਵਿੱਚ ਇੱਕ ਹੀ ਜੋਤ ਹੈ ਜਿਸ ਨੂੰ ਮਨ। ਸੋ ਸਾਰੇ ਹੀ ਮਨਾਂ ਦਾ ਇੱਕ ਹੀ ਮਾਤਾ ਪਿਤਾ ਹੈ। ਸੋ ਗੁਰਮੁਖ ਪਿਆਰਿਓ, ਅਸੀਂ ਕਿੱਥੇ ਭਰਮ ਦੇ ਵਿੱਚ ਪੈ ਜਾਂਦੇ ਹਾਂ, ਜਦੋਂ ਅਸੀਂ ਆਪਣੇ ਆਪ ਨੂੰ ਦ੍ਰਿਸ਼ਮਾਨ ਇਹ ਬੋਡੀ ਸਮਝ ਲੈਂਦੇ ਹਾਂ। ਜਦੋਂ ਅਸੀਂ ਆਪ ਦੀ ਜੋਤ ਨੂੰ ਨਹੀਂ ਪਛਾਣ ਪਾਉਂਦੇ, ਅਸੀਂ ਆਪਣੇ ਆਪ ਨੂੰ ਕੀ ਸਮਝ ਲਿਆ ਕਿ ਇੱਕ ਅਸੀਂ ਬੋਡੀ ਹਾਂ। ਸੋ ਬੋਡੀ ਦੇ ਵਿੱਚ ਅਸੀਂ ਦੂਸਰੇ ਨੂੰ ਵੀ ਬੋਡੀ ਸਮਝ ਲਿਆ। ਜੋ ਬੋਡੀ ਹੈ ਉਹ ਦੂਸਰੇ ਦੀ ਬੋਡੀ ਨੂੰ ਦੇਖ ਕੇ ਹੀ ਮੋਹ ਕਰੀ ਜਾ ਰਹੀ ਹੈ, ਉਹ ਦੂਸਰੇ ਦੀ ਬੋਡੀ ਨੂੰ ਦੇਖ ਕੇ ਹੀ ਈਰਖਾ ਕਰੀ ਜਾ ਰਹੀ ਹੈ, ਨਫ਼ਰਤ ਕਰੀ ਜਾ ਰਹੀ ਹੈ, ਨਿੰਦਿਆ ਕਰੀ ਜਾ ਰਹੀ ਆ, ਚੁਗਲੀਆਂ ਕਰੀ ਜਾ ਰਹੀ ਆ, ਲੋਭ ਕਰੀ ਜਾ ਰਹੀ, ਹੰਕਾਰ ਕਰੀ ਜਾ ਰਹੀ। ਸੋ ਗੁਰਮੁਖ ਪਿਆਰਿਓ, ਇਹ ਜੋ ਸਾਡੇ ਮਨ ਦੇ ਵਿਚਾਰ ਨੇ, ਸਾਡੇ ਮਨ ਦੇ ਫੁਰਨੇ ਨੇ, ਜਿਨ੍ਹਾਂ ਦੇ ਰਾਹੀਂ ਅਸੀਂ ਦ੍ਰਿਸ਼ਮਾਨ ਦੇ ਵਿੱਚ
ਭਰਮ ਦੇ ਵਿੱਚ ਪੈ ਕੇ ਦ੍ਰਿਸ਼ਮਾਨ ਨੂੰ ਦ੍ਰਿੜ ਕਰ ਲਿਆ, ਸੱਚ ਮੰਨ ਲਿਆ। ਕਿਉਂਕਿ ਗੁਰਮੁਖ ਪਿਆਰਿਓ, ਅਸੀਂ ਜੋ ਦੇਖਦੇ ਹਾਂ ਉਹ ਇੱਕ ਚਿੱਤਰ ਬਣਾ ਲੈਂਦੇ ਹਾਂ ਆਪਣੇ ਦਿਮਾਗ 'ਚ ਵਿਚਾਰਾਂ ਤੇ ਫੁਰਨਿਆਂ ਦੇ ਰੂਪ ਵਿੱਚ। ਸੋ ਜਦੋਂ ਅਸੀਂ ਦੇਖਿਆ ਕਿ ਸਾਡੇ ਕੋਲ ਘਰ-ਬਾਰ ਨੇ, ਇਹ ਜੋ ਅਸੀਂ ਹਉਮੈ ਕਰਨੀ ਸ਼ੁਰੂ ਕਰ ਦਿੱਤੀ। ਦੂਸਰਾ ਸਾਨੂੰ ਦੇਖਣ ਦੇ ਵਿੱਚ ਲੱਗਾ ਕਿ ਇਹ ਨੀਵਾਂ ਆ, ਇਹਦਾ ਸਟੇਟਸ ਜੋ ਹੈ ਉਹ ਸਾਡੇ ਬਰਾਬਰ ਨਹੀਂ, ਉਹਦੇ ਨਾਲ ਅਸੀਂ ਈਰਖਾ ਕਰਦੇ ਹਾਂ, ਦੁਵਿਧਾ ਕਰਦੇ ਹਾਂ। ਸੋ ਅਸੀਂ ਦ੍ਰਿਸ਼ਮਾਨ ਨੂੰ ਇੰਨਾ ਕੁ ਜ਼ਿਆਦਾ ਦ੍ਰਿੜ ਕਰ ਲਿਆ ਕਿ 24 ਘੰਟੇ ਦਿਨ ਵੇਲੇ ਜਦੋਂ ਅਸੀਂ ਇਸ ਪਰਾਏ ਮੁਲਕ ਦੇ ਵਿੱਚ ਆਉਂਦੇ ਹਾਂ, ਅਸੀਂ ਵਿਚਾਰ ਤੇ ਫੁਰਨੇ ਲੈਣੇ ਸ਼ੁਰੂ ਕਰ ਦਿੰਦੇ ਹਾਂ। ਗੁਰਮੁਖ ਪਿਆਰਿਓ, ਜਦੋਂ ਅਸੀਂ ਆਪ ਦੇ ਘਰੇ ਵਾਪਸ ਵੀ ਜਾਣਾ ਹੁੰਦਾ ਹੈ ਤਾਂ ਵੀ ਅਸੀਂ ਫੁਰਨਿਆਂ ਅਤੇ ਵਿਚਾਰਾਂ ਦੇ ਵਿੱਚ ਹੀ ਸੌਂਦੇ ਹਾਂ। ਹਰ ਰੋਜ਼ ਮਾਲਕ ਦੇ ਵੱਲੋਂ ਸਾਨੂੰ ਸਾਰਿਆਂ ਨੂੰ ਹੀ ਬਰਾਬਰ ਮੌਕਾ ਦਿੱਤਾ ਜਾਂਦਾ ਹੈ ਕਿ ਘਰੇ ਆ ਜਾਓ, ਮਨ ਪਰਦੇਸੀ ਆਓ ਘਰੇ। ਸੋ ਮਨ ਨੂੰ ਕੀ ਕਿਹਾ ਗਿਆ ਹੈ ਕਿ ਪਿਆਰੇ ਤੂੰ ਘਰੇ ਆ, ਵਾਪਸ ਆਪਦੇ ਘਰ ਨੂੰ ਆ। ਸੋ ਮਾਲਕ ਦੇ ਵੱਲੋਂ ਹਰ ਰੋਜ਼ ਰਾਤ ਨੂੰ ਸੌਣ ਵੇਲੇ ਸਾਨੂੰ ਇਹ ਮੌਕਾ ਦਿੱਤਾ ਜਾਂਦਾ ਹੈ ਕਿ ਅਸੀਂ ਵਾਪਸ ਆਪ ਦੇ ਘਰੇ ਜਾਈਏ। ਸੋ ਅਸੀਂ ਖੇਡ ਨੂੰ ਨਾ ਸਮਝਦਿਆਂ ਹੋਇਆਂ ਵਿਚਾਰਾਂ ਅਤੇ ਫੁਰਨਿਆਂ ਦੇ ਵਿੱਚ ਹੀ ਆਪਣੇ ਆਪ ਨੂੰ ਅਸੀਂ ਇੱਕ ਦ੍ਰਿਸ਼ਮਾਨ ਬੋਡੀ ਸਮਝ ਲਿਆ। ਇਸ ਚੀਜ਼ ਨੂੰ ਅਸੀਂ ਦ੍ਰਿੜ ਕਰ ਲਿਆ ਤੇ ਕੀ ਹੋਇਆ ਕਿ ਅਸੀਂ ਵਿਚਾਰ ਫੁਰਨਿਆਂ 'ਚ ਸੌਂ ਗਏ ਤੇ ਅੱਗੇ ਅਸੀਂ ਵਿਚਾਰਾਂ ਅਤੇ ਫੁਰਨਿਆਂ ਦੇ ਭਵ ਸਾਗਰ ਦੇ ਵਿੱਚ ਹੀ ਡਿੱਗ ਜਾਂਦੇ ਹਾਂ। ਅਸੀਂ ਆਪ ਦੇ ਘਰ ਤੱਕ ਨਹੀਂ ਜਾ ਪਾਉਂਦੇ। ਸੋ ਹੁਣ ਮਹਾਰਾਜ ਨੇ ਤਰਸ ਕਰਕੇ ਸਾਨੂੰ ਕਲਯੁਗ ਦੇ ਸਮੇਂ ਦੇ ਵਿੱਚ ਸੰਪੂਰਨ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਦੇ ਲੜ ਲਾਇਆ ਹੈ। ਗੁਰਮੁਖ ਪਿਆਰਿਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਸਾਡੇ ਸੰਪੂਰਨ ਗੁਰੂ ਨੇ। ਸੋ ਇਹਨਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਗੁਰੂ ਸੱਚ ਹੈ। ਗੁਰਮੁਖਾਂ ਦਾ, ਭਗਤ ਸਹਿਬਾਨਾਂ ਦਾ, ਗੁਰੂ ਸਹਿਬਾਨਾਂ ਦਾ, ਗੁਰਸਿੱਖਾਂ ਦਾ ਹੰਢਾਇਆ ਹੋਇਆ ਨਿੱਜੀ ਪ੍ਰੈਕਟੀਕਲ ਹੈ। ਗੁਰਮੁਖ ਪਿਆਰੇ, ਸੋ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਕਲਯੁਗ ਦੇ ਸਮੇਂ 'ਚ ਸਾਡਾ ਸਾਰਿਆਂ ਦਾ ਹੀ ਮਾਰਗਦਰਸ਼ਨ ਕਰਦੇ ਨੇ। ਸੋ ਮਾਰਗਦਰਸ਼ਨ ਕਰਦਿਆਂ ਹੋਇਆ ਸਾਨੂੰ ਸਾਡੇ ਮਨ ਦੇ ਨਿੱਜ ਸਰੂਪ ਦੇ ਬਾਰੇ 'ਚ ਭੇਦ ਦਿੰਦੇ ਨੇ। ਜਦੋਂ ਸਾਨੂੰ ਨਿੱਜ ਸਰੂਪ ਦੇ ਬਾਰੇ ਵਿੱਚ ਭੇਦ ਲੱਗਦਾ ਹੈ, ਸੋ ਗੁਰਮੁਖ ਪਿਆਰਿਓ, ਨਿੱਜ ਸਰੂਪ ਦੇ ਬਾਰੇ 'ਚ ਭੇਦ ਲੱਗਣ ਤੋਂ ਪਹਿਲਾਂ ਜਿਸ ਨੇ ਭੇਦ ਲੈਣਾ ਹੈ ਉਸ ਨੂੰ ਜਾਗਤ ਅਵਸਥਾ ਦੇ ਵਿੱਚ ਆਉਣਾ ਬਹੁਤ ਹੀ ਜ਼ਰੂਰੀ ਹੈ। ਸਾਡਾ ਮਨ ਤ੍ਰੈ ਗੁਣਾ 'ਚ ਆ ਕੇ ਸੌ ਗਿਆ ਜਦੋਂ ਸੱਚ ਦੇ ਨਾਲੋਂ ਵਿਛੜਿਆ, ਜਿਸ ਨੂੰ ਗੁਰਬਾਣੀ 'ਚ ਗੁਰੂ ਦੇ ਵਿੱਚ ਫਰਮਾਇਆ ਗਿਆ ਹੈ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ। ਸੋ ਜਦੋਂ ਇਹ ਸੌਂ ਗਿਆ ਤ੍ਰੈ ਗੁਣਾ ਦੇ ਵਿੱਚ ਆ ਕੇ, ਤੇ ਹੁਣ ਇਸ ਮਨ ਨੇ ਜਾਗਣਾ ਹੈ ਗੁਰਮੰਤਰ ਦੇ ਦੁਆਰਾ। ਜਦੋਂ ਅਸੀਂ ਗੁਰਮੰਤਰ ਦੇ ਦੁਆਰਾ ਆਪਣੇ ਮਨ ਨੂੰ ਜਗਾਉਂਦੇ ਹਾਂ, ਸਿਮਰ 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 ਪ੍ਰਭ ਆਪਣਾ ਸੋਇਆ ਮਨ ਜਗਾਏ। ਸੋ ਜਦੋਂ ਅਸੀਂ ਮਾਲਕ ਦਾ, ਪ੍ਰਭੂ ਦਾ ਸਿਮਰਨ ਕਰਦੇ ਹਾਂ, ਵਾਹਿਗੁਰੂ ਗੁਰਮੰਤਰ ਕਰਦੇ ਹਾਂ, ਸਾਸ ਗਰਾਸ, ਸੋ ਸਾਡਾ ਜੋ ਮਨ ਹੈ ਉਹ ਵਿਚਾਰਾਂ ਅਤੇ ਫੁਰਨਿਆਂ ਦੇ ਵਿੱਚ ਜਦੋਂ ਹੁੰਦਾ ਹੈ ਤੇ ਉਸ ਨੂੰ ਸੁੱਖ ਮਿਲਣਾ ਸ਼ੁਰੂ ਹੋ ਜਾਂਦਾ ਹੈ। ਜੋ ਪਹਿਲਾ ਪੁਆਇੰਟ ਹੈ, ਉਹਨੂੰ ਸੁੱਖ ਮਿਲਦਾ ਹੈ ਕਿਉਂਕਿ ਵਿਚਾਰ ਤੇ ਫੁਰਨੇ ਜੋ ਹੈ ਉਹ ਥੋੜੇ ਜਿਹੇ ਪਾਸੇ ਹੋ ਜਾਂਦੇ ਨੇ। ਕਿਉਂਕਿ ਗੁਰਮੁਖ ਪਿਆਰਿਓ, ਗੁਰਮੰਤਰ ਅਸੀਂ ਜਦੋਂ ਵਿਧੀ ਦੇ ਦੁਆਰਾ ਕਰਦੇ ਹਾਂ, ਸਾਸ ਗਰਾਸ, ਸਾਨੂੰ ਸਾਸ ਆ ਰਿਹਾ ਹੈ, ਸਵਾਸ ਦਿੱਤੇ ਜਾ ਰਹੇ ਨੇ ਮਾਲਕ ਦੇ ਵੱਲੋਂ, ਤੇ ਅਸੀਂ ਜਦੋਂ ਸਵਾਸਾਂ ਦਾ ਧਨ ਖਰਚ ਕਰਦੇ ਹਾਂ ਤੇ ਉਸਦੇ ਨਾਲ ਜਦੋਂ ਅਸੀਂ ਗੁਰਮੰਤਰ ਨੂੰ ਦ੍ਰਿੜ ਕਰਨਾ ਸ਼ੁਰੂ ਕਰ ਦਿੰਦੇ ਹਾਂ ਤੇ ਸਾਡਾ ਜੋ ਮਨ ਵਿਚਾਰਾਂ ਫੁਰਨਿਆਂ ਦਸਾਂ ਦਿਸ਼ਾਵਾਂ ਦੇ ਵਿੱਚ ਭਟਕਦਾ ਹੋਇਆ ਹੈ ਉਹ ਥਾਂ ਤੇ ਟਿਕਾਣੇ ਤੇ ਆਉਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਉਹ ਇੱਕ ਪੁਆਇੰਟ ਤੇ ਆ ਜਾਂਦਾ ਹੈ ਜਿਸ ਨੂੰ ਸੁੰਨ ਕਿਹਾ ਜਾਂਦਾ ਹੈ, ਅਸੀਂ ਦ੍ਰਿਸ਼ਮਾਨ ਨੇਤਰਾਂ ਨੂੰ ਜਦੋਂ ਬੰਦ ਕਰ ਲੈਂਦੇ ਹਾਂ। ਇਸੇ ਕਰਕੇ ਇਹ ਵਿਧੀ ਨੂੰ ਅਸੀਂ ਵਾਰ-ਵਾਰ ਗੁਰਮੰਤਰ ਕਰਨ ਦੇ ਲਈ ਇਸ ਵਿਧੀ ਦੇ ਦੁਆਰਾ ਹੀ ਅਸੀਂ ਸਿਮਰਨ ਕਰਨਾ ਹੈ, ਤਾਂ ਜੋ ਵਿਚਾਰ ਅਤੇ ਫੁਰਨਿਆਂ ਤੋਂ ਸਾਡਾ ਜੋ ਮਨ ਹੈ ਉਹ ਰਹਿਤ ਹੋ ਸਕੇ। ਸੋ ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਪੈਰ ਪੈਰ ਤੇ ਹਰ ਇੱਕ ਕੰਮ ਕਰਨ ਦੇ ਲਈ, ਕਾਰਜ ਮਾਲਕ ਦਾ ਕਾਰਜ ਕਰਨ ਦੇ ਲਈ ਆਪ ਦੇ ਘਰੇ ਵਾਪਸ ਕਿਵੇਂ ਅਸੀਂ ਵਿਛੜੇ ਹਾਂ, ਸਾਡੇ ਦੁੱਖ ਵੀ ਦੱਸੇ ਗਏ ਨੇ, ਕਿਵੇਂ ਸਾਡਾ ਵਿਛੋੜਾ ਪਿਆ ਮਾਲਕ ਦੇ ਨਾਲੋਂ, ਕਿਵੇਂ ਅਸੀਂ ਵਿਚਾਰਾਂ ਅਤੇ ਫੁਰਨਿਆਂ ਦੇ ਵਿੱਚ ਆ ਕੇ ਭਰਮ ਦੇ ਵਿੱਚ ਸੌਂ ਗਏ, ਤੇ ਹੁਣ ਕਿਵੇਂ ਅਸੀਂ ਇਸ
ਵਿਚਾਰਾਂ ਤੇ ਫੁਰਨਿਆਂ ਦੇ ਵਿੱਚੋਂ, ਤ੍ਰੈ ਗੁਣਾਂ ਦੇ ਵਿੱਚੋਂ ਜਾਗਤ ਅਵਸਥਾ ਦੇ ਵਿੱਚ ਆਉਣਾ ਹੈ, ਜਾਗਣਾ ਹੈ, ਤਾਂ ਜੋ ਅਸੀਂ ਦੁਬਾਰਾ ਮਿਲਾਪ ਕਰ ਪਾਈਏ ਆਪ ਦੇ ਪਿਤਾ ਦੇ ਨਾਲ। ਦੁਬਾਰਾ ਅਸੀਂ ਮਾਲਕ ਨਾਲ ਮਿਲਾਪ ਕਰਕੇ ਆਪ ਦੇ ਘਰੇ ਸਦੀਵੀ ਵਾਸਾ ਕਰ ਪਾਈਏ। ਕਿਉਂਕਿ ਗੁਰਮੁਖ ਪਿਆਰਿਓ, ਜੋ ਸਾਡਾ ਮਨ ਬੱਚਾ ਹੈ ਉਹ ਸੂਖਮ ਹੈ। ਇਹ ਜੋ ਦ੍ਰਿਸ਼ਮਾਨ ਸੰਸਾਰ ਹੈ ਉਹ ਇਸ ਦਾ ਵਾਸੀ ਨਹੀਂ ਹੈ। ਇਹ ਬੋਡੀ ਜੋ ਦ੍ਰਿਸ਼ਮਾਨ ਹੈ, ਇਸ ਦੇ ਵਿੱਚ ਉਸਨੂੰ ਕੇਵਲ ਤੇ ਕੇਵਲ ਖੇਡ ਖੇਡਣ ਦੇ ਲਈ ਭੇਜਿਆ ਗਿਆ, ਜਿਸ ਨੂੰ ਕਿਹਾ ਗਿਆ ਗੁਰਬਾਣੀ ਦੇ ਵਿੱਚ, ਦਿਵਸ ਰਾਤ ਦੋਇ ਦਾਈ ਦਇਆ, ਖੇਲੇ ਸਗਲ ਜਗਤ। ਸੋ ਅਸੀਂ ਸਾਰਾ ਹੀ ਜੋ ਜਗਤ ਹੈ, ਉਹ ਦਿਨ ਰਾਤ ਦਾ ਜੋ ਇਹ ਖੇਡ ਚੱਲ ਰਿਹਾ ਹੈ, ਉਹ ਅਸੀਂ ਦ੍ਰਿਸ਼ਮਾਨ ਤ੍ਰੈ ਗੁਣਾਂ ਦੇ ਸੰਸਾਰ ਦੇ ਵਿੱਚ ਅਸੀਂ ਖੇਡ ਖੇਡਣ ਆਏ ਹਾਂ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਵਿਚਾਰ ਕੇ ਪੜ੍ਹਦੇ ਹਾਂ, ਸਾਨੂੰ ਸਾਡੇ ਮਨ ਦੇ ਜੋ ਦੁੱਖ ਨੇ ਉਹਨਾਂ ਦੇ ਬਾਰੇ ਵਿੱਚ ਪਤਾ ਚੱਲਦਾ ਹੈ ਕਿ ਕਿਵੇਂ ਸਾਡਾ ਜੋ ਮਨ ਹੈ ਉਹ ਮਾਲਕ ਦੇ ਨਾਲੋਂ ਵਿਛੜਿਆ ਹੋਇਆ ਹੋਣ ਕਰਕੇ ਸਾਡੇ ਮਨ ਦੀ ਜੋ ਅਸਲ ਖੁਰਾਕ ਹੈ, ਅੰਮ੍ਰਿਤ ਰਸ, ਨਾਮ ਰਸ, ਉਸਨੂੰ ਨਹੀਂ ਮਿਲਿਆ ਤੇ ਉਹ ਕਿੰਨਾ ਕਮਜ਼ੋਰ, ਕਿੰਨਾ ਭਰਮ ਦੇ ਵਿੱਚ ਆ ਗਿਆ ਹੈ ਕਿ ਉਹ ਥਾਂ ਥਾਂ ਤੇ ਜੋ ਵੀ ਉਹਨੂੰ ਕੁਛ ਕਹਿੰਦਾ ਹੈ ਕੋਈ, ਉਹ ਆਪ ਦੇ ਦੁੱਖਾਂ ਦਾ, ਜੋ ਮਨ ਦੇ ਦੁੱਖਾਂ ਦਾ ਇਲਾਜ ਹੈ, ਉਹ ਇਸ ਦ੍ਰਿਸ਼ਮਾਨ ਸੰਸਾਰ ਦੇ ਵਿੱਚੋਂ ਕਰਨਾ ਚਾਹੁੰਦਾ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਅਸੀਂ ਬਹੁਤ ਜ਼ਿਆਦਾ ਭਟਕ ਜਾਂਦੇ ਹਾਂ। ਅਸੀਂ ਨਕਲੀ ਬਾਬਿਆਂ ਦੇ ਸੰਪਰਕ ਦੇ ਵਿੱਚ ਆ ਕੇ ਆਪ ਦੀ ਮਿਹਨਤ ਦਾ ਕਮਾਇਆ ਹੋਇਆ ਧਨ ਵੀ ਖਰਾਬ ਕਰਦੇ ਹਾਂ, ਆਪ ਦਾ ਸਮਾਂ ਵੀ ਖਰਾਬ ਕਰਦੇ ਹਾਂ, ਤੇ ਮਾਲਕ ਦੇ ਵੱਲੋਂ ਦਿੱਤੇ ਹੋਏ ਸਵਾਸਾਂ ਰੂਪੀ ਧਨ ਨੂੰ ਵੀ ਖਰਾਬ ਕਰਦੇ ਹਾਂ, ਤੇ ਮਾਲਕ ਤੋਂ ਅਸੀਂ ਬੇਮੁਖ ਹੋ ਜਾਂਦੇ ਹਾਂ। ਕਿਉਂਕਿ ਸਾਨੂੰ ਮਾਲਕ ਦੇ ਬਾਰੇ ਵਿੱਚ ਪਤਾ ਹੀ ਨਹੀਂ। ਅਸੀਂ ਇਹ ਸਮਝਦੇ ਹਾਂ ਕਿ ਜੋ ਅਦਿੱਖ ਸ਼ਕਤੀ ਹੈ ਮਾਲਕ, ਸਾਨੂੰ ਉਸਦੇ ਬਾਰੇ 'ਚ ਨਹੀਂ ਪਤਾ। ਅਸੀਂ ਦ੍ਰਿਸ਼ਮਾਨ ਬਾਬਿਆਂ ਦੇ ਕੋਲ ਜਾ ਕੇ, ਨਕਲੀ ਸੰਤਾਂ ਦੇ ਕੋਲ ਜਾ ਕੇ ਆਪ ਦੇ ਮਨ ਦੇ ਜੋ ਇਲਾਜ ਨੇ ਉਹਨਾਂ ਨੂੰ ਤਾਂ ਸਾਨੂੰ ਪਤਾ ਨਹੀਂ ਹੁੰਦਾ। ਅਸੀਂ ਤਨ ਰੂਪੀ ਸਮਝਦੇ ਹਾਂ ਤੇ ਅਸੀਂ ਬਹੁਤ ਬੁਰੇ ਤਰੀਕੇ ਦੇ ਨਾਲ ਉਹ ਫਸ ਜਾਂਦੇ ਹਾਂ। ਸੋ ਮਨ ਦਾ ਕੇਵਲ ਤੇ ਕੇਵਲ ਇੱਕ ਹੀ ਇਲਾਜ ਹੈ, ਨਾਮ। ਕਿਉਂਕਿ ਜਦੋਂ ਸਾਡਾ ਮਨ ਰੋਗੀ ਹੋ ਗਿਆ, ਮਨ ਦੀ ਜੋ ਖੁਰਾਕ ਹੈ, ਮਨ ਕਾ ਤੋਸਾ ਹਰਨਾਮ ਹੈ। ਸੋ ਮਨ ਦੀ ਜੋ ਖੁਰਾਕ ਹੈ, ਮਨ ਦਾ ਜੋ ਇਲਾਜ ਹੈ, ਉਹ ਕੇਵਲ ਤੇ ਕੇਵਲ ਨਾਮ ਹੈ। ਸੋ ਨਾਮ ਤੱਕ ਪਹੁੰਚਣ ਦੇ ਲਈ ਸਾਨੂੰ ਆਪਣੇ ਆਪ ਦੀ ਪਛਾਣ ਕਰਨੀ ਪਏਗੀ ਕਿ ਕਿਸ ਨੇ ਨਾਮ ਤੱਕ ਪਹੁੰਚਣਾ ਹੈ, ਕਿਸ ਨੂੰ ਨਾਮ ਦਾ ਜੋ ਧਨ ਹੈ ਉਹ ਮਿਲਣਾ ਹੈ। ਸੋ ਗੁਰਮੁਖ ਪਿਆਰਿਓ, ਜਿਸ ਨੇ ਨਾਮ ਤੱਕ ਪਹੁੰਚਣਾ ਹੈ, ਜੋ ਮਾਲਕ ਤੋਂ ਵਿਛੜਿਆ ਹੋਇਆ ਹੈ, ਉਸ ਨੂੰ ਮਨ ਕਿਹਾ ਗਿਆ ਹੈ। ਸੋ ਮਹਾਰਾਜ ਕਹਿੰਦੇ, ਖੱਖਾ ਖੋਜ ਪਰੇ ਸੋ ਕੋਈ, ਜੋ ਖੋਜੇ ਸੋ ਬਹੁੜ ਨਾ ਹੋਈ। ਸੋ ਜਦੋਂ ਅਸੀਂ ਆਪ ਦੇ ਮਨ ਦੀ ਖੋਜ ਕਰਦੇ ਹਾਂ, ਸਾਨੂੰ ਮਨ ਦੀ ਖੋਜ ਕਰਨ ਦੇ ਨਾਲ ਬਹੁਤ ਹੀ ਬਰੀਕੀਆਂ ਦੇ ਬਾਰੇ 'ਚ ਪਤਾ ਚੱਲਦਾ ਹੈ। ਸਾਨੂੰ ਬਹੁਤ ਭੇਦ ਲੱਗਦਾ ਹੈ। ਸਾਨੂੰ ਸਾਡੇ ਮਾਲਕ ਦੇ ਬਾਰੇ 'ਚ ਭੇਦ ਲੱਗਦਾ ਹੈ, ਸਾਡੇ ਮਨ ਦੀ ਖੁਰਾਕ ਬਾਰੇ ਭੇਦ ਲੱਗਦਾ ਹੈ, ਸਾਨੂੰ ਸਾਡੇ ਮਨ ਦੇ ਅਸਲ ਘਰ ਦੇ ਬਾਰੇ ਭੇਦ ਲੱਗਦਾ ਹੈ, ਸਾਨੂੰ ਸਾਡੇ ਮਨ ਦੇ ਜੋ ਮਨ ਦਾ ਅਸਲ ਮਾਰਗ ਹੈ, ਜੋ ਰਸਤਾ ਹੈ, ਜੋ ਮਨ ਦੇ ਘਰ ਨੂੰ ਜਾਂਦਾ ਹੈ, ਉਸ ਰਸਤੇ ਬਾਰੇ ਭੇਦ ਲੱਗਦਾ ਹੈ। ਜਦੋਂ ਅਸੀਂ ਆਪ ਦੇ ਮਨ ਦੇ ਦੁੱਖਾਂ ਦਾ ਇਲਾਜ ਗੁਰਬਾਣੀ ਗੁਰੂ ਨੂੰ ਆਧਾਰ ਬਣਾ ਕੇ, ਕਿਉਂਕਿ ਗੁਰਬਾਣੀ ਗੁਰੂ ਕੀ ਹੈ, ਗੁਰਮੁਖਾਂ ਦੇ ਦਾ ਹੰਢਾਇਆ ਹੋਇਆ ਪ੍ਰੈਕਟੀਕਲ। ਸੋ ਗੁਰਮੁਖ ਪਿਆਰਿਓ, ਅਸੀਂ ਗੁਰਬਾਣੀ ਗੁਰੂ ਨੂੰ ਕਦੋਂ ਕਮਾਉਂਦੇ ਹਾਂ? ਜਦੋਂ ਅਸੀਂ ਆਪ ਗੁਰਬਾਣੀ ਗੁਰੂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਉਸ ਰਸਤੇ ਤੇ ਤੁਰਦੇ ਹਾਂ। ਭਾਵ ਅਸੀਂ ਵੀ ਆਪ ਦਾ ਜੀਵਨ ਪ੍ਰੈਕਟੀਕਲ ਬਣਾਉਂਦੇ ਹਾਂ। ਜਿੰਨਾ ਟਾਈਮ ਸਾਡਾ ਜੋ ਜੀਵਨ ਹੈ ਉਹ ਪ੍ਰੈਕਟੀਕਲ ਨਹੀਂ ਹੁੰਦਾ, ਪ੍ਰੈਕਟੀਕਲ ਤੋਂ ਭਾਵ ਕਿ ਅਸੀਂ ਸੱਚਮੁੱਚ ਹੀ ਉਸ ਨਾਮ ਦੀ ਪਛਾਣ ਕਰਨੀ ਹੈ, ਜੋ ਨਾਮ ਸਾਡੀ ਦੇਹ ਦੇ ਵਿੱਚ ਮਾਲਕ ਦੇ ਵੱਲੋਂ ਗੁਪਤ ਰੱਖ ਕੇ ਇਸ ਸੰਸਾਰ 'ਚ ਸਾਨੂੰ ਭੇਜਿਆ ਗਿਆ ਹੈ। ਨਾਮ ਦਾ ਪਰਵਾਨਾ ਸਾਨੂੰ ਦੇ ਕੇ ਭੇਜਿਆ ਗਿਆ ਹੈ ਮਾਲਕ ਦੇ ਵੱਲੋਂ, ਤੇ ਉਹ ਨਾਮ ਜੋ ਹੈ ਗੁਪਤਾ ਨਾਮ ਪਰ ਵਰਤੈ ਵਿੱਚ ਕਲਯੁਗ। ਸੋ ਅਸੀਂ ਉਸ ਨਾਮ ਨੂੰ ਪ੍ਰਗਟ ਕਰਨਾ ਹੈ ਮਾਲਕ ਦੀ ਕਿਰਪਾ ਦੇ ਦੁਆਰਾ ਆਪ ਦੀ ਦੇਹ ਦੇ ਵਿੱਚ। ਸੋ ਉਹ ਨਾਮ ਜੋ ਹੈ ਉਹ ਕਿੱਥੇ ਹੈ? ਕਿਉਂਕਿ ਤ੍ਰੈ ਗੁਣਾਂ ਦੇ ਵਿੱਚੋਂ ਜਦੋਂ ਸਾਡੀ ਸੁਰਤ ਚੌਥੇ ਪਦ ਤੇ ਜਾਂਦੀ ਹੈ, ਸੋ ਸਾਡੇ ਸਰੀਰ ਦੇ ਹਿਸਾਬ ਦੇ ਨਾਲ ਜਦੋਂ ਅਸੀਂ ਤ੍ਰਿਕੁਟੀ ਦਾ ਜੋ ਉੱਪਰ ਦਾ ਏਰੀਆ ਹੈ ਉੱਥੇ ਧਿਆਨ ਲਾਉਂਦੇ ਹਾਂ, ਉੱਥੇ ਮਨ ਦਾ ਆਸਣ ਲਾਉਂਦੇ ਹਾਂ, ਤੇ ਉੱਥੇ ਮਾਲਕ ਨੇ ਸਾਡੇ ਵਾਸਤੇ ਨਾਮ ਰੱਖਿਆ ਹੋਇਆ ਹੈ, ਅੰਮ੍ਰਿਤ ਰਸ ਰੱਖਿਆ ਹੋਇਆ, ਉਹ ਸਾਡੇ ਮਨ ਦਾ ਅਸਲ
ਘਰ ਹੈ ਜਿਸ ਨੂੰ ਸੁੰਨ ਕਿਹਾ ਗਿਆ ਹੈ। ਸੁੰਨ ਤੋਂ ਹੀ ਸਾਡਾ ਜੋ ਘਰ ਹੈ, ਜੋ ਮਨ ਦਾ ਅਸਲ ਸਾਡਾ ਉਹ ਖੇਡ ਹੈ, ਉਹ ਸਟਾਰਟ ਹੁੰਦਾ ਹੈ ਗੁਰਮੁਖ ਪਿਆਰਿਓ। ਸੋ ਇੱਥੇ ਤੱਕ ਪਹੁੰਚਣ ਦੇ ਲਈ ਸਾਨੂੰ ਉਸ ਮਨ ਨੂੰ ਜਗਾਉਣਾ ਪਏਗਾ, ਉਸ ਦੀ ਖੋਜ ਕਰਨੀ ਪਏਗੀ, ਉਸ ਮਨ ਨੂੰ ਜਗਾਉਣਾ ਪਏਗਾ। ਸੋ ਜਦੋਂ ਅਸੀਂ ਸਾਡਾ ਮਨ ਜਾਗਤ ਅਵਸਥਾ 'ਚ ਆਉਂਦਾ ਹੈ, ਫਿਰ ਸਾਡੇ ਮਨ ਦੇ ਜੋ ਸ਼ੰਕੇ ਨੇ, ਸਾਡੇ ਮਨ ਦੇ ਜੋ ਭਰਮ ਨੇ, ਕਿਉਂਕਿ ਅਸੀਂ ਦੁਚਿੱਤੀ ਦੇ ਵਿੱਚ ਹਾਂ, ਪਤਾ ਨਹੀਂ ਸਾਡੇ ਤੇ ਕਿਰਪਾ ਹੋਣੀ ਆ ਜਾਂ ਨਹੀਂ ਹੋਣੀ, ਪਤਾ ਨਹੀਂ ਸਾਨੂੰ ਅਸੀਂ ਵਾਪਸ ਘਰੇ ਜਾ ਪਾਵਾਂਗੇ ਜਾਂ ਨਹੀਂ। ਕਿਉਂਕਿ ਜਦੋਂ ਅਸੀਂ ਗੁਰਮੁਖਾਂ ਦੀਆਂ ਵਿਚਾਰਾਂ ਸੁਣਦੇ ਹਾਂ, ਜਿਨ੍ਹਾਂ ਨੇ ਮਾਲਕ ਦੇ ਨਾਲ ਮਿਲਾਪ ਕੀਤਾ, ਉਹ ਅਕਥ ਕਥਾ ਦਾ ਭੇਦ ਸਾਨੂੰ ਦਿੰਦੇ ਨੇ। ਗੁਰਬਾਣੀ ਗੁਰੂ ਚੋਂ ਪੜ੍ਹ ਕੇ ਸਾਡੇ ਮਨ 'ਚ ਚਾਅ ਆਉਂਦਾ ਹੈ ਕਿ ਅਸੀਂ ਵੀ ਉਸ ਅਵਸਥਾ ਤੱਕ ਪਹੁੰਚੀਏ, ਪਰ ਸਾਡੇ ਮਨ 'ਚ ਉਸ ਟਾਈਮ ਤੇ ਹਜੇ ਦੁਚਿੱਤੀ ਆ। ਅਸੀਂ ਗੁਰਮੁਖਾਂ ਨਾਲ ਵਿਚਾਰ ਕਰਦੇ ਹਾਂ, ਵਿਸ਼ਵਾਸ ਨਹੀਂ ਆਉਂਦਾ ਕਿ ਅਸੀਂ ਕਰ ਪਾਵਾਂਗੇ ਜਾਂ ਨਹੀਂ, ਕਿਉਂਕਿ ਅਸੀਂ ਆਪਣੇ ਆਪ ਤੇ ਭਰੋਸਾ ਕਰਨਾ ਸਿੱਖ ਲਿਆ। ਅਸੀਂ ਸਮਝ ਲਿਆ ਆਪਣੇ ਆਪ ਨੂੰ ਕਿ ਮੈਂ ਕਰੂੰਗਾ ਜਾਂ ਮੇਰੇ ਤੋਂ ਹੋਊਗਾ। ਨਹੀਂ ਗੁਰਮੁਖ ਪਿਆਰਿਓ, ਆਪਣਾ ਆਪ ਖਤਮ ਕਰਨਾ ਹੈ, ਅਸੀਂ ਆਪਣੇ ਆਪ ਨੂੰ ਜ਼ੀਰੋ ਕਰਨਾ ਹੈ। ਜਦੋਂ ਅਸੀਂ, ਕਿਉਂਕਿ ਅਸੀਂ ਕੁਛ ਨਹੀਂ ਕਰ ਸਕਦੇ, ਅਕਾਲ ਪੁਰਖ ਵਾਹਿਗੁਰੂ ਜੀ ਦੇ ਵੱਲੋਂ ਹੀ ਸਾਡਾ ਇਹ ਜਿਹੜਾ ਮਨ ਹੈ ਉਹ ਸਾਜ ਕੇ ਨਵਾਜ ਕੇ ਮਾਲਕ ਦੇ ਵੱਲੋਂ ਭੇਜਿਆ ਗਿਆ। ਹੁਣ ਮਾਲਕ ਨੇ ਹੀ ਸਾਡੇ ਤੇ ਜਦੋਂ ਕਿਰਪਾ ਕਰਨੀ ਹੈ, ਬਹੁਤ ਕਿਰਪਾ ਹੈ ਗੁਰਮੁਖੋ ਆਪਣੇ ਤੇ ਕਿ ਆਪਾਂ ਨੂੰ ਸੱਚੀ ਸੰਗਤ 'ਚ ਲੈ ਕੇ ਆਏ ਹਨ ਮਾਲਕ। ਮਾਲਕ ਦਾ ਹੀ ਇਹ ਖੇਡ ਚੱਲ ਰਿਹਾ ਹੈ। ਸੋ ਮਾਲਕ ਦਾ ਖੇਡ ਚੱਲਦਾ ਹੋਣ ਕਰਕੇ ਮਾਲਕ ਨੇ ਹੀ ਸਾਡੇ ਤੇ ਕਿਰਪਾ ਕਰਨੀ ਹੈ ਕਿ ਆਪ ਹੀ ਉਹਨਾਂ ਨੇ ਸਾਨੂੰ ਸੋਝੀ ਦੇਣੀ ਹੈ, ਆਪ ਹੀ ਸਾਡੇ ਮਨ ਨੂੰ ਜਗਾਉਣਾ ਹੈ, ਤੇ ਆਪ ਹੀ ਸਾਡਾ ਇਹ ਖੇਡ ਸਾਡੇ ਤੋਂ ਪਰਸਨਲੀ ਵਿਚਰ ਕੇ ਸਾਡਾ ਇਹ ਖੇਡ ਖਿਡਾਉਣਾ ਹੈ, ਤੇ ਆਪ ਹੀ ਸਾਨੂੰ ਕਾਲ ਤੋਂ ਸਾਡੀ ਰੱਖਿਆ ਕਰਕੇ ਖੇਡ ਨੂੰ ਵੀ ਜਿਤਾਉਣਾ ਹੈ ਗੁਰਮੁਖ ਪਿਆਰਿਓ। ਕਿਉਂਕਿ ਜਦੋਂ ਅਸੀਂ ਦੁਵਿਧਾ ਕਰਦੇ ਹਾਂ, ਦੁਚਿੱਤੀ ਵਿੱਚ ਹਾਂ, ਦੋ ਚਿੱਤ ਹੈ ਸਾਡਾ ਮਨ, ਉਸ ਟਾਈਮ ਤੇ ਅਸੀਂ ਹਾਰਦੇ ਹਾਂ। ਕਿਉਂਕਿ ਕਾਲ ਨੇ ਸਾਡਾ ਬਰੀਕ ਪੁਆਇੰਟ ਲੱਭਣਾ ਹੁੰਦਾ ਹੈ ਕਿ ਕਿੱਥੇ ਸਾਡੀ ਕਮਜ਼ੋਰੀ ਆ, ਕੀ ਸਾਡੀ ਵੀਕਨੈਸ ਆ। ਸੋ ਜਦੋਂ ਕਾਲ ਦੇ ਕੋਲ ਸਾਡੇ, ਕਿਉਂਕਿ ਕਾਲ ਵੀ ਅਸੀਂ ਕਾਲ ਦਾ ਸੰਗ ਕਰਦੇ ਆਏ ਹਾਂ, ਠੀਕ ਆ ਜੀ। ਅਸੀਂ ਮਾਲਕ ਦੇ ਨਾਲੋਂ ਤਾਂ ਬੇਮੁਖ ਹੋ ਗਏ, ਨਾਮ ਨਾਲੋਂ ਸਾਡੀ ਲਿਵ ਟੁੱਟ ਗਈ, ਤੇ ਹੁਣ ਅਸੀਂ ਕਾਲ ਦਾ ਸੰਗ ਕਰਦੇ ਆਏ ਹਾਂ ਸ਼ੁਰੂ ਤੋਂ। ਤੇ ਕਾਲ ਨੂੰ ਵੀ ਸਾਡਾ ਸਾਰਾ ਕੁਛ ਪਤਾ ਆ ਵੀ ਕਿਵੇਂ ਅਸੀਂ, ਸਾਡੀ ਸੋਚ ਆ, ਅਸੀਂ ਕੀ ਕਰ ਰਹੇ ਆ, ਕੀ ਸਾਡਾ ਸਾਰਾ ਕੁਛ। ਇਸ ਕਰਕੇ ਉਹ ਸਾਨੂੰ ਵਿਚਾਰ ਦੇ ਰਿਹਾ ਪੰਜਾਂ ਦੇ ਰੂਪ ਵਿੱਚ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਪੰਜ ਦੂਤ ਆ ਮਹਾਬਲੀ ਕਾਲ ਦੇ। ਇਹ ਸਾਡੇ ਹਮੇਸ਼ਾ ਹੀ ਸਾਡੀ ਸੇਜ ਤੇ ਰਹਿੰਦੇ ਆ। ਤੇ ਹੁਣ ਕਾਲ ਨੂੰ ਪਤਾ ਹੁੰਦਾ ਆ ਕਿ ਸਾਡੀ ਕਮਜ਼ੋਰੀ ਕੀ ਆ। ਜਦੋਂ ਅਸੀਂ ਮਾਲਕ ਦੀ ਕਿਰਪਾ ਦੇ ਨਾਲ ਗੁਰਮੁਖਾਂ ਦੀ ਸੰਗਤ ਦੇ ਵਿੱਚ ਜਾਂਦੇ ਹਾਂ, ਸਾਧੂ ਸੰਤਾਂ ਦੀ ਸੰਗਤ ਵਿੱਚ ਜਾਂਦੇ ਹਾਂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਨੂੰ ਆਧਾਰ ਬਣਾ ਕੇ ਗੁਰਮੁਖ ਪਿਆਰੇ ਸਾਨੂੰ ਸਾਡੇ ਮਨ ਦੀ ਕਹਾਣੀ ਦੱਸਦੇ ਆ। ਉਹ ਆਪ ਦਾ ਪ੍ਰੈਕਟੀਕਲ ਸਾਡੇ ਨਾਲ ਸ਼ੇਅਰ ਕਰਦੇ ਆ, ਅਕਥ ਕਥਾ ਦੇ ਰੂਪ ਵਿੱਚ, ਵਿਚਾਰਾਂ ਦੇ ਰੂਪ ਵਿੱਚ ਸਾਡੇ ਮਨ 'ਚ ਚਾਅ ਆਉਂਦਾ। ਜਦੋਂ ਅਸੀਂ ਤੁਰਨਾ ਹੁੰਦਾ ਗੁਰਮੁਖ ਪਿਆਰਿਓ, ਸਭ ਤੋਂ ਪਹਿਲੀ ਗੱਲ ਕਿ ਅਸੀਂ ਆਪਾ ਸਮਰਪਿਤ ਕਰਨਾ ਹੈ। ਕਿਉਂਕਿ ਜਿੰਨਾ ਟਾਈਮ ਅਸੀਂ ਆਪਾ ਸਮਰਪਿਤ ਮਾਲਕ ਦੇ ਅੱਗੇ, ਗੁਰੂ ਦੇ ਅੱਗੇ ਨਹੀਂ ਕਰਦੇ, ਉਨਾ ਟਾਈਮ ਸਾਡੇ ਮਨ 'ਚੋਂ ਕਦੇ ਵੀ ਦੁਚਿੱਤੀ ਜਿਹੜੀ ਆ ਉਹ ਜਾਂਦੀ ਨਹੀਂ, ਸਾਡੇ ਮਨ 'ਚੋਂ ਭਰਮ ਨਹੀਂ ਜਾਂਦਾ। ਸੋ ਮਾਰੇ ਕਹਿੰਦੇ ਆ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਸੋ ਤਨ, ਜਦੋਂ ਅਸੀਂ ਸੰਗਤ ਵਿੱਚ ਜਾ ਕੇ ਬੈਠ ਜਾਂਦੇ ਹਾਂ, ਇਕੱਲੇ ਤਨ ਨੂੰ ਬਿਠਾਉਣ ਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ। ਤਨ, ਕਿਉਂਕਿ ਸਰੀਰ ਦੇ ਵਿੱਚ, ਤਨ ਦੇ ਵਿੱਚ ਮਨ ਨੂੰ ਭੇਜਿਆ ਗਿਆ ਹੈ। ਸੋ ਇਸ ਕਰਕੇ ਸਾਡਾ ਜਦੋਂ ਮਨ ਹੈ ਉਹ ਤਨ ਦੇ ਨਾਲ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਸਾਡਾ ਮਨ ਜੋ ਹੈ ਉਹ ਹਾਜ਼ਰ ਹੋਣਾ ਸ਼ੁਰੂ ਹੋ ਜਾਂਦਾ ਹੈ, ਤੇ ਸਾਡਾ ਜੋ ਧਨ ਹੈ, ਜੋ ਸਵਾਸਾਂ ਰੂਪੀ ਧਨ ਮਾਲਕ ਨੇ ਸਾਨੂੰ ਦੇ ਕੇ ਭੇਜਿਆ ਹੈ, ਉਹ ਆਪਣੇ ਆਪ ਹੀ ਨਿਰਗੁਣ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋਣੇ ਸ਼ੁਰੂ ਹੋ ਜਾਂਦੇ ਨੇ ਗੁਰਮੁਖ ਪਿਆਰਿਓ। ਜਿੰਨਾ ਟਾਈਮ ਮਨ ਵਿਚਾਰਾਂ 'ਚ ਆ, ਸੋ ਅਸੀਂ ਆਪਣਾ ਮਨ ਖੋਜ ਕਰਨੀ ਆਪਣੇ ਮਨ ਦੀ। ਜਦੋਂ ਅਸੀਂ ਸੰਗਤ ਵਿੱਚ ਹਾਂ, ਜਦੋਂ ਅਸੀਂ ਗੁਰਮੁਖਾਂ ਦੀ ਸੰਗਤ ਵਿੱਚ ਹਾਂ, ਜਦੋਂ ਅਸੀਂ ਸਿਮਰਨ ਕਰ ਰਹੇ ਹਾਂ, ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਵਿਚਾਰ ਕੇ ਪੜ੍ਹ ਰਹੇ ਹਾਂ, ਅਸੀਂ ਆਪਣੇ ਮਨ ਦੀ ਖੋਜ ਕਰਨੀ ਹੈ ਕਿ ਅਸੀਂ ਅਵੇਲੇਬਲ ਹਾਂ। ਕਿਉਂਕਿ ਜੇ ਮਨ ਅਵੇਲੇਬਲ ਹੈ, ਜੇ ਮਨ ਹਾਜ਼ਰ ਹੈ, ਤੇ ਮਨ ਨੂੰ ਹੀ ਨਾਮ ਦਾ ਧਨ ਮਾਲਕ ਦੇ ਵੱਲੋਂ ਮਿਲਣਾ ਹੈ। ਕਿਉਂਕਿ ਮਾਲਕ ਤਾਂ ਸਾਡੇ ਸਦਾ ਥਿਰ ਹੈ, ਮਾਲਕ ਤਾਂ ਕਦੇ ਵੀ ਨਹੀਂ ਜਾਂਦੇ, ਮਾਲਕ ਤਾਂ ਹਮੇਸ਼ਾ ਤੋਂ ਹੀ ਸੱਚ ਹੈ, ਥਿਰ ਹੈ। ਤੇ ਨਾਮ, ਮਾਲਕ ਸਾਨੂੰ ਨਾਮ ਦੇਣ ਦੇ ਲਈ ਬਿਲਕੁਲ ਤਿਆਰ ਨੇ, ਪਰ ਸਾਡਾ ਮਨ ਲੈਣ ਲਈ ਤਿਆਰ ਹੀ ਨਹੀਂ।
ਸਾਡਾ ਜੋ ਮਨ ਹੈ ਉਹ ਭਰਮ ਦੇ ਵਿੱਚ ਹੈ, ਉਹ ਤ੍ਰੈ ਗੁਣਾ ਵਿਚਾਰਾਂ ਫੁਰਨਿਆਂ ਦੇ ਵਿੱਚ ਦੌੜਿਆ ਫਿਰਦਾ ਹੈ। ਜਦੋਂ ਮਨ ਸਾਡਾ ਇਕਾਗਰਤਾ ਦੇ ਵਿੱਚ ਆਉਂਦਾ ਹੈ ਤੇ ਉਸਨੂੰ ਜਦੋਂ ਉਹ ਗੁਰਮੰਤਰ ਨੂੰ ਦ੍ਰਿੜ ਕਰਦਾ ਹੈ, ਇਕਾਗਰਤਾ ਦੇ ਵਿੱਚ ਆਪ ਦਾ ਜੋ ਸਥਾਨ ਹੈ ਉਹ ਬਣਾ ਲੈਂਦਾ ਹੈ। ਉਹ ਬਾਰ ਗੁਰਮੰਤਰ ਨੂੰ ਦ੍ਰਿੜ ਕਰਨਾ ਹੈ। ਇਸੇ ਕਰਕੇ ਅਸੀਂ ਸਭ ਤੋਂ ਪਹਿਲਾਂ ਸਹਿਜ ਗੁਰਮੰਤਰ ਕਰਦੇ ਹਾਂ, ਫਿਰ ਅਸੀਂ ਉੱਚੀ ਆਵਾਜ਼ ਵਿੱਚ ਗੁਰਮੰਤਰ ਕਰਦੇ ਹਾਂ, ਤਾਂ ਕਿ ਸਾਡੇ ਜੋ ਵਿਚਾਰ ਤੇ ਫੁਰਨਿਆਂ ਦਾ ਇਹ ਕਾਲ ਨੇ ਜਾਲ ਪਾਇਆ ਹੋਇਆ ਹੈ, ਇਹ ਟੁੱਟ ਸਕੇ। ਜਦੋਂ ਇਹ ਟੁੱਟਦਾ ਹੈ, ਸਾਡਾ ਮਨ ਸੁੰਨ 'ਚ ਸਮਾਉਣਾ ਸ਼ੁਰੂ ਹੋ ਜਾਂਦਾ। ਗੁਰਮੁਖ ਪਿਆਰਿਓ, ਜਦੋਂ ਸੁੰਨ 'ਚ ਜਾਣਾ ਸ਼ੁਰੂ ਹੋ ਜਾਂਦਾ ਹੈ, ਭਾਵ ਜਦੋਂ ਅਸੀਂ ਬਹੁਤ ਸਹਿਜੇ ਗੁਰਮੰਤਰ ਨੂੰ ਦ੍ਰਿੜ ਕਰਦੇ ਹਾਂ, ਵਾਹਿਗੁਰੂ ਗੁਰਮੁਖ ਪਿਆਰਿਓ, ਜਦੋਂ ਇਸ ਤਰ੍ਹਾਂ ਅਸੀਂ ਬਹੁਤ ਹੀ ਸਹਿਜੇ ਬੜੀ ਹੀ ਸ਼ਾਂਤੀ ਦੇ ਨਾਲ ਅਸੀਂ ਇਸ ਤਰੀਕੇ ਦੇ ਨਾਲ, ਜੇ ਸਾਡਾ ਮਨ ਅਵੇਲੇਬਲ ਹੈ, ਉਹ ਗੁਰਮੰਤਰ ਕਰ ਰਿਹਾ ਹੈ ਸਹਿਜ ਦੇ ਵਿੱਚ, ਤੇ ਉਸਨੇ ਸੁੰਨ 'ਚ ਜਾਣਾ ਹੀ ਜਾਣਾ ਹੈ। ਕਿਉਂਕਿ ਜਦੋਂ ਅਸੀਂ ਧੁਨ ਦੇ ਵਿੱਚ ਧਿਆਨ ਰੱਖ ਕੇ, ਧੁਨ ਮਹਿ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ। ਸੋ ਗੁਰਮੁਖ ਪਿਆਰਿਓ, ਧੁਨ ਦੇ ਵਿੱਚ ਜਦੋਂ ਅਸੀਂ ਧਿਆਨ ਰੱਖਦੇ ਹਾਂ, ਫਿਰ ਸਾਨੂੰ ਅਕਥ ਕਥਾ ਦਾ ਭਾਵ ਜੋ ਮਾਲਕ ਸਾਡੇ ਅੰਦਰ ਬੈਠੇ ਕਥਾ ਕਰ ਰਹੇ ਨੇ, ਕਿਉਂਕਿ ਅਕਥ ਕਥਾ ਦਾ ਮਤਲਬ ਜੋ ਜਿਸਨੂੰ ਕਥਿਆ ਨਹੀਂ ਜਾ ਸਕਦਾ, ਦ੍ਰਿਸ਼ਮਾਨ 'ਚ ਉਸਨੂੰ ਹੰਢਾਇਆ ਜਾ ਸਕਦਾ ਹੈ। ਸੋ ਅਕਥ ਕੀ ਹੈ? ਮਿਲਾਪ, ਵਿਛੜਨ ਤੋਂ ਮਿਲਾਪ ਦੀ ਕਹਾਣੀ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਕੀ ਨੇ? ਅਕਥ ਦੀ ਕਥਾ। ਸੋ ਜਦੋਂ ਉਹ ਸਹਿਜ ਦੇ ਵਿੱਚ ਗੁਰਮੰਤਰ ਕਰਦੇ ਆ, ਮਨ ਅਵੇਲੇਬਲ ਹੋਊਗਾ, ਸੁੰਨ 'ਚ ਜਾਊਗਾ, ਤੇ ਉਸਨੂੰ ਅਕਥ ਦਾ ਭੇਦ ਆਏਗਾ, ਮਾਲਕ ਦਾ ਭੇਦ ਆਏਗਾ, ਵਿਛੋੜੇ ਦਾ ਭੇਦ ਆਏਗਾ, ਤੇ ਉਹ ਸੁੰਨ 'ਚ ਜਾਏਗਾ। ਸੁੰਨ ਦੇ ਵਿੱਚ, ਸੁੰਨ ਸਾਡਾ ਘਰ ਹੈ, ਸੁੰਨ ਦੇ ਵਿੱਚੋਂ ਹੀ ਫਿਰ ਮਨ ਨੂੰ ਪਤਾ ਚੱਲੇਗਾ ਕਿ ਵਾਕਈ ਇੱਥੇ ਸੁੱਖ ਹੈ, ਤ੍ਰੈ ਗੁਣਾ ਵਿਚਾਰਾਂ ਨੂੰ ਛੱਡ ਕੇ। ਜਦੋਂ ਉਹਨੂੰ ਇੱਕ ਵਾਰ ਸੁੱਖ ਮੰਨੇਗਾ, ਫਿਰ ਬਾਰ ਦੁਬਾਰਾ ਮਨ ਸਾਡਾ ਉਹ ਸੁੱਖ ਦੀ ਪ੍ਰਾਪਤੀ ਦੇ ਲਈ ਫਿਰ ਗੁਰਮੰਤਰ ਕਰਦਿਆਂ ਬਾਰ ਉੱਥੇ ਜਾਏਗਾ। ਫਿਰ ਉਸਨੂੰ ਪਹਿਚਾਣ ਆਉਣੀ ਸ਼ੁਰੂ ਹੋ ਜਾਏਗੀ ਉਸ ਇਲਾਕੇ ਦੀ, ਜੋ ਇਲਾਕਾ ਸੁਖਮ ਇਲਾਕਾ ਹੈ, ਜੋ ਸੱਚਾ ਹੈ, ਜੋ ਸਾਡਾ ਅਸਲ ਮਨ ਦਾ ਜੋ ਘਰ ਹੈ, ਜੋ ਅਸਲ ਮਨ ਦਾ ਇਲਾਕਾ ਹੈ, ਸਾਡੀ ਦੁਨੀਆ ਹੈ ਉਹ। ਸੋ ਗੁਰਮੁਖ ਪਿਆਰਿਓ, ਉਸ ਦੀ ਪਹਿਚਾਣ ਆਉਣੀ ਉਸਨੂੰ ਸ਼ੁਰੂ ਹੋ ਜਾਏਗੀ, ਉਹ ਜਾਗਤ ਅਵਸਥਾ ਦੇ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਸੋ ਜਦੋਂ ਉਹ ਜਾਗਤ ਅਵਸਥਾ ਦੇ ਵਿੱਚ ਆਏਗਾ, ਫਿਰ ਉਸਨੂੰ ਪਤਾ ਚੱਲੇਗਾ ਕਿ ਵਾਕਿਆ ਹੀ ਇਹ ਖੇਡ ਜੋ ਹੈ ਉਹ ਦੋ ਤਰੀਕੇ ਨਾਲ ਚੱਲ ਰਿਹਾ ਹੈ। ਉਹ ਪਹਿਚਾਣ ਕਰਨੀ ਸ਼ੁਰੂ ਕਰ ਦੇਗਾ ਵੀ ਇੱਕ ਤਾਂ ਦ੍ਰਿਸ਼ਮਾਨ ਦਾ ਖੇਡ ਚੱਲ ਰਿਹਾ ਹੈ, ਤੇ ਦੂਸਰਾ ਜੋ ਖੇਡ ਹੈ ਉਹ ਸੂਖਮ ਦੇ ਵਿੱਚ ਚੱਲ ਰਿਹਾ ਹੈ। ਸੋ ਦ੍ਰਿਸ਼ਮਾਨ ਦੇ ਵਿੱਚ ਵੀ ਮਾਲਕ ਆਪ ਹੀ ਬੈਠੇ ਨੇ ਸਰਗਣ ਰੂਪ ਦੇ ਵਿੱਚ, ਕਿਉਂਕਿ ਹਰ ਇੱਕ ਦੇ ਅੰਦਰ ਮਾਲਕ ਦੀ ਜੋਤ ਹੈ। 84 ਲੱਖ ਜੂਨ ਦੇ ਵਿੱਚ ਮਾਲਕ ਦੀ ਜੋਤ ਹੈ। ਧਰਤੀ ਤੋਂ ਆਕਾਸ਼ ਤੱਕ ਮਾਲਕ ਦੀ ਇਹ ਖਾਲੀ ਖਲਾ ਜੋ ਅਸੀਂ ਦੇਖ ਰਹੇ ਹਾਂ, ਇਹ ਖਾਲੀ ਨਹੀਂ ਆ, ਇਸ ਦੇ ਵਿੱਚ ਪ੍ਰਕਾਸ਼ ਹੈ। ਬ੍ਰਹਮ ਮਾਇਆ ਦੋਵੇਂ ਰਮੇ ਹੋਏ ਨੇ, ਮਾਲਕ ਬ੍ਰਹਮ ਦੋਵੇਂ, ਮਾਲਕ ਤੇ ਮਾਇਆ ਦੋਵੇਂ ਹੀ ਰਮੇ ਹੋਏ ਨੇ। ਤ੍ਰੈ ਗੁਣਾ ਦੇ ਵਿੱਚ ਵੀ ਜੇ ਅਸੀਂ ਲਾਈਏ ਤੇ ਮਾਲਕ ਆਪ ਹੀ ਬੈਠੇ ਹੋਏ ਸਾਡਾ ਖੇਡ ਦੇਖਦੇ ਨੇ, ਤੇ ਆਪ ਹੀ ਖੇਡ ਦੇ ਵਿੱਚ ਨੇ। ਤੇ ਜਦੋਂ ਅਸੀਂ ਫਿਰ ਅੱਖਾਂ ਬੰਦ ਕਰਦੇ ਹਾਂ, ਆ ਜੋ ਦ੍ਰਿਸ਼ਮਾਨ ਸੰਸਾਰ ਬੰਦ ਹੋ ਜਾਂਦਾ ਹੈ, ਤੇ ਅੱਗੇ ਜਦੋਂ ਸਾਡੇ ਨੇਤਰ ਸੁੰਨ ਦੇ ਵਿੱਚ ਖੁੱਲਦੇ ਨੇ, ਤੇ ਉੱਥੇ ਜੋ ਖੇਡ ਚੱਲਦਾ ਹੈ, ਜਿੰਨੀ ਕਿਸੇ ਦੀ ਅਵਸਥਾ ਹੈ, ਜਿੰਨੀ ਮਾਲਕ ਦੇ ਵੱਲੋਂ ਸਾਨੂੰ ਸੋਝੀ ਦਿੱਤੀ ਜਾਂਦੀ ਹੈ, ਤੇ ਉਹ ਜੋ ਖੇਡ ਚੱਲਦਾ ਹੈ, ਅਸਲ ਖੇਡ ਉਹ ਹੈ ਜਿਹੜਾ ਖੇਡ ਫਿਰ ਸੁਰਤੀ ਦੇ ਦੁਆਰਾ ਖੇਡਿਆ ਜਾਂਦਾ ਹੈ ਉੱਥੇ, ਕਿਉਂਕਿ ਸਰੀਰ ਤਾਂ ਇੱਥੇ ਰਹਿ ਜਾਂਦਾ ਹੈ। ਉਹ ਖੇਡ ਸੁਰਤੀ ਦੇ ਦੁਆਰਾ ਨਾਮ 'ਚ ਸਮਾਉਣ ਤੋਂ ਬਾਅਦ ਖੇਡਿਆ ਜਾਂਦਾ ਹੈ ਗੁਰਮੁਖ ਪਿਆਰਿਓ। ਫਿਰ ਉਹ ਸਾਨੂੰ ਜੋ ਅਸਲ ਸਾਡੇ ਮਨ ਦੀ ਜੋ ਕਹਾਣੀ ਹੈ, ਫਿਰ ਉਹ ਪਤਾ ਚੱਲ ਜਾਂਦੀ ਹੈ ਕਿ ਵਾਕਿਆ ਹੀ ਜਿਹੜਾ ਸਾਰਾ ਹੀ ਸੰਸਾਰ ਇੱਕ ਗੱਲ ਕਰ ਰਿਹਾ ਕਿ ਮੌਤ ਹੋਣ ਤੋਂ ਬਾਅਦ ਪਤਾ ਨਹੀਂ ਅਸੀਂ ਕਿੱਥੇ ਜਾਂਦੇ ਹਾਂ। ਹੁਣ ਬੜੇ ਸੋਹਣੇ ਸੀ, ਗੱਲਬਾਤ ਕਰਦੇ ਸੀ, ਠੀਕ ਹੈ ਜੀ, ਵਿਚਰਦੇ ਸੀਗੇ, ਪਰ ਜਦੋਂ ਸਾਡੀ ਮੌਤ ਹੋ ਗਈ, ਇਹ ਸਵਾਸ ਖਤਮ ਹੋ ਗਏ, ਤੇ ਉਹ ਕਿੱਥੇ ਚਲਾ ਗਿਆ। ਸੋ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਇਹ ਖੋਜ ਕਰਨ ਦੇ ਲਈ ਕਿਹਾ ਗਿਆ ਹੈ। ਮਰ ਕਹਿੰਦੇ ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ। ਸੋ ਗੁਰਬਾਣੀ ਨੇ ਮੋਹਰ ਲਾ ਦਿੱਤਾ ਵੀ ਕੌਣ ਆ ਜਿਹੜਾ ਛੱਡ ਕੇ ਗਿਆ ਇਸ ਬੋਡੀ ਨੂੰ? ਮਨ। ਜਿਹੜਾ ਮਨ ਬੋਡੀ ਨੂੰ ਛੱਡ ਗਿਆ, ਤਨ ਨੂੰ ਛੱਡ ਗਿਆ, ਤੇ ਉਹ ਕਿੱਥੇ ਜਾ ਕੇ ਸਮਾਇਆ। ਇਹ ਜੋ ਬੁਝਾਰਤ ਹੈ, ਇਹ ਜੋ ਗੁੰਝਲ ਹੈ, ਇਹ ਸਾਰਾ ਸੰਸਾਰ ਮਰੀ ਜਾ ਰਿਹਾ ਹੈ।
ਠੀਕ ਆ ਜੀ। ਸਾਰਾ ਸੰਸਾਰ ਮਰੀ ਜਾ ਰਿਹਾ, ਕਿਸੇ ਨੂੰ ਮਰਨਾ ਹੀ ਨਹੀਂ ਆ ਰਿਹਾ, ਕਿਸੇ ਨੂੰ ਸੋਝੀ ਹੀ ਨਹੀਂ ਆ ਰਹੀ ਕਿ ਮਰਨ ਦਾ ਮਤਲਬ ਹੁੰਦਾ ਕੀ ਹੈ। ਸੋ ਅਸੀਂ ਮਨ ਦੀ ਖੋਜ ਜਦੋਂ ਸ਼ੁਰੂ ਕਰ ਦਿੱਤੀ, ਜਦੋਂ ਅਸੀਂ ਖੋਜ ਕਰਦੇ ਹਾਂ ਤੇ ਜਦੋਂ ਅਸੀਂ ਸਾਹਮਣੇ ਸੁਣਨ 'ਚ ਜਾਂਦੇ ਹਾਂ ਜੋ ਸਾਡਾ ਘਰ ਹੈ, ਸਾਨੂੰ ਪਤਾ ਚੱਲਦਾ ਹੈ ਕਿ ਇੱਥੇ ਅਸੀਂ ਗਏ ਜਿਉਂਦੇ ਜੀਏ। ਪ੍ਰੈਕਟੀਕਲ ਕਰਨਾ ਗੁਰਮੁਖ ਪਿਆਰਿਓ। ਹੁਣ ਦੇਖੋ ਇਸ ਪੁਆਇੰਟ ਤੇ ਅਸੀਂ ਧਿਆਨ ਦੇਣਾ ਕਿ ਜਦੋਂ ਦ੍ਰਿਸ਼ਮਾਨ ਨੂੰ ਮਨ ਨੇ ਛੱਡਿਆ, ਸਰੀਰ ਨੂੰ ਛੱਡਿਆ, ਕਿਉਂਕਿ ਅੰਤਮ ਵੇਲੇ ਵੀ ਦ੍ਰਿਸ਼ਮਾਨ ਸਰੀਰ ਨੂੰ ਛੱਡ ਕੇ ਹੀ ਮਨ ਨੇ ਜਾਣਾ ਹੈ ਤੇ ਮਨਮੁਖ ਨੂੰ ਪਤਾ ਨਹੀਂ ਹੁੰਦਾ। ਜਦੋਂ ਜੀਵ ਨੇ ਭੇਦ ਹੀ ਨਹੀਂ ਲਿਆ, ਜਿਉਂਦੇ ਜੀ ਸਵਾਸਾਂ ਦੇ ਰਹਿੰਦਿਆਂ ਹੋਇਆ, ਨਾ ਮਨ ਦਾ ਭੇਦ ਲਿਆ, ਨਾ ਮਾਲਕ ਦਾ ਭੇਦ ਲਿਆ, ਨਾ ਸੁੰਨ ਦਾ ਭੇਦ ਲਿਆ। ਕਿਉਂਕਿ ਗੁਰਮੁਖ ਪਿਆਰਿਓ ਜਿੰਨਾ ਟਾਈਮ ਸਾਨੂੰ ਪਤਾ ਹੀ ਨਹੀਂ, ਅਸੀਂ ਇਸ ਚੀਜ਼ ਤੇ ਵਿਸ਼ਵਾਸ ਹੀ ਨਹੀਂ ਕਰ ਪਾਉਂਦੇ। ਜਦੋਂ ਅਸੀਂ ਕਿਸੇ ਨਾਲ ਗੱਲ ਵੀ ਕਰਦੇ ਹਾਂ ਤੇ ਉਹ ਕਹਿ ਦਿੰਦੇ ਕਿ ਤੁਸੀਂ ਵਿਹਲੀਆਂ ਹੋਈਆਂ ਗੱਲਾਂ ਕਰਦੇ ਹੋ, ਵੀ ਇਸ ਤਰੀਕੇ ਨਾਲ ਨਹੀਂ ਹੁੰਦਾ, ਇਹ ਜੱਗ ਮਿੱਠਾ ਤੇ ਅਗਲਾ ਕਿਹਨੇ ਡਿੱਠਾ। ਠੀਕ ਆ ਜੀ। ਵੀ ਇਹ ਜੱਗ ਜਿਹੜਾ ਜੋ ਦ੍ਰਿਸ਼ਮਾਨ ਦਿਸ ਰਿਹਾ, ਸਾਨੂੰ ਉਹਦੇ ਬਾਰੇ ਪਤਾ, ਜੋ ਅਸੀਂ ਦੇਖਿਆ ਹੀ ਨਹੀਂ ਅਸੀਂ ਵਿਸ਼ਵਾਸ ਕਿਵੇਂ ਕਰਾਂਗੇ। ਗੁਰਮੁਖ ਪਿਆਰਿਓ, ਮਾਲਕ ਨੂੰ ਅਸੀਂ ਸੱਚੀ ਮੁੱਚੀ ਦੇਖਣਾ ਹੈ, ਸੱਚੀ ਮੁੱਚੀ ਅਸੀਂ ਉਸ ਘਰੇ ਜਾਣਾ ਹੈ, ਸੱਚੀ ਮੁੱਚੀ ਅਸੀਂ ਉਸ ਸੁੰਨ ਦੇ ਵਿੱਚ ਜਾਣਾ ਹੈ, ਅਸੀਂ ਦੇਖਣਾ ਹੈ, ਸੱਚੀ ਮੁੱਚੀ ਹੀ ਅਸੀਂ ਆਪ ਦੇ ਮਨ ਨੂੰ ਦੇਖਣਾ ਹੈ। ਸੋ ਇਹ ਸੱਚ ਦਾ ਖੇਡ ਹੈ। ਕਦੋਂ ਇਹ ਸਾਡੇ ਅੰਦਰ ਪ੍ਰਗਟ ਹੋਊਗਾ? ਗੱਲਾਂ ਬਾਤਾਂ ਨਾਲ ਨਹੀਂ, ਜਦੋਂ ਅਸੀਂ ਆਪਾਂ ਸਮਰਪਿਤ ਕਰਕੇ ਆਪ ਦੀ ਮਤ ਨੂੰ ਤਿਆਗਾਂਗੇ ਤੇ ਭਰੋਸਾ ਕਰਾਂਗੇ। ਕਿਉਂਕਿ ਗੁਰਮੁਖ ਪਿਆਰਿਓ, ਸਭ ਤੋਂ ਪਹਿਲਾ ਪੁਆਇੰਟ ਆਉਂਦਾ ਹੈ ਭਰੋਸਾ। ਜਿਨ੍ਹਾਂ ਗੁਰਮੁਖਾਂ ਨੇ ਭਰੋਸਾ ਕੀਤਾ, ਉਹਨਾਂ ਨੇ ਸੱਚ ਨੂੰ ਪਾਇਆ, ਸੱਚ ਦੇ ਨਾਲ ਮਿਲਾਪ ਕੀਤਾ, ਮਾਲਕ ਦੇ ਨਾਲ ਮਿਲਾਪ ਕੀਤਾ। ਸੋ ਗੁਰਮੁਖ ਪਿਆਰਿਓ, ਭਰੋਸਾ ਸਭ ਤੋਂ ਪਹਿਲਾਂ। ਅਸੀਂ ਭਰੋਸਾ ਕਦੋਂ ਕਰਦੇ ਨਹੀਂ, ਅਸੀਂ ਕਿਸੇ ਤੇ ਭਰੋਸਾ, ਹੁਣ ਅਸੀਂ ਕਿਸੇ ਨਾਲ ਬਹੁਤ ਜ਼ਿਆਦਾ ਸਾਡੀ ਅਟੈਚਮੈਂਟ ਹੁੰਦੀ ਆ, ਬੜਾ ਹੀ ਪਿਆਰ ਹੁੰਦਾ, ਅਸੀਂ ਉਹਦੇ ਤੇ ਭਰੋਸਾ ਕਰ ਦਿੰਦੇ ਹਾਂ। ਚਾਹੇ ਸਾਨੂੰ ਕੁਛ ਵੀ ਹੋਵੇ, ਅਸੀਂ ਕਹਿ ਦਿੰਦੇ ਠੀਕ ਆ, ਮੈਂ ਆਪਦੀ ਮੱਤ ਤੇ ਆ ਗਈ, ਤੇਰੇ ਤੇ ਭਰੋਸਾ ਆ, ਜਿਵੇਂ ਜਿਵੇਂ ਤੂੰ ਕਹੀ ਜਾਊਂਗਾ ਮੈਂ ਕਰੀ ਜਾਊਂਗਾ। ਤੇ ਦੇਖੋ ਸਾਡਾ ਮਾਲਕ ਸਰਬ ਸਮਰੱਥ ਆ, ਮਾਲਕ ਸਾਡੇ, ਠੀਕ ਆ ਜੀ, ਸੰਪੂਰਨ ਆ, ਤੇ ਅਸੀਂ ਮਾਲਕ ਤੇ ਭਰੋਸਾ ਹੀ ਨਹੀਂ ਕਰ ਪਾਉਂਦੇ। ਅਸੀਂ ਮਾਲਕ ਨੂੰ ਅਰਦਾਸ ਵੀ ਕਰੀ ਜਾ ਰਹੇ ਹਾਂ, ਠੀਕ ਆ ਜੀ, ਤੇ ਪਰ ਅਸੀਂ ਭਰੋਸਾ ਨਹੀਂ ਕਰ ਪਾਉਂਦੇ। ਫਿਰ ਵੀ ਅਸੀਂ ਕਿਤੇ ਨਾ ਕਿਤੇ ਸੋਚਦੇ ਹਾਂ ਕਿ ਪਤਾ ਨਹੀਂ ਇਹ ਹੋਊਗਾ ਜਾਂ ਨਹੀਂ ਹੋਊਗਾ, ਮੈਂ ਇਸ ਤਰੀਕੇ ਨਾਲ ਕਰ ਲਾਂ, ਮੈਂ ਆਹ ਵਿਧੀ ਅਪਣਾ ਲਾਂ, ਜਾਂ ਮੈਂ ਇਸ ਤਰੀਕੇ ਨਾਲ ਆ ਕਰਨਾ, ਹੋ ਸਕਦਾ ਕਿ ਇਸ ਤਰੀਕੇ ਨਾਲ ਕਰਨ ਵਾਲਾ ਈਜ਼ੀ ਹੋ ਜਾਊਗਾ। ਨਹੀਂ, ਅਸੀਂ ਆਪ ਦੀ ਮਤ ਨੂੰ ਛੱਡ ਕੇ ਮਾਲਕ ਤੇ ਸੰਪੂਰਨ ਭਰੋਸਾ ਕਰਨਾ। ਗੁਰਮੁਖ ਪਿਆਰਿਓ, ਸੰਪੂਰਨ ਆਪਾਂ ਸਮਰਪਿਤ ਕਰ ਦੇਣਾ ਪੂਰੀ ਤਰ੍ਹਾਂ ਦੇ ਨਾਲ। ਜਦੋਂ ਅਸੀਂ ਮਾਲਕ ਤੇ ਭਰੋਸਾ ਕਰਕੇ ਆਪਾਂ ਸਮਰਪਿਤ ਕਰ ਦਾਂਗੇ ਕਿ ਵਾਹਿਗੁਰੂ, ਅਸੀਂ ਤਾਂ ਕਮਲੇ ਰਮਲੇ ਆ, ਸਾਡੀ ਮੱਤ ਬਹੁਤ ਜ਼ਿਆਦਾ ਥੋੜੀ ਆ, ਅਸੀਂ ਤੈਨੂੰ ਵਿਸਾਰ ਚੁੱਕੇ ਆ। ਦੇਖੋ, ਹੈ ਕੋਈ ਇਹੋ ਜਿਹਾ ਪਿਤਾ, ਹੈ ਕੋਈ ਇਹੋ ਜਿਹਾ ਪਿਆਰ ਕਰਨ ਵਾਲਾ ਜਿਸ ਨੂੰ ਅਸੀਂ ਸਤਿਯੁਗ ਤੋਂ ਭੁੱਲੇ ਬੈਠੇ ਆ, ਤੇ ਹੁਣ ਕਲਯੁਗ ਆ ਗਿਆ, ਚੌਥਾ ਯੁੱਗ, ਹਜੇ ਵੀ ਸਾਡੀ ਉਡੀਕ ਕਰ ਰਿਹਾ। ਤੇ ਗੁਰਮੁਖ ਪਿਆਰਿਓ, ਕਦੋਂ ਪਤਾ ਚੱਲੇਗਾ? ਜਦੋਂ ਪ੍ਰੈਕਟੀਕਲ ਕਰਾਂਗੇ। ਜਦੋਂ ਪ੍ਰੈਕਟੀਕਲ ਕਰਾਂਗੇ ਕਾਲ ਦਾ, ਫਿਰ ਸਾਨੂੰ ਜਾਲ ਦਾ ਪਤਾ ਚੱਲੇਗਾ ਕਿ ਅਸੀਂ ਕਿਸ ਕਦਰ ਇਸ ਕਾਲ ਨੇ ਸਾਨੂੰ ਸਾਡੇ ਤੇ ਜਾਲ ਪਾਇਆ ਹੋਇਆ। ਇਹ ਮਾਇਆ ਬਹੁਤ ਪਿਆਰੀ ਲੱਗਦੀ। ਹੁਣ ਤ੍ਰੈ ਗੁਣ ਬਹੁਤ ਪਿਆਰੇ ਲੱਗਦੇ, ਆਪਣੇ ਸਰੀਰ ਤੋਂ ਲੈ ਕੇ ਅੱਗੇ, ਧੀਆਂ ਪੁੱਤ, ਕਾਰਾਂ ਕੋਠੀਆਂ, ਜ਼ਮੀਨਾਂ ਜਾਇਦਾਦਾਂ, ਬਿਜ਼ਨਸ, ਐਵਰੀਥਿੰਗ, ਸਾਰਾ ਕੁਛ ਹੀ ਸਾਨੂੰ ਬਹੁਤ ਹੀ ਪਿਆਰਾ ਲੱਗਦਾ। ਅਸੀਂ ਇੱਕ ਸੈਕਿੰਡ, ਇੱਕ ਛਿਨ ਪਲ ਦੇ ਲਈ ਜੀ ਨਹੀਂ ਸਕਦੇ ਇਸ ਤੋਂ ਬਿਨਾਂ। ਕਿਉਂ? ਕਿਉਂਕਿ ਸਾਡਾ ਮੋਹ ਹੀ ਇੰਨਾ ਪਿਆ ਹੋਇਆ, ਅਸੀਂ ਖੁੱਬੇ ਹੀ ਇੰਨੇ ਹੋਏ ਹਾਂ। ਗੁਰਮੁਖ ਪਿਆਰਿਓ, ਹਜੇ ਨਹੀਂ ਪਤਾ ਲੱਗਦਾ ਕਿ ਇਹ ਮਾਇਆ ਅਗਨ ਆ। ਕਿਉਂ? ਮਹਾਰਾਜ ਨੇ ਕਿਹਾ ਕਿ ਜਿਹੜੀ ਅਗਨ ਆ ਮਾਤਾ ਦੇ ਗਰਭ ਦੇ ਵਿੱਚ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ। ਸੋ ਮਹਾਰਾਜ ਕਹਿੰਦੇ ਵੀ ਇਹ ਜੋ ਮਾਇਆ ਹੈ, ਮਾਤਾ ਦੇ ਗਰਭ ਦੇ ਵਿੱਚ ਅਗਨ ਦੇ ਵਿੱਚ ਜਿਹੜੀ ਮਾਇਆ ਆ, ਇਸ ਤਰ੍ਹਾਂ ਦਾ ਸੇਕ ਆ, ਇਹ ਜਿਹੜੀ ਮਾਇਆ ਦੇ ਵਿੱਚ ਅਸੀਂ ਰਹਿ ਰਹੇ ਹਾਂ, ਵਿਚਰ ਰਹੇ ਹਾਂ। ਹੁਣ ਨਹੀਂ ਪਤਾ ਲੱਗਦਾ, ਜਦੋਂ ਅਸੀਂ, ਸਾਡਾ ਜੀਵਨ ਪ੍ਰੈਕਟੀਕਲ ਹੋ ਜਾਏਗਾ, ਸਾਡਾ ਮਨ ਜਾਗੇਗਾ, ਸਾਡਾ ਮਾਲਕ ਦੇ ਨਾਲ ਪਿਆਰ ਪੈ ਜਾਏਗਾ, ਸਾਨੂੰ ਮਾਲਕ ਤੇ ਭਰੋਸਾ ਆ ਜਾਏਗਾ, ਅਸੀਂ ਆਪਦੇ ਘਰ ਦੇ ਰਸਤੇ ਤੇ ਤੁਰਾਂਗੇ, ਤੇ ਕਾਲ ਨੇ ਫਿਰ ਸਾਡੇ ਨਾਲ ਪਰਚੇ ਪਾਉਣੇ ਆ, ਕਾਲ ਨੇ ਸਾਡੇ ਨਾਲ ਸ਼ਰਾਰਤ ਕਰਨੀ, ਸਾਨੂੰ ਦੁਬਾਰਾ ਵਿਚਾਰਾਂ 'ਚ ਲੈ ਕੇ ਆਉਣਾ। ਕਿਉਂਕਿ ਗੁਰਮੁਖ ਪਿਆਰਿਓ, ਹਜੇ ਤਾਂ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਵਿਚਾਰਾਂ 'ਚ, ਹਜੇ ਤਾਂ ਸਾਨੂੰ ਇਹ ਨਹੀਂ ਪਤਾ ਕਿ ਸਾਨੂੰ ਸਵਾਸ ਆ ਵੀ ਰਹੇ ਆ ਜਾਂ ਨਹੀਂ। ਅਸੀਂ ਕਦੇ ਆਪ ਦੇ ਪਾਉਣ ਦੇ ਗੁਰੂ ਦੇ ਨਾਲ ਹੀ ਨਹੀਂ ਮਿਲੇ। ਸੋ ਦੇਖੋ ਕਿੰਨਾ ਈਜ਼ੀ ਕਰ ਦਿੱਤਾ ਸਾਡੇ ਲਈ ਗੁਰਬਾਣੀ, ਗੁਰੂ ਨੇ, ਕਿ ਸਭ ਤੋਂ ਪਹਿਲਾਂ ਪਾਉਣ ਦੇ ਗੁਰੂ ਦੇ ਨਾਲ ਮਿਲੋ। ਪਹਿਲਾਂ ਇਹ ਪਹਿਚਾਣ ਕਰੋ ਕਿ ਤੁਹਾਨੂੰ ਸਵਾਸ ਆ ਰਹੇ ਨੇ। ਦੇਖੋ ਇਹਦੀ ਕਿੰਨੀ ਇੰਪੋਰਟੈਂਸ ਆ। ਜਿਹੜੇ ਸਵਾਸ ਅਸੀਂ ਬੇਅਰਥ ਗਵਾਈ ਜਾ ਰਹੇ ਆ, ਉਹ ਸਵਾਸ ਪਾਉਣ ਦੇ ਗੁਰੂ ਨਾਲ ਮਿਲੋ। ਤੇ ਜਦੋਂ ਅਸੀਂ ਉਸ ਸਵਾਸਾਂ ਨਾਲ ਮਿਲਾਂਗੇ, ਸਾਨੂੰ ਇੱਕ ਪੁਆਇੰਟ, ਇੱਕ ਤੋਂ ਬਾਅਦ ਇੱਕ ਪੁਆਇੰਟ ਸਾਡਾ ਖੁੱਲਦਾ ਜਾਏਗਾ ਆਪਦੇ ਘਰੇ ਜਾਣ ਵਾਲੇ ਰਸਤੇ ਦਾ। ਠੀਕ ਆ ਜੀ।
ਸੋ ਗੁਰਮੁਖ ਪਿਆਰਿਓ, ਜਦੋਂ ਅਸੀਂ ਪਾਉਣ ਦੇ ਗੁਰੂ ਨਾਲ ਮਿਲਾਪ ਕਰਕੇ ਗੁਰਮੰਤਰ ਕਰਕੇ ਜਾਗਤ ਅਵਸਥਾ ਦੇ ਵਿੱਚ ਆਏ ਤੇ ਅਸੀਂ ਚੌਥੇ ਪਦ ਤੇ ਜਾਣਾ ਸ਼ੁਰੂ ਕਰ ਦਿੱਤਾ। ਸਾਨੂੰ ਸਮਝ ਆ ਗਈ ਕਿ ਇਹ ਤ੍ਰੈ ਗੁਣ ਨੇ, ਜੋ ਵਿਚਾਰ ਨੇ, ਜੋ ਫੁਰਨੇ ਨੇ, ਤੇ ਅਸੀਂ ਇਹ ਨਹੀਂ ਲੈਣੇ। ਸਾਡਾ ਮਨ ਚੰਚਲ ਆ, ਸ਼ੁਰੂ ਤੋਂ ਹੀ ਇਹ ਨਾਰਦ ਦੀ ਤਰ੍ਹਾਂ ਦਸਾਂ ਦਿਸ਼ਾਵਾਂ ਦੇ ਵਿੱਚ ਘੁੰਮਦਾ ਆ ਰਿਹਾ, ਠੀਕ ਆ ਜੀ। ਤੇ ਸਾਡਾ ਜੋ ਮਨ ਹੈ, ਜਦੋਂ ਅਸੀਂ ਬਾਰ-ਬਾਰ ਗੁਰਮੰਤਰ ਦੇ ਦੁਆਰਾ ਇਹਨੂੰ ਕੁੱਟ ਕੇ ਗੁਰਮੰਤਰ ਦੇ ਦੁਆਰਾ ਇਹਨੂੰ ਵਾਪਸ ਚੌਥੇ ਪਦ ਤੇ ਲੈ ਕੇ ਜਾਂਦੇ ਆ, ਤੇ ਜਦੋਂ ਇਹ ਉੱਥੇ ਬੈਠਣਾ ਸਿੱਖ ਜਾਂਦਾ, ਸਾਡਾ ਪ੍ਰੈਕਟੀਕਲ ਸ਼ੁਰੂ ਹੋ ਜਾਂਦਾ। ਫਿਰ ਸਾਡਾ ਇਹ ਤ੍ਰੈ ਗੁਣਾਂ ਨਾਲੋਂ ਮੋਹ ਜਿਹੜਾ ਉਹ ਥੋੜਾ ਘਟਣਾ ਸ਼ੁਰੂ ਹੋ ਜਾਂਦਾ। ਸਾਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ ਕਿ ਅਸਲ ਖੇਡ ਹੈ ਕੀ ਆ। ਜਦੋਂ ਸਾਨੂੰ ਅਸਲ ਖੇਡ ਦਾ ਸਮਝ ਆਉਣੀ ਸ਼ੁਰੂ ਹੋ ਗਈ ਗੁਰਮੁਖ ਪਿਆਰਿਓ, ਤੇ ਫਿਰ ਉਸ ਟਾਈਮ ਤੇ ਸਾਨੂੰ ਤ੍ਰੈ ਗੁਣ ਜਿਹੜੇ ਆ ਉਹ ਕਾਲ ਜੋ ਹੈ, ਫਿਰ ਸਾਨੂੰ ਪਤਾ ਚੱਲਦਾ ਕਿ ਕਾਲ ਨੇ ਸਾਨੂੰ ਤ੍ਰੈ ਗੁਣਾਂ ਚ ਸਾਡੀ ਸੁਰਤੀ ਨੂੰ ਕਿਸ ਤਰੀਕੇ ਦੇ ਨਾਲ ਬੰਨਿਆ ਹੋਇਆ। ਹੁਣ ਸਾਡਾ ਛੁੱਟਣ ਨੂੰ ਦਿਲ ਨਹੀਂ ਕਰਦਾ। ਹੁਣ ਸਾਨੂੰ ਪਤਾ ਹੀ ਨਹੀਂ, ਅਸੀਂ ਇਹਨੂੰ ਮਾਣੀ ਜਾ ਰਹੇ ਮਾਇਆ ਨੂੰ। ਜਦੋਂ ਸਾਡੇ ਤੇ ਮਾਲਕ ਸਾਡੀ ਸੁਰਤੀ ਤੇ, ਅਸੀਂ ਇੱਥੇ ਜੋ ਵੀ ਸਾਡੇ ਤੇ ਅਸੀਂ ਗੱਲ ਕਰ ਰਹੇ, ਇਸ ਸਾਰੀ ਗੱਲ ਮਨ ਦੀ ਹੋ ਰਹੀ ਆ, ਸੁਰਤੀ ਦੀ ਗੱਲ ਹੋ ਰਹੀ ਆ। ਸੋ ਇਹਦੇ ਵਿੱਚ ਬੋਡੀ ਦਾ ਕੋਈ ਲੈਣਾ ਦੇਣਾ ਨਹੀਂ, ਸੁਰਤੀ ਦੀ ਗੱਲ ਹੋ ਰਹੀ ਆ। ਕਿਉਂਕਿ ਸੁਰਤੀ ਨੇ ਹੀ ਸੰਤ ਬਣਨਾ, ਸੁਰਤੀ ਨੇ ਹੀ ਸਾਧੂ ਬਣਨਾ, ਸੁਰਤੀ ਨੇ ਹੀ ਅੱਗੇ ਬ੍ਰਹਮ ਗਿਆਨੀ ਗੁਰਮੁਖ ਸਤਿਗੁਰ ਦੀ ਉਪਾਧੀ ਲੈਣੀ ਆ। ਸੋ ਇੱਥੇ ਸੁਰਤੀਆਂ ਦਾ ਖੇਡ ਸ਼ੁਰੂ ਆ, ਕਿਉਂਕਿ ਜੋ ਵੀ ਸੁਰਤੀ ਹੀ ਵਿਛੜੀ ਹੋਈ ਆ, ਮਨ ਹੀ ਵਿਛੜਿਆ ਹੋਇਆ ਮਾਲਕ ਤੋਂ। ਸੋ ਮਨ ਦੀ ਖੋਜ ਚੱਲ ਰਹੀ ਗੁਰਮੁਖ ਪਿਆਰਿਓ। ਜਦੋਂ ਫਿਰ ਇਹ ਮਨ ਦੇ ਉੱਪਰ ਮਾਲਕ ਦਾ ਰੰਗ ਚੜ ਗਿਆ, ਠੀਕ ਹੈ ਜੀ, ਜਦੋਂ ਫਿਰ ਇਹਦਾ ਪਿਆਰ ਪੈ ਗਿਆ, ਇਹਨੂੰ ਭਰੋਸਾ ਆ ਗਿਆ, ਕਿਉਂਕਿ ਮਾਲਕ ਨੇ ਵੀ, ਫਿਰ ਮਾਲਕ ਨੂੰ ਵੀ ਪਤਾ, ਮਾਲਕ ਨੇ ਖੇਡ ਹੀ ਇਸ ਤਰੀਕੇ ਨਾਲ ਬਣਾਇਆ ਕਿ ਜਦੋਂ ਮਾਲਕ ਨੇ ਮਨ ਬੱਚੇ ਨੂੰ ਕੱਢਣਾ, ਮਾਲਕ ਨੇ ਜਦੋਂ ਅਸੀਂ ਸਿਮਰਨ ਕਰਦੇ ਹਾਂ, ਆਪਾਂ ਕਿਉਂਕਿ ਆਪਾਂ ਤਾਂ ਆਪਾਂ ਸਮਰਪਿਤ ਨਹੀਂ ਕਰ ਸਕਦੇ। ਸਭ ਤੋਂ ਪਹਿਲੀ ਗੱਲ, ਸਾਨੂੰ ਪਤਾ ਹੀ ਨਹੀਂ ਮਾਲਕ ਨੂੰ ਕਿਹੋ ਜਿਹੀ ਭਗਤੀ ਭਾਉਂਦੀ ਆ, ਠੀਕ ਆ ਜੀ। ਤੇ ਕਿਹੋ ਜਿਹਾ ਮਾਲਕ ਨੂੰ ਕੀ ਪਤਾ ਅਸੀਂ ਉਹ ਭਗਤੀ ਕਰ ਵੀ ਰਹੇ ਹਾਂ ਜੋ ਮਾਲਕ ਨੂੰ ਭਾਉਂਦੀ ਆ ਜਾਂ ਨਹੀਂ। ਅਸੀਂ ਸਾਰਾ ਕੁਛ ਕੀ ਕਰਨਾ, ਮਾਲਕ ਤੇ ਹੀ ਛੱਡ ਦੇਣਾ, ਮਾਲਕ ਨੂੰ ਹੀ ਅਸੀਂ ਆਧਾਰ ਬਣਾ ਕੇ ਚੱਲਣਾ। ਅਸੀਂ ਕੀ ਕਰਨਾ, ਬੇਨਤੀਆਂ ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਓ, ਕਿ ਮਾਲਕ ਨੂੰ ਬੇਨਤੀ ਕਰਨੀ, ਸੱਚੇ ਪਾਤਸ਼ਾਹ ਵਾਹਿਗੁਰੂ, ਸਾਡੇ ਮਨ ਚ ਤੈਨੂੰ ਮਿਲਣ ਦਾ ਚਾਅ ਆ। ਸਾਨੂੰ ਇਸ ਗੱਲ ਦੀ ਕਹਾਣੀ ਸਮਝ ਆ ਗਈ ਕਿ ਸਾਡਾ ਜੋ ਮਨ ਹੈ, ਅਸੀਂ ਜੋਤ ਰੂਪ ਹਾਂ, ਸਾਡਾ ਮਨ ਜੋ ਹੈ ਉਹ ਤੇਰਾ ਬੱਚਾ ਹੈ, ਤੇਰੇ ਤੋਂ ਵਿਛੜਿਆ ਹੋਇਆ ਹੈ। ਹੁਣ ਸਾਡਾ ਵੱਸ ਨਹੀਂ ਚੱਲਦਾ, ਕਿਉਂਕਿ ਜੋ ਕਾਲ ਹੈ, ਕਾਲ ਨੂੰ ਮਾਲਕ ਨੇ ਆਪ ਹੀ ਇੰਨੀ ਪਾਵਰ ਦਿੱਤੀ ਹੋਈ ਆ। ਅਸੀਂ ਨਹੀਂ ਕਾਲ ਨਾਲ ਲੜ ਸਕਦੇ, ਅਸੀਂ ਪੰਜਾਂ ਤੋਂ ਆਪਣੇ ਮਨ ਦੀ ਰੱਖਿਆ ਨਹੀਂ ਕਰ ਸਕਦੇ। ਅਸੀਂ ਫਸੇ ਹੋਏ ਹਾਂ, ਬਹੁਤ ਟਾਈਮ ਹੋ ਗਿਆ ਵਾਹਿਗੁਰੂ ਤੇਰੇ ਨਾਲੋਂ ਵਿਛੜਿਆ ਹੋਇਆ। ਹੁਣ ਕਿਰਪਾ ਕਰਕੇ ਤੁਸੀਂ ਸਾਨੂੰ ਸਾਡੇ ਮਨ ਦੀ ਜੋ ਕਹਾਣੀ ਹੈ ਉਹਨੂੰ ਸਮਝਾਇਆ ਹੈ। ਸੋ ਅਸੀਂ ਆਪ ਜੀ ਦੇ ਨਾਲ ਮਿਲਣਾ ਚਾਹੁੰਦੇ ਹਾਂ। ਸਾਡੇ ਮਨ ਚ ਚਾਅ ਪੈਦਾ ਕਰੋ, ਸਾਡੇ ਮਨ ਚ ਤੜਫ ਪੈਦਾ ਕਰੋ, ਸਾਡੇ ਮਨ ਦੇ ਵਿੱਚ ਉਹ ਬਲਬਲੇ ਪੈਦਾ ਕਰੋ ਜਿਸ ਦੇ ਨਾਲ ਅਸੀਂ ਆਪ ਜੀ ਦੇ ਨਾਲ ਪਿਆਰ ਕਰ ਪਾਈਏ, ਤੇ ਸਾਡੇ ਮਨ ਚੋਂ ਤੜਫ ਪੈਦਾ ਹੋ ਜਾਵੇ ਕਿ ਸਾਨੂੰ ਤੇਰੇ ਵਿਛੋੜੇ ਦਾ ਭੇਦ ਆ ਜਾਵੇ, ਸਾਡੇ ਅੰਦਰ ਤੇਰੇ ਵਿਛੋੜੇ ਦੀ ਤੜਫ ਪੈਦਾ ਹੋ ਜਾਵੇ। ਸੋ ਗੁਰਮੁਖ ਪਿਆਰਿਓ, ਇਹ ਬੇਨਤੀਆਂ ਦੇ ਦੁਆਰਾ ਹੀ ਅਸੀਂ ਮਾਲਕ ਦੇ ਨਾਲ ਮਿਲਾਪ ਕਰ ਸਕਦੇ ਹਾਂ। ਜਦੋਂ ਮਨ ਬੱਚਾ ਬੇਨਤੀ ਕਰਦਾ ਹੈ ਗੁਰਮੁਖ ਪਿਆਰਿਓ, ਸੁਰਤੀ ਦੇ ਦੁਆਰਾ। ਹੁਣ ਸਰੀਰਕ ਰੂਪ ਚ ਅਸੀਂ ਬਹੁਤ ਟਾਈਮ ਤੋਂ ਭਗਤੀ ਕਰਦੇ ਆ ਰਹੇ ਹਾਂ, ਤੇ ਅਸੀਂ ਆਪਦੇ ਹੁਣ ਵੀ ਦੇਖ ਲੈਂਦੇ ਹਾਂ ਕਿ ਪਿੱਛੇ ਕਿੰਨਾ ਟਾਈਮ ਅਸੀਂ, ਜਿੰਨਾ ਟਾਈਮ ਸਾਨੂੰ ਭੇਜ ਨਹੀਂ ਸੀ, ਉਹਨਾਂ ਟਾਈਮ ਅਸੀਂ ਸਰੀਰਕ ਰੂਪ ਵਿੱਚ ਕਿੰਨੇ ਪਾਠ ਕਰਦੇ ਰਹੇ, ਠੀਕ ਆ ਜੀ। ਤੇ ਕਿੰਨਾ ਗੁਰਦੁਆਰਾ ਸਾਹਿਬ ਵੀ ਜਾਂਦੇ ਸੀ, ਮਹਾਰਾਜ ਦੇ ਮੂਹਰੇ ਖੜੇ ਹੋ ਕੇ, ਅੱਖਾਂ ਬੰਦ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਦੇ ਅੱਗੇ ਖੜੇ ਹੋ ਕੇ ਕੀ ਮੰਗਦੇ ਸੀ, ਕਾਲ ਤ੍ਰੈ ਗੁਣਾਂ ਨੂੰ ਮੰਗਦੇ ਹੁੰਦੇ ਸੀ। ਜਦੋਂ ਸਾਡੀ ਜ਼ਰੂਰਤ ਪੂਰੀ ਹੋ ਜਾਂਦੀ ਸੀ, ਸਾਨੂੰ ਭੁੱਲ ਹੀ ਜਾਂਦਾ ਸੀਗਾ ਕਿ ਮਾਲਕ ਵੀ ਹੈਗੇ ਕੋਈ। ਅਸੀਂ ਸਿਰਫ ਤੇ ਸਿਰਫ ਜ਼ਰੂਰਤ ਦੇ ਸਮੇਂ ਹੀ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਉਹ ਚੀਜ਼ਾਂ ਮੰਗਦੇ ਸੀ। ਜੋ ਅਸੀਂ ਕਿੰਨੇ ਹੀ ਜ਼ਿਆਦਾ ਸਵਾਰਥੀ ਸੀ, ਸੋਚੋ, ਹੈ ਹਜੇ ਵੀ, ਠੀਕ ਆ ਜੀ। ਜਦੋਂ ਮਾਲਕ ਕਿਰਪਾ ਕਰਦੇ ਨੇ, ਫਿਰ ਸਾਡੇ ਅੰਦਰੋਂ ਇੱਕ ਜੋ ਸਾਡੇ ਅੰਦਰ ਵਿਕਾਰ ਨੇ ਉਹਨਾਂ ਨੂੰ ਕੱਢਣਾ ਸ਼ੁਰੂ ਕਰ ਦਿੰਦੇ ਆ। ਸੋ ਜਦੋਂ ਮਨ ਬੱਚਾ ਸੁਰਤ ਰੂਪ ਹੋ ਕੇ ਆਪ ਦੀ ਪਛਾਣ ਕਰ ਲੈਂਦਾ ਮਨ ਦੀ, ਸੋ ਗੁਰਮੁਖ ਪਿਆਰਿਓ, ਅਸੀਂ ਭਰੋਸਾ ਦਵਾਉਣੇ ਮਾਲਕ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪ ਜੀ ਨੂੰ, ਸਾਰੀ ਹੀ ਸੰਗਤ ਨੂੰ, ਕਿ ਜਦੋਂ ਅਸੀਂ ਆਪਣੀ ਮੱਤ ਨੂੰ ਤਿਆਗ ਕੇ ਮਾਲਕ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਸਾਨੂੰ ਆਪਣੇ ਹੁਕਮ ਚ ਲਓ,
ਸਾਡੇ ਤੋਂ ਆਪ ਦਾ ਹੁਕਮ ਮਨਵਾਓ। ਵਾਹਿਗੁਰੂ ਸਾਨੂੰ ਨਹੀਂ ਪਤਾ ਕਿ ਤੁਹਾਡਾ ਖੇਡ ਕਿਸ ਤਰੀਕੇ ਨਾਲ ਚੱਲਦਾ, ਸਾਡੀ ਮੱਤ ਬਹੁਤ ਥੋੜ੍ਹੀ ਆ, ਤੂੰ ਸਮਰੱਥ ਵੱਡਾ, ਕਿ ਮੇਰੀ ਤਾਂ ਮੱਤ ਬਹੁਤ ਥੋੜ੍ਹੀ ਆ। ਸੋ ਤੁਸੀਂ ਸਾਡੇ ਤੇ ਕਿਰਪਾ ਕਰਕੇ ਆਪ ਹੀ ਸਾਡਾ ਇਹ ਜੋ ਖੇਡ ਹੈ ਤੁਸੀਂ ਸਾਡੇ ਤੋਂ ਖਿਡਾਉਣਾ ਹੈ। ਸੋ ਗੁਰਮੁਖ ਪਿਆਰਿਓ, ਮਾਲਕ ਤਤਕਾਲ ਦੇ ਵਿੱਚ ਹੀ ਸਾਡੀ ਬੇਨਤੀ ਸੁਣਦੇ ਨੇ ਸੁਰਤ ਦੀ, ਪਰ ਸਾਡੀ ਸੁਰਤੀ ਦੇ ਵਿੱਚ ਦੋ ਗੱਲਾਂ ਨਹੀਂ ਵਸੀਆਂ ਹੋਣੀਆਂ ਚਾਹੀਦੀਆਂ ਕਿ ਇੱਕ ਪਾਸੇ ਅਸੀਂ ਤ੍ਰੈ ਗੁਣ ਵੀ ਇੱਛਾ ਰੱਖੀ ਜਾਈਏ ਵੀ ਅਸੀਂ ਤਾਂ ਭਗਤੀ ਕਰਨੀ ਆ, ਪਹਿਲਾਂ ਮਾਲਕ ਸਾਡੀ ਆਹ ਇੱਛਾ ਪੂਰੀ ਕਰਨ ਤੇ ਫਿਰ ਅਸੀਂ ਅੱਗੇ ਸੋਚਾਂਗੇ ਪਹਿਲਾਂ ਤ੍ਰੈ ਗੁਣਾ ਦਾ ਜੋ ਅਦ੍ਰਿਸ਼ਮਾਨ ਦਾ ਹੈ ਉਹ ਤਾਂ ਇੱਛਾ ਪੂਰੀਆਂ ਕਰ ਲਈਏ ਤੇ ਫਿਰ ਬਾਅਦ ਵਿੱਚ ਦੇਖਾਂਗੇ ਮਾਲਕ ਨੂੰ ਮਿਲਣਾ ਜਾਂ ਨਹੀਂ। ਨਹੀਂ ਗੁਰਮੁਖ ਪਿਆਰਿਓ, ਉੱਥੇ ਮੁੱਖ ਤੇ ਮੂੰਹ ਜੋ ਸਾਡੇ ਮਨ ਦੇ ਵਿੱਚ ਆ ਤੇ ਜੋ ਸਾਡੇ ਮੁੱਖ ਤੇ ਆ ਉਹ ਇੱਕ ਹੀ ਹੋਣਾ ਚਾਹੀਦਾ ਆ। ਜੇ ਸਾਡੇ ਮਨ 'ਚ ਕੁਛ ਹੋ ਰਿਹਾ ਤੇ ਮੰਗ ਕੁਛ ਹੋਰ ਰਹੇ ਆ ਤੇ ਵਿਚਾਰਾਂ 'ਚ ਕੁਛ ਹੋਰ ਆ ਰਿਹਾ, ਫਿਰ ਸਾਡਾ ਮਾਲਕ ਨਾਲ ਮਿਲਾਪ ਨਹੀਂ ਹੋਣਾ। ਸਾਡਾ ਦੋਵੇਂ ਪਾਸੇ ਸਾਡੀ ਸੁਰਤੀ ਦੇ ਵਿੱਚ ਜੇ ਮਾਲਕ ਵਸ ਗਏ ਨੇ ਤੇ ਭਰੋਸਾ ਕਰਕੇ ਜਾਣਿਓ ਸਾਨੂੰ ਮਾਲਕ ਨੇ ਮਿਲਣਾ ਹੀ ਮਿਲਣਾ ਹੈ। ਜਦੋਂ ਅਸੀਂ ਸੁਰਤੀ ਦੇ ਦੁਆਰਾ ਮਾਲਕ ਨੂੰ ਮੰਗਦੇ ਹਾਂ, ਮਾਲਕ ਦੇ ਲਈ ਤੜਫਦੇ ਹਾਂ ਤੇ ਗੁਰਮੁਖ ਪਿਆਰਿਓ, ਮਾਲਕ ਸਭ ਤੋਂ ਪਹਿਲਾਂ ਆਪਣਾ ਸਾਰੇ ਗੁਰਮੁਖਾਂ ਦਾ ਜਿੰਨਾ ਵੀ ਪ੍ਰੈਕਟੀਕਲ ਹੁੰਦਾ ਹੈ, ਮਾਲਕ ਸਾਨੂੰ ਆਪਣਾ ਆਪ ਜਣਾਉਂਦੇ ਨੇ। ਕਿਸੇ ਨੂੰ ਕਿਸ ਤਰੀਕੇ ਦੇ ਨਾਲ, ਕਿਸੇ ਨੂੰ ਕਿਸ ਤਰੀਕੇ ਦੇ ਨਾਲ, ਕਿਸੇ ਨੂੰ ਆਪ ਦੀ ਹੋਂਦ ਕਿਸ ਤਰੀਕੇ ਨਾਲ ਮਹਿਸੂਸ ਕਰਾਉਂਦੇ ਨੇ, ਕਿਸੇ ਨੂੰ ਸ਼ਬਦ ਸੁਣਾ ਕੇ, ਕਿਸੇ ਨੂੰ ਅੰਮ੍ਰਿਤ ਰਸ ਦੇ ਕੇ, ਕਿਸੇ ਨੂੰ ਖੁਸ਼ਬੂ ਦੇ ਕੇ, ਕਿਸੇ ਨੂੰ ਆਪਣੇ ਆਪ ਦੇ ਨਾਲ ਜਣਾ ਕੇ, ਹੋਂਦ ਮਹਿਸੂਸ ਕਰਵਾ ਕੇ, ਤੇ ਸੋਝੀ ਵੀ ਮਾਲਕ ਦੇ ਵੱਲੋਂ ਹੀ ਦਿੱਤੀ ਜਾਂਦੀ ਹੈ ਸਾਨੂੰ। ਸੋ ਗੁਰਮੁਖ ਪਿਆਰਿਓ, ਮਾਲਕ ਨੇ ਸਾਨੂੰ, ਕਿਉਂਕਿ ਮਾਲਕ ਸਾਡੇ ਨਾਲੋਂ ਵੀ ਸਾਨੂੰ ਜ਼ਿਆਦਾ ਪਿਆਰ ਕਰਦੇ ਆ, ਸੋ ਮਾਲਕ ਨੂੰ ਸਾਡੇ ਨਾਲੋਂ, ਸਾਨੂੰ ਨਹੀਂ ਅਜੇ ਕੋਈ ਵੀ ਇੰਨੀ ਤੜਫ ਕੇ ਅਸੀਂ ਮਾਲਕ ਨੂੰ ਮਿਲਣਾ ਹੈ, ਮਾਲਕ ਨੂੰ ਸਾਡੀ ਬਹੁਤ ਉਡੀਕ ਹੈ, ਕਿਉਂਕਿ ਮਾਲਕ ਦੇ ਅਸੀਂ ਬੱਚੇ ਹਾਂ, ਮਾਲਕ ਨੇ ਆਪਣੇ ਆਪ ਤੋਂ ਸਾਨੂੰ ਪੈਦਾ ਕੀਤਾ ਹੋਇਆ ਹੈ। ਸੋ ਗੁਰਬਾਣੀ ਗੁਰੂ ਦੇ ਰਾਹੀਂ ਹੁਣ ਸਾਨੂੰ ਇਹ ਉਪਦੇਸ਼ ਦੇਣ ਦੇ ਲਈ ਗੁਰਮੁਖਾਂ ਨੂੰ ਇੱਥੇ ਭੇਜਿਆ। ਉਹਨਾਂ ਨੇ ਆਪਦੇ ਪ੍ਰੈਕਟੀਕਲ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਨੂੰ ਕਲਮਬੰਦ ਕੀਤਾ ਤਾਂ ਜੋ ਪੜ੍ਹ ਕੇ ਵਿਚਾਰੀਏ। ਹੁਣ ਗੁਰਮੁਖ ਪਿਆਰਿਓ, ਇੱਕ ਪੁਆਇੰਟ ਇੱਥੇ ਹੋਰ ਬਣਦਾ ਹੈ। ਅਸੀਂ ਸਾਰੇ ਹੀ ਗੁਰਬਾਣੀ ਪੜ੍ਹੀ ਜਾ ਰਹੇ ਹਾਂ, ਬਹੁਤ ਟਾਈਮ ਹੋ ਗਿਆ। ਸਾਨੂੰ ਕਮਾਉਣ ਤੇ ਖੋਜਣ ਦੀ ਤੇ ਫਿਰ ਕਮਾਉਣ ਦੀ ਜ਼ਰੂਰਤ ਪੈਂਦੀ ਕਦੋਂ ਆ? ਜਦੋਂ ਅਸੀਂ ਮਾਲਕ ਦੇ ਨਾਲ ਮਿਲਾਪ ਕਰਨਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਪੂਰਾ ਹੀ ਸੂਖਮ ਦਾ ਭੇਦ ਦਿੱਤਾ। ਬੇਸ਼ੱਕ ਅਸੀਂ ਆਪ ਦੀ ਮੱਤ ਦੇ ਹਿਸਾਬ ਨਾਲ ਬਾਹਰੀ ਗਿਆਨ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਨੂੰ ਵਿਚਾਰਦੇ ਹਾਂ, ਸਟੇਜਾਂ ਦੇ ਉੱਪਰ ਬੈਠ ਕੇ ਅਸੀਂ ਬਹੁਤ ਲੈਕਚਰ ਵੀ ਕਰਦੇ ਹਾਂ, ਪਰ ਗੁਰਮੁਖ ਪਿਆਰਿਓ ਨਹੀਂ, ਅਸੀਂ ਦੂਸਰੇ ਨੂੰ ਸੁਣਾਉਣ 'ਚ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਵਿਆਖਿਆ ਕਰ ਰਹੇ, ਦੂਸਰੇ ਨੂੰ ਸੁਣਾ ਰਹੇ। ਗੁਰਮੁਖ ਪਿਆਰਿਓ, ਇਹ ਸਾਨੂੰ ਆਪਣੇ ਆਪਣੇ ਮਨ ਦੀ ਖੋਜ ਕਰਨ ਦੇ ਬਾਰੇ 'ਚ ਦੱਸਿਆ ਗਿਆ ਹੈ। ਸੋ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਖੋਜਣਾ ਹੈ, ਅਸੀਂ ਆਪਣੇ ਆਪ ਨੂੰ ਆਪਦੇ ਮਨ ਨੂੰ ਸੁਣਾਉਣੀ ਹੈ ਇਹ ਗੱਲ, ਆਪਣੇ ਆਪਣੇ ਮਨ ਦੀ ਖੋਜ ਕਰਨੀ ਆ। ਤੇ ਇਹ ਖੋਜ, ਕਿਉਂਕਿ ਇਹਦੇ ਵਿੱਚ ਵਿਛੜਨ ਤੋਂ ਮਿਲਾਪ ਦੀ ਕਹਾਣੀ ਆ। ਸੋ ਗੁਰਮੁਖ ਪਿਆਰਿਓ, ਉਹੀ ਮਨ ਖੋਜ ਕੇ ਕਮਾਊਗਾ ਜਿਹਨੂੰ ਮਿਲਾਪ ਕਰਨ ਦੀ ਜ਼ਰੂਰਤ ਹੈ। ਦੂਸਰੇ ਜੋ ਪ੍ਰੈਕਟੀਕਲ ਹੋਊਗਾ, ਦੂਸਰੇ ਮਨ ਨੂੰ ਖੋਜਣ ਦੀ ਲੋੜ ਹੀ ਨਹੀਂ। ਉਹ ਤਾਂ ਬਸ ਆਪਣਾ ਕਰੂਗੇ ਵੀ ਠੀਕ ਆ, ਜੇ ਅਸੀਂ ਪਾਠ ਕਰਦੇ ਹਾਂ, ਜੇ ਸੁਖਮਨੀ ਸਾਹਿਬ ਦੇ 40 ਪਾਠ ਨਹੀਂ ਕੀਤੇ ਤੇ ਮਨ 'ਚ ਭਰਮ ਹੈ ਵੀ ਸਾਡੀ ਉਹ ਜੋ ਕਾਰਜ ਅਸੀਂ ਆਰੰਭਿਆ ਹੋਇਆ ਆ ਉਹ ਪੂਰਾ ਨਹੀਂ ਹੋਣਾ, ਤ੍ਰੈ ਗੁਣਾ ਦਾ, ਠੀਕ ਆ ਜੀ, ਵੀ ਸਾਨੂੰ ਆਹ ਮਿਲ ਜਾਵੇ, ਸਾਨੂੰ ਆਹ ਮਿਲ ਜਾਵੇ, ਇਸ ਲਈ 11 ਚੌਪਈ ਸਾਹਿਬ ਕਰ ਲਓ, 5 ਬਾਣੀਆਂ ਦਾ ਪਾਠ ਕਰ ਲਓ, ਠੀਕ ਆ ਜੀ। ਪਰ ਇਹ ਪਤਾ ਹੀ ਨਹੀਂ ਕਿ ਮਹਾਰਾਜ ਉਹਦੇ ਵਿੱਚ ਕਹਿ ਕੀ ਰਹੇ ਨੇ। ਪੂਰੇ ਦਾ ਪੂਰਾ ਆਨੰਦ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰੈਕਟੀਕਲ ਹੈ, ਮਿਲਾਪ ਦੇ ਬਾਰੇ 'ਚ ਦੱਸਿਆ ਗਿਆ ਹੈ। ਹੁਣ ਕੌਣ ਮਨ ਖੋਜੇਗਾ? ਜੋ ਗੁਰਮੁਖ ਹੋਏਗਾ। ਗੁਰਮੁਖ ਹੋਏ ਮਨ ਖੋਜ ਸੁਣਾਏ। ਹੁਣ ਮਹਾਰਾਜ ਕਹਿੰਦੇ ਵੀ ਜੇ ਗੁਰਮੁਖ ਜਦੋਂ ਗੁਰਬਾਣੀ ਗੁਰੂ ਦੀ ਖੋਜ ਕਰੇਂਗੇ, ਗੁਰਮੁਖ ਹੀ ਗੁਰਬਾਣੀ ਗੁਰੂ ਨੂੰ ਖੋਜ ਕੇ ਮਾਲਕ ਦੇ ਨਾਲ ਮਿਲਾਪ ਕਰਨ ਦੇ ਲਈ ਫਿਰ ਉਹ ਗੁਰਬਾਣੀ ਨੂੰ ਆਧਾਰ ਬਣਾਉਗੇ। ਸੋ ਗੁਰਮੁਖ ਪਿਆਰਿਓ, ਜਦੋਂ ਫਿਰ ਸਾਡਾ ਜੀਵਨ ਪ੍ਰੈਕਟੀਕਲ ਹੋ ਜਾਂਦਾ ਹੈ, ਗੁਰਮੰਤਰ ਹੁਣ ਸਾਨੂੰ ਕਰਨਾ ਪੈਂਦਾ ਹੈ, ਧੱਕੇ ਨਾਲ ਮਨ ਨੂੰ ਮਨਾਉਣਾ ਪੈਂਦਾ। ਪਹਿਲੀ ਪੁਆਇੰਟ, ਬੈਠ ਤੂੰ ਕਰਨਾ ਗੁਰਮੰਤਰ। ਅਸੀਂ ਉਹਦੇ ਵਿੱਚੋਂ ਵੀ ਕਹਿੰਦੇ ਹਾਂ ਵੀ ਅੱਧਾ ਘੰਟਾ ਹੋ ਗਿਆ, ਉਹ 5-10 ਮਿੰਟ ਹੋਰ ਕਰੀਏ, ਗੱਲ ਖਤਮ, ਸਾਡੇ ਕੰਮ ਬਹੁਤ ਪਏ ਆ। ਜਦੋਂ ਸਾਡਾ ਮਾਲਕ ਦੇ ਨਾਲ ਅੰਦਰੋਂ ਪਿਆਰ ਪੈ ਗਿਆ, ਕਿਉਂਕਿ ਇਹ ਜੋ ਰਸਤਾ ਹੈ ਮਾਲਕ ਦੇ ਨਾਲ ਮਿਲਾਪ ਕਰਨ ਦਾ, ਲਿਵ ਦਾ ਰਸਤਾ, ਜੋ ਗੁਰਮੁਖ ਦਾ ਪ੍ਰੈਕਟੀਕਲ ਜੀਵਨ ਹੈ,
ਉਸ ਦੀ ਗੱਲ ਹੋ ਰਹੀ ਗੁਰਮੁਖ ਮਨ ਦੀ। ਜਦੋਂ ਉਹ ਆਪਦੇ ਮਨ ਨੂੰ ਖੋਜਦਾ, ਸੋ ਗੁਰਮੁਖ ਪਿਆਰਿਓ ਫੇਰ ਕੀ ਹੁੰਦਾ ਹੈ, ਫੇਰ ਸਾਡਾ ਪਿਆਰ ਪੈ ਜਾਂਦਾ ਹੈ ਗੁਰਮੰਤਰ ਦੇ ਨਾਲ ਵੀ। ਜਦੋਂ ਅਸੀਂ ਗੁਰਮੰਤਰ ਕਰਦੇ ਹਾਂ, ਸਾਨੂੰ ਜੇ ਉਹ ਕਰਦੇ ਹੀ ਉਦੋਂ ਆ ਜਦੋਂ ਉਹਨਾਂ ਦਾ ਮਨ ਫਿਰ ਜੁੜਦਾ। ਜੇ ਉਹਨਾਂ ਦਾ ਮਨ ਨਹੀਂ ਜੁੜਿਆ ਤੇ ਗੁਰਮੁਖ ਫਿਰ ਦੁਬਾਰਾ ਉਹ ਮਨ ਨੂੰ ਜੋੜਦੇ। ਫਿਰ ਉਹਨਾਂ ਨੂੰ ਲੱਗਦਾ ਕਿ ਇਹ ਅਧੂਰਾ ਰਹਿ ਗਿਆ ਕੁਛ ਇੱਥੇ। ਹੁਣ ਮਨਮੁਖ ਮੂੰਹ ਦੇ ਨਾਲ ਬੜੀ ਜਾ ਰਿਹਾ, ਮਨ ਪਤਾ ਨੀ ਕਿੱਥੇ ਆ। ਠੀਕ ਆ ਜੀ, ਭੋਗ ਪਾ ਦਿੱਤਾ, ਉਸ ਤੋਂ ਬਾਅਦ ਚਲੋ ਆਪਣੇ ਕੰਮ। ਗੁਰਮੁਖ ਕੀ ਕਰਦੇ ਆ, ਮਨ ਨੂੰ ਇਕਾਗਰਤਾ ਦੇ ਵਿੱਚ ਲਿਆ ਕੇ ਗੁਰਬਾਣੀ ਪੜ੍ਹਦੇ ਆ, ਗੁਰਬਾਣੀ ਨੂੰ ਵਿਚਾਰਦੇ ਆ, ਗੁਰਮੰਤਰ ਨੂੰ ਕਰਦੇ ਆ, ਔਰ ਨਾਮ ਨੂੰ ਸੁਣਦਿਆਂ ਹੋਇਆਂ ਸਾਰੇ ਕਾਰਜ ਕਰਦੇ ਆ। ਤੇ ਫਿਰ ਸਾਨੂੰ ਗੁਰਮੰਤਰ ਚੋਂ ਰਸ ਆਉਣਾ ਸ਼ੁਰੂ ਹੋ ਜਾਂਦਾ। ਸੋ ਗੁਰਮੁਖ ਪਿਆਰਿਓ, ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਦੱਸਿਆ ਗਿਆ ਕਿ ਗੁਰਮੰਤਰ ਕਰਦਿਆਂ ਹੋਇਆਂ ਤੁਸੀਂ ਦੇਹ ਦੇ ਨਾਲੋਂ ਵੱਖ ਹੋਣਾ। ਸੋ ਜਦੋਂ ਫਿਰ ਅਸੀਂ ਮਨ ਦੀ ਇਕਾਗਰਤਾ ਦੇ ਨਾਲ, ਕਿਉਂਕਿ ਜਦੋਂ ਅਸੀਂ ਗੁਰਮੰਤਰ ਨੂੰ ਕਰਦੇ ਜਾਂਦੇ ਆ, ਜੋ ਸਾਡਾ ਮਨ ਕਮਜ਼ੋਰ ਹੋ ਚੁੱਕਾ ਹੈ ਉਹਦੇ ਦੁਆਲੇ ਰੱਖਿਆ ਚੱਕਰ ਬਣਨਾ ਸ਼ੁਰੂ ਹੋ ਜਾਂਦਾ। ਜਦੋਂ ਰੱਖਿਆ ਚੱਕਰ ਬਣਨਾ ਸਟਰੋਂਗ ਸ਼ੁਰੂ ਹੋ ਜਾਂਦਾ, ਇਹ 5 ਜਣੇ, ਇਹ ਵਿਚਾਰ, ਇਹ ਫੁਰਨੇ ਜੋ ਹੈ ਉਹ ਪਾਸੇ ਚਲੇ ਜਾਂਦੇ ਨੇ। ਫੇਰ ਜੋ ਸਾਡਾ ਮਨ ਹੈ ਉਹਨੂੰ ਸੁੱਖ ਮਿਲਣਾ ਸ਼ੁਰੂ ਹੋ ਜਾਂਦਾ। ਠੀਕ ਆ ਜੀ, ਜਦੋਂ ਉਹਨੂੰ ਸੁੱਖ ਮਿਲਦਾ ਆ ਗੁਰਮੰਤਰ ਕਰਦਿਆਂ ਹੋਇਆਂ, ਤੇ ਉਹ ਫਿਰ ਸੁੱਖ ਦੇ ਵੱਲ ਨੂੰ ਜਾਂਦਾ ਮਨ, ਕਿਉਂਕਿ ਉਹ ਸੁੱਖ ਜੋ ਹੈ ਉਹ ਪਹਿਲਾਂ ਮਾਣ ਚੁੱਕਾ, ਕਿਉਂਕਿ ਉਹ ਵਾਸੀ ਹੀ ਉਸ ਸੁੱਖ ਦਾ ਹੈ, ਵਾਸੀ ਹੀ ਉਹ ਸੱਚਖੰਡ ਦਾ ਆ। ਸੋ ਫਿਰ ਉਹ ਉੱਧਰ ਨੂੰ ਜਾਂਦਾ, ਚੌਥੇ ਪਦ ਤੇ ਜਾਂਦਾ। ਤੇ ਉਹ ਫਿਰ ਕਰਦਿਆਂ ਇੱਕ ਦਿਨ ਉਹਦਾ ਇੰਨਾ ਕੁ ਜ਼ਿਆਦਾ ਗੁਰਮੰਤਰ ਦ੍ਰਿੜ ਹੋ ਜਾਂਦਾ ਕਿ ਗੁਰਮੰਤਰ ਕਰਨ ਦੇ ਸ਼ੁਰੂ ਕੀਤਾ ਨੀ ਤੇ ਸੁਣਨ ਚ ਗਿਆ ਨੀ, ਭਾਵ ਦੇਹ ਤੋਂ ਅਲੱਗ ਹੋਇਆ ਨੀ। ਸੋ ਗੁਰਮੁਖ ਪਿਆਰਿਓ, ਜਦੋਂ ਅਸੀਂ ਚੌਥੇ ਪਦ ਤੇ ਜਾਂਦੇ ਹਾਂ, ਠੀਕ ਆ ਜੀ, ਫਿਰ ਅਸੀਂ ਉਸ ਤੋਂ ਬਾਅਦ ਅਗਲੀ ਅਸੀਂ ਵਿਧੀ ਕੀ ਗੁਰਮੰਤਰ ਕਰਦੇ ਹਾਂ ਕਿ ਹੁਣ ਗੁਰਮੁਖ ਪਿਆਰਿਓ ਬੋਲਣਾ ਬੰਦ ਕਰ ਦਿਓ ਤੇ ਅੰਤਰਗਤ ਸਿਮਰਨ ਕਰੋ। ਹੁਣ ਜਦੋਂ ਅਸੀਂ ਅੰਤਰਗਤ ਸਿਮਰਨ ਕਰਨਾ ਸ਼ੁਰੂ ਕਰਦੇ ਹਾਂ ਗੁਰਮੁਖ ਪਿਆਰਿਓ, ਬੋਲਣਾ ਬੰਦ ਕਰ ਦਿੰਦੇ ਹਾਂ, ਸਾਡਾ ਜੋ ਬੋਡੀ ਦੇ ਨਾਲ ਕਨੈਕਸ਼ਨ ਹੈ ਫਿਰ ਉਹ ਅੰਤਰਗਤ ਵੀ ਸਾਡਾ ਬੰਦ ਹੋ ਜਾਂਦਾ ਹੈ, ਉਹ ਟੁੱਟ ਜਾਂਦਾ ਹੈ ਤੇ ਅਸੀਂ ਸੁਣਨ ਚ ਚਲੇ ਜਾਂਦੇ ਹਾਂ, ਚੌਥੇ ਪਦ ਤੇ ਚਲੇ ਜਾਂਦੇ ਹਾਂ ਗੁਰਮੁਖ ਪਿਆਰਿਓ। ਹੁਣ ਜਦੋਂ ਅਸੀਂ ਚੌਥੇ ਪਦ ਤੇ ਜਾਂਦੇ ਹਾਂ ਤੇ ਉੱਥੇ ਕੀ ਹੈ, ਨਾਮ, ਮਾਲਕ। ਸੋ ਜਦੋਂ ਅਸੀਂ ਉੱਥੇ ਸਾਡਾ ਮਨ ਜਾਂਦਾ ਹੈ ਤੇ ਮਾਲਕ ਦੇ ਵੱਲੋਂ ਖੁਸ਼ ਹੋ ਕੇ ਸਾਨੂੰ ਨਾਮ ਦਾ ਦਾਨ ਦਿੱਤਾ ਜਾਂਦਾ ਹੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਨਾਮ ਦਾ ਧਨ, ਕਿਉਂਕਿ ਅਸੀਂ ਸਵਾਸ ਜਮਾ ਕਰਾ ਕੇ ਨਿਰਗੁਣ ਦੇ ਖਜ਼ਾਨੇ ਦੇ ਵਿੱਚ, ਉਹਦੇ ਬਦਲੇ ਫਿਰ ਮਾਲਕ ਸਾਨੂੰ ਨਾਮ ਦਾ ਧਨ ਜੋ ਹੈ ਉਹ ਦੇ ਦਿੰਦੇ ਨੇ। ਫਿਰ ਜਦੋਂ ਮਨ ਬੱਚੇ ਨੂੰ ਨਾਮ ਦਾ ਧਨ ਮਿਲ ਜਾਂਦਾ ਹੈ, ਉਸ ਸਮੇਂ ਤੋਂ ਸਾਡੇ ਜੋ ਮਨ ਦੀ ਅਸਲ ਭਗਤੀ ਹੈ ਉਹ ਸ਼ੁਰੂ ਹੋ ਜਾਂਦੀ ਹੈ। ਸੋ ਫਿਰ ਮਨ ਬੱਚਾ ਨਾਮ ਨੂੰ ਸੁਣਦਿਆਂ ਮਾਲਕ ਦੀ ਸੇਵਾ ਕਰਦਾ ਹੈ। ਸੋ ਨਾਮ ਨੇ ਫਿਰ ਸਾਨੂੰ ਕਿੱਥੇ ਲੈ ਕੇ ਜਾਣਾ, ਜਦੋਂ ਅਸੀਂ ਨਾਮ ਨੂੰ ਸੁਣਦਿਆਂ ਨਾਮ ਨੂੰ ਦ੍ਰਿੜ ਕਰਦਿਆਂ ਨਾਮ ਦੇ ਵਿੱਚ ਧਿਆਨ ਲਾ ਕੇ, ਸੁਰਤ ਲਾ ਕੇ ਨਾਮ ਦੀ ਸੇਵਾ ਕਰਦੇ ਜਾਂਦੇ ਹਾਂ, ਫਿਰ ਸਾਡੇ ਅਗਲਾ ਜੋ ਰੱਖਿਆ ਚੱਕਰ ਸਾਡੇ ਮਨ ਦੇ ਦੁਆਲੇ ਕੀ ਹੋ ਜਾਂਦਾ ਹੈ, ਨਾਮ ਦਾ। ਠੀਕ ਹੈ ਜੀ, ਨਾਮ ਦਾ ਜੋ ਰੱਖਿਆ ਚੱਕਰ ਹੈ ਉਹ ਬਹੁਤ ਹੀ ਤਕੜਾ, ਕਿਉਂਕਿ ਨਾਮ ਦੇ ਬਦਲੇ ਵਿੱਚ ਕੋਈ ਵੀ ਇਹੋ ਜਿਹੀ ਇਹਨਾਂ ਕਰੋੜਾਂ ਖੰਡਾਂ ਬ੍ਰਹਿਮੰਡਾਂ ਤੇ ਚੀਜ਼ ਬਣੀ ਹੀ ਨਹੀਂ ਜੋ ਨਾਮ ਦੇ ਸਮਾਨ, ਨਾਮ ਦੇ ਤੁੱਲ ਹੈ। ਨਾਮ ਕੀ ਹੈ, ਮਾਲਕ ਦੇ ਮੁਖ ਦੀ ਆਵਾਜ਼, ਜਿਸ ਨੂੰ ਕਨੇਰੇ ਸ਼ਬਦ ਕਿਹਾ ਗਿਆ ਹੈ। ਬਹੁਤ ਹੀ ਕਨੇਰੇ ਨਾਮ ਦੀ ਜੋ ਪਛਾਣ ਹੈ ਉਹ ਅਲੱਗ-ਅਲੱਗ ਨਾਮ ਦੇ ਕਨੇਰੇ ਸ਼ਬਦ ਦੇ ਰੂਪ ਵਿੱਚ ਹੈ, ਜਿਵੇਂ ਬੀਂਡਿਆਂ ਦੀ ਆਵਾਜ਼ ਆ ਰਹੀ ਹੋਵੇ, ਜਿਵੇਂ ਸੁੰਨ ਦੀ ਆਵਾਜ਼ ਆ ਰਹੀ ਹੋਵੇ, ਜਿਵੇਂ ਬਹੁਤ ਸਾਰੀਆਂ ਮੱਖੀਆਂ ਜੋ ਮਖੈਲ ਹੈ ਉਹ ਇਕੱਠੀਆਂ ਜਾ ਰਹੀਆਂ ਇਸ ਤਰੀਕੇ ਦੀ ਆ, ਜਿਵੇਂ ਘੁੰਗਰੂਆਂ ਦੀ ਆ, ਝਾਂਜਰਾਂ ਦੀ, ਤਬਲੇ ਦੀ ਆਵਾਜ਼ ਆ, ਸ਼ੰਖ ਦੀ ਆਵਾਜ਼ ਆ। ਠੀਕ ਆ ਜੀ, ਇਸ ਤਰੀਕੇ ਦੀਆਂ ਆਵਾਜ਼ਾਂ ਜੋ ਹੈ ਉਹ ਜਦੋਂ ਸਾਡੇ ਅੰਦਰ ਪ੍ਰਗਟ ਹੋ ਜਾਂਦੀਆਂ ਤੇ ਅਸੀਂ ਫਿਰ ਨਾਮ ਨੂੰ, ਜਦੋਂ ਗੁਰਮੁਖੋ ਆਪਣੇ ਅੰਦਰ ਨਾਮ ਪ੍ਰਗਟ ਹੋ ਗਿਆ, ਸੋ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ, ਨਾਮ ਦੀ ਸੇਵਾ ਕਰਨੀ ਆ ਗੁਰਮੁਖ ਪਿਆਰਿਓ। ਸੋ ਨਾਮ ਦੀ ਸੇਵਾ ਕੀ ਹੈ, ਜਦੋਂ ਅਸੀਂ ਨਾਮ ਨੂੰ ਸੁਣਦੇ ਹਾਂ, ਸੁਣ ਕੇ ਅਸੀਂ ਮਾਲਕ ਨੂੰ ਹਾਜ਼ਰ ਨਾਜ਼ਰ ਸਮਝਣਾ ਹੈ, ਗੁਰਮੰਤਰ ਕਰਦਿਆਂ ਵੀ, ਨਾਮ ਨੂੰ ਸੁਣਦਿਆਂ ਵੀ, ਕਿਉਂਕਿ ਜਦੋਂ ਨਾਮ ਸੁਣ ਰਿਹਾ ਭਾਵ ਮਾਲਕ ਦੇ ਮੁਖ ਦੀ ਆਵਾਜ਼ ਆ, ਸੋ ਮਾਲਕ ਦੇ ਅਸੀਂ ਮਨ ਬੱਚਾ ਬਿਲਕੁਲ ਸਨਮੁਖ ਹੈ। ਸੋ ਜਦੋਂ ਅਸੀਂ ਨਾਮ ਨੂੰ ਸੁਣਦੇ ਜਾਂਦੇ ਹਾਂ ਸਾਡੀ ਸੁਰਤੀ ਜੋ ਹੈ, ਕਿਉਂਕਿ ਨਾਮ ਉਹਦੀ ਖੁਰਾਕ ਆ, ਸਾਡੇ ਮਨ ਦੀ ਖੁਰਾਕ ਆ, ਨਾਮ ਚੋਂ ਹੀ ਸੂਖਮ ਪੰਜ ਤੱਤ ਲੈ ਕੇ ਸਾਡਾ ਜੋ ਮਨ ਹੈ ਉਹ ਬਣਿਆ ਹੈ, ਤੇ ਉਹ ਫਿਰ ਮਨ ਨਾਮ ਵੱਲ ਨੂੰ ਖਿੱਚਿਆ ਜਾਣਾ ਸ਼ੁਰੂ ਹੋ ਜਾਂਦਾ, ਨਾਮ ਆਪਣੇ ਵੱਲ ਸਮਾਉਣਾ ਸ਼ੁਰੂ ਕਰ ਦਿੰਦਾ ਮਨ ਨੂੰ। ਫਿਰ
ਕਰਦਿਆਂ ਸਾਡੇ ਮਨ ਨੂੰ ਨਾਮ ਇੰਨਾ ਦ੍ਰਿੜ ਹੋ ਜਾਂਦਾ ਗੁਰਮੁਖ ਪਿਆਰਿਓ, ਕਿ ਨਾਮ ਦੇ ਵਿੱਚ ਸਾਡੀ ਜੋ ਸੁਰਤੀ ਹੈ ਉਹ ਸਮਾਉਣੀ ਸ਼ੁਰੂ ਕਰ ਦਿੰਦੀ ਆ। ਸੋ ਮਹਾਰਾਜ ਕੀ ਕਹਿੰਦੇ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਗੁਰ ਕਾ ਸ਼ਬਦ ਰਤਨ ਹੈ। ਸੋ ਮਾਲਕ ਦੇ ਜੋ ਮੁਖ ਦੀ ਆਵਾਜ਼ ਹੈ ਉਸਨੂੰ ਰਤਨ ਕਿਹਾ ਗਿਆ ਹੈ ਗੁਰਬਾਣੀ ਗੁਰੂ ਦੇ ਵਿੱਚ। ਸੋ ਜਦੋਂ ਅਸੀਂ ਨਾਮ ਨੂੰ ਸੁਣ ਸੁਣ ਕੇ ਆਪ ਦੇ ਮਨ ਦੇ ਵਿੱਚ, ਆਪ ਦੀ ਸੁਰਤੀ ਦੇ ਵਿੱਚ ਜੜ ਲੈਂਦੇ ਹਾਂ, ਤੇ ਉਸ ਟਾਈਮ ਤੇ ਫਿਰ ਕੀ ਅੱਗੇ ਹੁੰਦਾ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਊ। ਫਿਰ ਜਿਸ ਮਨ ਦੇ ਵਿੱਚ ਸ਼ਬਦ ਜੋ ਹੈ ਉਹ ਲੱਗ ਜਾਂਦਾ ਹੈ, ਸੁਰਤੀ ਦੇ ਵਿੱਚ ਮਾਲਕ ਦੇ ਮੁਖ ਦੀ ਆਵਾਜ਼ ਜੋ ਸ਼ਬਦ ਹੈ ਉਹ ਮਿਲ ਜਾਂਦਾ ਹੈ, ਜਿਹੜਾ ਮਨ ਮੰਨ ਜਾਂਦਾ ਹੈ, ਤੇ ਫਿਰ ਉਹ ਨਾਮ ਦੇ ਵਿੱਚ ਹੀ ਸਮਾਉਣਾ ਸ਼ੁਰੂ ਕਰ ਦਿੰਦਾ ਹੈ। ਉਹ ਸੁਰਤੀ ਨਾਮ ਦੇ ਵਿੱਚ ਸਮਾਉਣਾ ਸ਼ੁਰੂ ਕਰ ਦਿੰਦੀ ਆ। ਸੋ ਮਹਾਰਾਜ ਕਹਿੰਦੇ ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਉ। ਜਦੋਂ ਸੁਰਤੀ ਦੇ ਵਿੱਚ ਸ਼ਬਦ ਮਿਲ ਜਾਵੇ, ਭਾਵ ਸੁਰਤ ਤੇ ਸ਼ਬਦ ਦਾ ਮੇਲ ਹੋ ਗਿਆ, ਨਾਮ ਨੂੰ ਸੁਣ ਇੰਨਾ ਦ੍ਰਿੜ ਕਰ ਲਿਆ ਕਿ ਜਦੋਂ ਹੀ ਨਾਮ ਨੂੰ ਸੁਣਿਆ, ਕਿਉਂਕਿ ਜਿੰਨਾ ਅਸੀਂ ਨਾਮ ਨੂੰ ਸੁਣਦੇ ਜਾਂਦੇ ਹਾਂ, ਨਾਮ ਓਨਾ ਹੀ ਪਰਿਪੱਕ ਹੁੰਦਾ ਜਾਂਦਾ, ਦ੍ਰਿੜ ਹੁੰਦਾ ਜਾਂਦਾ, ਓਨਾ ਹੀ ਨਿਖਰ ਕੇ ਸਾਨੂੰ ਉਹ ਆਵਾਜ਼ ਜਿਹੜੀ ਆ ਉਹ ਸੁਣਨੀ ਸ਼ੁਰੂ ਹੋ ਜਾਂਦੀ ਆ। ਕਿਉਂਕਿ ਪਹਿਲਾਂ ਸ਼ਬਦ ਸ਼ਾਇਦ ਹੌਲੀ ਸੁਣਦਾ ਹੋਊਗਾ, ਪਰ ਬਾਅਦ ਵਿੱਚ ਜਦੋਂ ਅਸੀਂ ਨਾਮ ਨਾਲ ਪਿਆਰ ਪਾਉਂਦੇ ਜਾਂਦੇ ਆ, ਉਹ ਸਾਡੇ ਅੰਦਰ ਇੰਨਾ ਕੁ ਦ੍ਰਿੜ ਹੋ ਜਾਂਦਾ ਕਿ ਜਦੋਂ ਹੀ ਅਸੀਂ ਸੁਣਨਾ ਸ਼ੁਰੂ ਕੀਤਾ, ਸਾਡੀ ਸੁਰਤ ਉਹਦੇ ਵਿੱਚ ਸਮਾਉਣੀ ਸ਼ੁਰੂ ਹੋ ਜਾਂਦੀ। ਗੁਰਮੁਖ ਪਿਆਰਿਓ, ਜਦੋਂ ਸਾਡੀ ਸੁਰਤ ਨਾਮ ਦੇ ਵਿੱਚ ਸਮਾਉਣੀ ਸ਼ੁਰੂ ਹੋ ਗਈ, ਮਾਲਕ ਦੇ ਮੁਖ ਦੀ ਆਵਾਜ਼ ਦੇ ਵਿੱਚ ਸਾਡੀ ਸੁਰਤੀ 'ਚ ਨਾਮ ਮਿਲ ਗਿਆ, ਸਾਨੂੰ ਮਾਲਕ ਦੇ ਨਾਲ ਅੰਦਰੋਂ ਪਿਆਰ ਪੈਣਾ ਸ਼ੁਰੂ ਹੋ ਜਾਂਦਾ। ਫਿਰ ਸਾਡੀ ਸੁਰਤੀ ਨੂੰ ਨਾਮ ਦਾ ਰੰਗ ਲੱਗ ਜਾਂਦਾ, ਮਾਲਕ ਦਾ ਰੰਗ ਲੱਗ ਜਾਂਦਾ, ਤੇ ਸਾਡੀ ਸੁਰਤੀ ਨੂੰ ਗੁਰਮੁਖ ਕਿਹਾ ਜਾਣ ਲੱਗ ਜਾਂਦਾ, ਕਿਉਂਕਿ ਉਹ ਆਪ ਦੀ ਮੱਤ ਜਿਹੜੀ ਆ ਉਹਦਾ ਇਸਤੇਮਾਲ ਕਰਨਾ ਬੰਦ ਕਰ ਦਿੰਦਾ। ਉਹ ਫਿਰ ਕੀ ਕਰਦਾ, ਨਾਮ ਨੂੰ ਸੁਣਦਾ ਜਾਂਦਾ, ਤੇ ਨਾਮ ਸਾਡੀ ਸੁਰਤ ਦਾ ਗੁਰੂ ਆ। ਤੇ ਨਾਮ ਦੇ ਵਿੱਚੋਂ ਫਿਰ ਜੋ ਸਾਨੂੰ ਸੋਝੀ ਦਿੱਤੀ ਜਾਂਦੀ ਆ, ਜੋ ਸਾਨੂੰ ਗਿਆਨ ਦਿੱਤਾ ਜਾਂਦਾ ਆ, ਉਹ ਅਸਲ ਜੋ ਗਿਆਨ ਹੈ, ਦ੍ਰਿਸ਼ਮਾਨ, ਜੋ ਹਉਮੈ ਤੋਂ ਰਹਿਤ ਗਿਆਨ ਹੈ। ਕਿਉਂਕਿ ਇੱਕ ਗਿਆਨ 3 ਗੁਣਾਂ ਦਾ ਵੀ ਆ, ਜੋ 7 ਗੁਣ ਤੋਂ ਵਪਾਰ ਕਰਕੇ ਅਸੀਂ ਲੈਂਦੇ ਹਾਂ, ਜਿਹਦੇ 'ਚ ਅਸੀਂ ਕਹਿੰਦੇ ਕਿ ਅਸੀਂ ਬਹੁਤ ਗਿਆਨੀ ਆ, ਸਾਨੂੰ ਗੁਰਬਾਣੀ ਗੁਰੂ ਦੀ ਬਹੁਤ ਸਮਝ ਆ, ਠੀਕ ਆ ਜੀ, ਤੇ ਅਸੀਂ ਬਹੁਤ ਹੀ ਜ਼ਿਆਦਾ ਉਦੋਂ ਅਸੀਂ ਮੈਂ ਕਰਦੇ ਹਾਂ। ਤੇ ਇੱਕ ਗਿਆਨ ਸਾਨੂੰ ਸ਼ਬਦ ਦੇ ਰਾਹੀਂ ਸੋਝੀ ਦਿੱਤੀ ਜਾਂਦੀ, ਗਿਆਨ ਦਿੱਤਾ ਜਾਂਦਾ ਆਪ ਦੇ ਘਰ ਦਾ। ਉਹ ਗਿਆਨ ਕੀ ਹੈ, ਕਿਸੇ ਹੋਰ ਦੇ ਲਈ ਨਹੀਂ ਉਹ ਗਿਆਨ, ਉਹ ਸਾਡੇ ਲਈ ਆ, ਕਿ ਅਸੀਂ ਕਿਵੇਂ ਵਿਛੜੇ, ਹੁਣ ਮਿਲਾਪ ਕਿਵੇਂ ਕਰੀਏ, ਅੱਗੇ ਅਸੀਂ ਕਿਵੇਂ ਸਟੈਪ ਬਾਏ ਸਟੈਪ, ਪੁਆਇੰਟ ਬਾਏ ਪੁਆਇੰਟ ਮਾਲਕ ਦੇ ਵੱਲ ਨੂੰ ਤੁਰੀਏ। ਉਹ ਗਿਆਨ ਸਾਨੂੰ ਸ਼ਬਦ ਦੇ ਵਿੱਚੋਂ ਫਿਰ ਦਿੱਤਾ ਜਾਂਦਾ ਕਿ ਹੁਣ ਤੁਸੀਂ ਇਸ ਤਰੀਕੇ ਨਾਲ ਕਰਨਾ, ਹੁਣ ਇਸ ਤਰੀਕੇ ਨਾਲ, ਹੁਣ ਇਸ ਤਰੀਕੇ ਨਾਲ। ਇਹ ਕਦੋਂ ਹੋਏਗਾ, ਜਦੋਂ ਸੱਚੀ ਮੁੱਚੀ ਚੱਲਾਂਗੇ ਇਸ ਰਸਤੇ ਤੇ, ਜਦੋਂ ਸੱਚੀ ਮੁੱਚੀ ਸੁਰਤ ਜੋ ਹੈ ਉਹ ਲਿਵ ਦੇ ਰਸਤੇ ਤੇ ਚੱਲੇਗੀ, ਮਾਲਕ ਦੇ ਮਿਲਾਪ ਦੇ ਰਸਤੇ ਤੇ ਚੱਲੇਗੀ, ਨਾਮ ਦੇ ਵਿੱਚ ਸਮਾ ਕੇ। ਕਿਉਂਕਿ ਗੁਰਮੁਖ ਪਿਆਰਿਓ, ਨਾਮ ਮਾਲਕ ਦੇ ਮੁਖ ਦੀ ਆਵਾਜ਼ ਆ, ਕਿੱਥੇ ਜਾਏਗੀ, ਮਾਲਕ ਦੇ ਕੋਲ, ਪ੍ਰਕਾਸ਼ ਦੇ ਵਿੱਚ। ਸੋ ਫਿਰ ਨਾਮ 'ਚ ਜਦੋਂ ਸੁਰਤ ਸਮਾਉਂਦੀ ਆ, ਤੇ ਉਹ ਸਾਨੂੰ ਕਿੱਥੇ ਲੈ ਜਾਂਦੀ ਆ, ਸਾਡੇ ਪਿਤਾ ਦੇ ਸਨਮੁਖ, ਪਿਤਾ ਦੀ ਗੋਦ ਵਿੱਚ। ਸੋ ਨਾਮ ਸਾਨੂੰ ਪ੍ਰਕਾਸ਼ ਦੇ ਸਨਮੁਖ ਕਰ ਦੇਗਾ, ਤੇ ਅਸੀਂ ਮਾਲਕ ਨੂੰ ਦੇਖਣਾ ਸ਼ੁਰੂ ਕਰ ਦਾਂਗੇ। ਮਾਲਕ ਸਾਡੀ ਸੁਰਤੀ ਵਿੱਚ, ਮਾਲਕ ਸਾਡੀ ਸੇਜ ਦੇ ਵਿੱਚ ਆ ਜਾਊਗੇ, ਕਿਉਂਕਿ ਜੋ ਸਾਡਾ ਮਨ ਹੈ ਉਹ ਸਾਡੇ ਨੇਤਰਾਂ ਦੇ ਵਿੱਚ ਹੈ, ਜੋਤ ਹੈ ਜੋ ਉਹ ਨੇਤਰਾਂ 'ਚ ਆ। ਜਦੋਂ ਮਨ ਦੇ ਨੇਤਰ ਫਿਰ ਪ੍ਰਕਾਸ਼ ਦੀ ਦੇਖ ਕੇ ਸੇਵਾ ਕਰਦੇ ਨੇ, ਤੇ ਉਹ ਦਿਵ ਦ੍ਰਿਸ਼ਟ ਹੋ ਜਾਂਦੀ। ਮਹਾਰਾਜ ਕਹਿੰਦੇ ਇਹ ਨੇਤਰ ਅੰਧ ਸੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ। ਹੁਣ ਅੰਨੇ ਆ, ਹੁਣ ਸਾਨੂੰ ਮਾਲਕ ਕਿਉਂ ਨਹੀਂ ਦਿਸਦੇ? ਦੇਖੋ, ਬ੍ਰਹਮ ਤੇ ਮਾਇਆ ਰਮੇ ਹੋਏ ਆ। ਜਦੋਂ ਅਸੀਂ ਖੁੱਲੀਆਂ ਅੱਖਾਂ ਵੀ ਰੱਖਦੇ ਹਾਂ, ਤੇ ਇਹ ਜੋ ਦ੍ਰਿਸ਼ਮਾਨ ਦੇ ਵਿੱਚ ਖਾਲੀ ਖਲਾ ਹੈ, ਇਹ ਖਾਲੀ ਨਹੀਂ, ਇਹ ਪ੍ਰਕਾਸ਼ ਹੀ ਪ੍ਰਕਾਸ਼ ਹੈ ਇੱਥੇ, ਮਾਲਕ ਦਾ, ਬ੍ਰਹਮ ਦਾ। ਸੋ ਸਾਨੂੰ ਕਿਉਂ ਨਹੀਂ ਉਹ ਬ੍ਰਹਮ ਦਿਸਦਾ? ਅਸੀਂ ਕਿਉਂ ਨਹੀਂ ਪ੍ਰਕਾਸ਼ ਨੂੰ ਦੇਖ ਪਾਉਂਦੇ? ਅਸੀਂ ਕਿਉਂ ਨਹੀਂ ਮਾਲਕ ਨੂੰ ਦੇਖ ਪਾਉਂਦੇ? ਕਿਉਂਕਿ ਸਾਡੇ ਨੇਤਰ ਹੈ, ਉਹਨਾਂ ਦੇ ਉੱਪਰ ਜੋ ਦ੍ਰਿਸ਼ਮਾਨ ਹੈ, ਦ੍ਰਿਸ਼ਮਾਨ ਸੰਸਾਰ ਜੋ ਕਾਲ ਹੈ, ਉਹਨੇ ਜਾਲ ਪਾਇਆ ਹੋਇਆ, ਭਰਮ ਪਾਇਆ ਹੋਇਆ। ਸੋ ਇਸ ਭਰਮ ਦੇ ਵਿੱਚ ਸਾਨੂੰ ਕੇਵਲ ਤੇ ਕੇਵਲ ਦ੍ਰਿਸ਼ਮਾਨ ਦਿਸਦਾ, ਅਸੀਂ ਉਸ ਬ੍ਰਹਮ ਨੂੰ ਨਹੀਂ ਦੇਖ ਪਾਉਂਦੇ। ਸੋ ਜਦੋਂ ਫਿਰ ਅਸੀਂ ਸ਼ਬਦ ਰੂਪ ਹੋ ਕੇ ਸਾਡੀ ਸੁਰਤੀ, ਕਿਉਂਕਿ ਆਪ ਦੀ ਮੱਤ ਦੇ ਦੁਆਰਾ ਨਹੀਂ ਮਾਲਕ ਨੂੰ ਮਿਲਿਆ ਜਾ ਸਕਦਾ, ਆਪ ਦੀ ਮੱਤ ਦੇ ਦੁਆਰਾ ਅਸੀਂ ਸ਼ਬਦ ਰੂਪ ਨਹੀਂ ਹੋ ਸਕਦੇ। ਜਦੋਂ ਅਸੀਂ ਆਪਾ ਸਮਰਪਿਤ ਕਰਦੇ ਹਾਂ, ਸੱਚੇ ਮਨ ਨਾਲ ਜੋਦੜੀ ਕਰਦੇ ਹਾਂ, ਬੇਨਤੀ ਕਰਦੇ ਹਾਂ, ਫਿਰ ਮਾਲਕ ਸਾਡੇ ਤੇ ਕਿਰਪਾ ਕਰਦੇ ਨੇ।
ਕਿਉਂਕਿ ਮਾਲਕ ਦੀ ਕਿਰਪਾ ਦੇ ਦੁਆਰਾ ਹੀ ਮਾਲਕ ਦੇ ਨਾਲ ਮਿਲਾਪ ਕਰ ਸਕਦੇ ਹਾਂ, ਆਪ ਦੀ ਮਤ ਦੇ ਦੁਆਰਾ ਨਹੀਂ ਕਿ ਮੈਂ ਬਹੁਤ ਸਮਾਰਟ ਆ ਜਾਂ ਮੈਂ ਇਹ ਜੁਗਤੀ ਵਿਧੀ ਅਪਣਾਵਾਂ ਤੇ ਮਾਲਕ ਨਾਲ ਮਿਲਣਾ। ਨਹੀਂ, ਸਾਨੂੰ ਉੱਥੇ ਸਮਰਪਿਤ ਕਰਨਾ ਪੈਂਦਾ ਹੈ ਆਪਣਾ ਮਨ, ਆਪ ਦੀ ਸੁਰਤੀ। ਤੇ ਆਪ ਦੀ ਸੁਰਤੀ ਜਦੋਂ ਅਸੀਂ ਕਰ ਦਿੰਦੇ ਹਾਂ ਸਮਰਪਿਤ, ਤੇ ਸ਼ਬਦ ਰੂਪ ਹੋ ਕੇ ਫਿਰ ਅਸੀਂ ਹੁਕਮ ਦੇ ਅੰਦਰ ਆ ਜਾਂਦੇ ਹਾਂ। ਸੋ ਹੁਕਮ ਨੂੰ ਮੰਨਦਿਆਂ ਹੋਇਆਂ ਕਿਉਂਕਿ ਇਹ ਬਹੁਤ ਸਹਿਜ ਦਾ ਮਾਰਗ ਹੈ। ਮਾਲਕ ਖੁਦ ਹੀ ਸਾਰਾ ਕੁਝ ਦੇਖਦੇ ਨੇ। ਮਾਲਕ ਨੂੰ ਪਤਾ ਹੈ ਸਾਨੂੰ ਤਾਂ ਆਪਣੇ ਬਾਰੇ ਕੁਛ ਵੀ ਨਹੀਂ ਪਤਾ, ਮਾਲਕ ਨੂੰ ਹੀ ਸਾਡੇ ਬਾਰੇ ਸਭ ਕੁਝ ਪਤਾ ਕਿ ਮੇਰੇ ਮਨ ਬੱਚੇ ਨੂੰ ਹੁਣ ਇਸ ਚੀਜ਼ ਦੀ ਜ਼ਰੂਰਤ ਹੈ, ਹੁਣ ਇਹ ਇੱਥੇ ਫਸ ਗਿਆ ਹੈ, ਇਸਨੂੰ ਕਿਵੇਂ ਕੱਢਣਾ। ਕਿਉਂਕਿ ਆਪਣੇ ਅੰਦਰ ਬਹੁਤ ਹੀ ਸੂਖਮ ਹਉਮੈ ਹੈ। ਇਸ ਮਾਰਗ ਤੇ ਚੱਲਦਿਆਂ ਹੋਇਆਂ ਕਾਲ ਨੇ ਵੀ ਸਾਡੇ ਨਾਲ ਸ਼ਰਾਰਤ ਕਰਨੀ ਹੈ। ਜਿਹੋ ਜੀ ਸਾਡੀ ਅਵਸਥਾ ਬਣਦੀ ਜਾਂਦੀ ਆ ਗੁਰਮੁਖ ਪਿਆਰਿਓ, ਕਾਲ ਦੇ ਵੀ ਉਹੋ ਜਿਹਾ ਹੀ ਜ਼ੋਰ ਪਾਉਣਾ। ਕਿਉਂਕਿ ਅਸੀਂ ਇਹਦੇ ਨਾਲ 4 ਯੁੱਗਾਂ ਤੋਂ ਇਹਨੂੰ ਸੱਚ ਮੰਨ ਲਿਆ, ਇਹਦੇ ਨਾਲ ਅਸੀਂ ਦੋਸਤੀ ਪਾਈ ਹੋਈ ਆ। ਇਹ ਦੂਸਰੇ ਦੇ ਨਾਲ ਅਸੀਂ ਪਿਆਰ ਕੀਤਾ ਹੋਇਆ, ਆਪ ਦੇ ਪਿਤਾ ਨੂੰ ਭੁੱਲ ਗਏ ਆ, ਆਪ ਦੇ ਮੂਲ ਨੂੰ ਭੁੱਲ ਗਏ। ਹੁਣ ਇਹ ਬੜੀ ਆਸਾਨੀ ਨਾਲ ਤਾਂ ਸਾਨੂੰ ਜਾਣ ਨਹੀਂ ਦਊਗਾ ਇੱਥੋਂ। ਤੇ ਫਿਰ ਮਾਲਕ ਸਾਡੀ ਰੱਖਿਆ ਕਰਦੇ। ਜਦੋਂ ਅਸੀਂ ਮਾਲਕ ਦੇ ਨਾਲ ਮਿਲਾਪ ਕਰਨ ਲਈ ਤੜਫਦੇ ਹਾਂ, ਮਾਲਕ ਨੂੰ ਫਿਰ ਅਸੀਂ ਜੋਦੜੀ ਤੇ ਬੇਨਤੀਆਂ ਕਰਦੇ ਹਾਂ। ਤੇ ਜਦੋਂ ਮਾਲਕ ਦੇਖਦੇ ਵੀ ਬੱਚਾ ਬੇਨਤੀ ਕਰ ਰਿਹਾ, ਸੱਚੀ ਮੁੱਚੀ ਮਿਲਾਪ ਦੇ ਲਈ ਤੜਫ ਹੈ, ਗੁਰਮੁਖ ਪਿਆਰਿਓ ਪ੍ਰੈਕਟੀਕਲ ਕਰਕੇ ਦੇਖ ਲਿਓ, ਜਿੰਨੀ ਤੜਫ ਹੋਊਗੀ ਮਨ 'ਚ ਓਨੀ ਛੇਤੀ ਮਾਲਕ ਦੇ ਨਾਲ ਮਿਲਾਪ ਹੋਏਗਾ। ਕਿਉਂਕਿ ਮਾਲਕ ਨੇ ਕੀ ਦੇਖਣਾ, ਸੱਚੀ ਮੁੱਚੀ ਤੜਫ ਹੈ, ਸੱਚੀ ਮੁੱਚੀ ਹਾਜ਼ਰ ਹੁੰਦਾ ਹੈ, ਸੱਚੀ ਮੁੱਚੀ ਬੇਨਤੀ ਕਰਦਾ ਹੈ। ਸਾਡੀ ਸੁਰਤੀ ਨੇ ਕਰਨੀ ਆ, ਇਹ ਨਹੀਂ ਕਿ ਆਪਾਂ ਮੂੰਹ ਨਾ ਕਰੀ ਜਾਈਏ। ਜਿੰਨਾ ਚਿਰ ਮਾਲਕ ਸੁਰਤੀ ਦੇ ਵਿੱਚ ਨਹੀਂ ਵਸਦੇ, ਮਾਲਕ ਦੇ ਨਾਲ ਪਿਆਰ ਨਹੀਂ ਪੈਂਦਾ ਅੰਦਰੋਂ, ਕਿਉਂਕਿ ਇਹ ਪ੍ਰੇਮ ਦਾ ਮਾਰਗ ਆ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਸੀਂ ਕੀ ਕਰਨਾ, ਇਹ ਸਾਰਾ ਜੋ ਵੀ ਖੋਜ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਨੇ ਸਾਨੂੰ ਭੇਦ ਦਿੱਤਾ ਹੈ, ਜੋ ਮਹਾਰਾਜ ਸਾਨੂੰ ਪ੍ਰੇਰਨਾ ਦੇ ਰਹੇ ਨੇ, ਉਹਦਾ ਇੱਕ ਨਿਚੋੜ ਹੈ ਕਿ ਮਾਲਕ ਦੇ ਨਾਲ ਪਿਆਰ ਕਰਨਾ। ਮਾਲਕ ਦੇ ਨਾਲ ਸਾਨੂੰ ਇੰਨਾ ਜ਼ਿਆਦਾ ਪਿਆਰ ਹੋ ਜਾਵੇ ਕਿ ਜੇ ਸਾਨੂੰ ਸ਼ਬਦ ਨਹੀਂ ਸੁਣਦਾ, ਜੇ ਸਾਡੇ ਮਾਲਕ ਨੂੰ ਨਹੀਂ ਦੇਖ ਰਹੇ, ਤੇ ਅਸੀਂ ਇੱਕ ਘੜੀ ਇੱਕ ਪਲ ਵੀ ਗੁਜ਼ਾਰਨਾ ਸਾਡੇ ਲਈ ਔਖਾ ਹੋ ਜਾਵੇ ਇੱਥੇ ਤ੍ਰੈ ਗੁਣਾਂ 'ਚ। ਤੇ ਜਦੋਂ ਮਾਲਕ ਦੇ ਨਾਲ ਮਿਲਾਪ ਕਰੀਏ, ਸੁਰਤ ਸ਼ਬਦ ਦਾ ਮੇਲ ਹੋਵੇ, ਤੇ ਵਾਪਸ ਆਉਣ ਨੂੰ ਜੀ ਨਾ ਕਰੇ ਸਾਡੀ ਸੁਰਤ ਦਾ। ਅਸੀਂ ਮਾਲਕ ਨੂੰ ਬੇਨਤੀ ਕਰੀਏ, ਇੱਥੇ ਰੱਖ ਲਓ, ਵਾਪਸ ਨਹੀਂ ਜਾਣਾ। ਇੰਨਾ ਸਾਡਾ ਤ੍ਰੈ ਗੁਣਾਂ ਤੋਂ ਖਹਿੜਾ ਛੁੱਟਾ ਹੋਇਆ ਹੋਣਾ ਚਾਹੀਦਾ। ਕਿਉਂਕਿ ਗੁਰਮੁਖ ਪਿਆਰਿਓ, ਜਦੋਂ ਅਸੀਂ ਖੇਡ ਸਮਾਪਤ ਕਰਨਾ ਨਾ, ਮਾਲਕ ਨੇ ਸਾਡਾ ਖੇਡ ਸਮਾਪਤ ਕਰਨਾ ਮਨ ਦਾ ਅੰਤਮ ਵੇਲੇ, ਇੱਕ ਛਿਨ ਪਲ 'ਚ ਅਸੀਂ ਸਦੀਵੀ ਇੱਥੋਂ ਚਲੇ ਜਾਣਾ ਸਰੀਰ ਨਾਲੋਂ। ਇੱਕ ਛਿਨ ਪਲ 'ਚ ਪਤਾ ਨਹੀਂ ਅੰਦਰ ਸਵਾਸ ਆਇਆ ਆ, ਬਾਹਰ ਆਵੇ ਜਾਂ ਨਾ ਆਵੇ, ਇੰਨੀ ਛੇਤੀ ਸਾਡੀ ਮੌਤ ਹੋਣੀ ਆ। ਗੁਰਮੁਖ ਪਿਆਰਿਓ, ਇਹ ਕੋਈ ਸੋਚਣ ਦਾ ਟਾਈਮ ਨਹੀਂ ਸਾਨੂੰ ਉੱਥੇ ਮਿਲਣਾ ਕਿ ਹੁਣ ਅਸੀਂ ਇਹਨੂੰ ਛੱਡੀਏ ਤੇ ਇਹਨੂੰ ਫੜੀਏ। ਨਹੀਂ, ਜੋ ਸੁਰਤੀ 'ਚ ਆਲਰੇਡੀ ਦ੍ਰਿੜ ਹੋਊਗਾ, ਜੋ ਆਲਰੇਡੀ ਦ੍ਰਿੜ ਆ ਨਾ, ਕਿ ਜਿਸ ਨੂੰ ਕਮਾਇਆ, ਉਹ ਉਸ ਟਾਈਮ ਤੇ ਉਹੋ ਜਿਹਾ ਹੀ ਫਿਰ ਸਾਡੇ ਨਾਲ ਉਹ ਵਰਤਾਰਾ ਹੋਣਾ। ਜੇ ਪਹਿਲਾਂ ਹੀ ਮਾਲਕ ਦ੍ਰਿੜ ਨੇ, ਅਸੀਂ ਪੂਰਨ ਤੌਰ ਤੇ ਤਿਆਰ ਕਦੋਂ ਹੁੰਨੇ ਆ ਮੌਤ ਵੱਲ? ਕਦੋਂ ਅਸੀਂ ਪੂਰਨ ਤੌਰ ਤੇ ਆਪਦੇ ਘਰੇ ਜਾਣ ਨੂੰ ਤਿਆਰ ਹੁੰਨੇ? ਜਦੋਂ ਦ੍ਰਿੜ ਹੋ ਗਏ ਮਾਲਕ, ਜਦੋਂ ਸਾਡੀ ਸੁਰਤ ਦੇ ਵਿੱਚ ਸ਼ਬਦ ਵਸ ਗਿਆ, ਸ਼ਬਦ ਨੂੰ ਸੁਣਿਆ, ਦੇਹ ਨਾਲੋਂ ਅਲੱਗ ਹੋ ਗਏ। ਕਿੱਥੇ ਗਏ? ਪ੍ਰਕਾਸ਼ ਦੇ ਵਿੱਚ, ਮਾਲਕ ਦੇ ਘਰੇ। ਕਿਉਂਕਿ ਅੱਗੇ ਬਹੁਤ ਬਰੀਕੀਆਂ ਨੇ, ਅੱਗੇ ਬਹੁਤ ਹੀ ਬਰੀਕੀ ਦਾ ਜੋ ਖੇਡ ਹੈ ਉਹ ਚੱਲਦਾ ਹੈ। ਆਪਣਾ ਆਪਦੇ ਘਰੇ ਕੀ ਹੁੰਦਾ, ਸੁਖ ਮਹਿਲ 'ਚ, ਨਿੱਜ ਕਰ ਮਹਿਲ 'ਚ, ਉਹ ਬੜਾ ਹੀ ਬਰੀਕੀ ਦਾ ਅੱਗੇ ਖੇਡ ਹੁੰਦਾ। ਇਹ ਬਹੁਤ ਖੇਡ ਜੋ ਹੈ ਇਹ ਸੌਖਾ ਹੋ ਜਾਂਦਾ ਅੱਗੇ ਜਾ ਕੇ, ਜਦੋਂ ਸਾਡੀ ਸੁਰਤੀ ਨੂੰ ਇਹ ਦ੍ਰਿੜਤਾ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਗੁਰਮੁਖ ਪਿਆਰਿਓ, ਜਿਉਂਦੇ ਜੀ ਉਸ ਘਰ ਦਾ ਅਸੀਂ ਭੇਦ ਲੈਣਾ ਹੈ। ਉੱਥੇ ਅਸੀਂ ਜਿਉਂਦੇ ਜੀ ਵਸਣਾ ਸਿੱਖਣਾ ਹੈ, ਵਾਸਾ ਕਰਨਾ ਹੈ। ਜਿਸ ਘਰ ਦੇ ਵਿੱਚ ਅਸੀਂ ਸਦੀਵੀ ਮਾਲਕ ਦੇ ਨਾਲ ਮਿਲਾਪ ਕਰਨਾ ਹੈ, ਜਿਸ ਘਰ 'ਚ ਅਸੀਂ ਸਦੀਵੀ ਜਾ ਕੇ ਰਹਿਣਾ ਹੈ, ਫਿਰ ਅਸੀਂ ਜਦੋਂ ਨਿੱਜ ਕਰ ਮਹਿਲ ਦੇ ਵਿੱਚ ਸਦੀਵੀ ਜਾਵਾਂਗੇ, ਤੇ ਫਿਰ ਸਾਨੂੰ ਵਾਪਸ ਜੂਨਾਂ ਦੇ ਵਿੱਚ ਵਾਪਸ ਨਹੀਂ ਆਉਣਾ ਪਏਗਾ। ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰ। ਸੋ ਜਦੋਂ ਅਸੀਂ ਮਾਲਕ ਦੇ ਨਾਲ ਮਿਲਾਪ ਕਰ ਲਿਆ, ਸੋ ਉਸ ਟਾਈਮ ਤੇ ਸਾਡਾ ਇਹ ਖੇਡ ਜੋ ਹੈ, ਇਹ ਕਾਲ ਦੇ ਬੰਧਨ ਜੋ ਹੈ ਉਹ ਟੁੱਟ ਜਾਊਗੇ, ਭਵ ਸਾਗਰ ਨੂੰ ਪਾਰ ਕਰ ਜਾਵਾਂਗੇ ਨਾਮ 'ਚ ਸਮਾਉਣ ਤੋਂ ਬਾਅਦ। ਸੋ ਗੁਰਮੁਖ ਪਿਆਰਿਓ, ਜਦੋਂ ਵੀ ਅਸੀਂ ਗੁਰੂ ਸਹਿਜੇ ਹੋਣਾ ਹੈ, ਸਿਮਰਨ ਗੁਰਮੰਤਰ ਨੂੰ ਦ੍ਰਿੜ ਕਰਨਾ ਹੈ, ਤਾਂ ਕਿ ਫੁਰਨੇ ਤੇ ਵਿਚਾਰ ਜੋ ਹੈ ਸਾਡੇ ਉਹ ਖਤਮ ਹੋ ਜਾਣ। ਜਦੋਂ ਸਾਨੂੰ ਲੱਗ ਗਿਆ ਕਿ ਸਾਡੇ ਫੁਰਨੇ ਵਿਚਾਰ ਖਤਮ ਹੋ ਰਹੇ ਨੇ, ਹੁਣ ਮਨ ਸੌਣ ਦੀ ਨੀਂਦ ਦੀ ਅਵਸਥਾ 'ਚ ਜਾ ਰਿਹਾ, ਹੌਲੀ ਹੌਲੀ ਕਰਦਿਆਂ ਗੁਰਮੰਤਰ ਨੂੰ ਕਰਨਾ ਬੰਦ ਕਰਕੇ ਅੱਗੇ ਸੁਣਨ ਦੇ ਵਿੱਚ
ਆਸਣ ਲਾ ਕੇ ਪੂਰੀ ਸੁਰਤ ਆਪਣੀ ਕੰਨਾਂ 'ਚ ਲੈ ਆਇਆ ਕਰੋ, ਤਾਂ ਜੋ ਮਾਲਕ ਕਿਰਪਾ ਕਰਕੇ ਉਸ ਸੁੰਨ 'ਚ ਜਿੰਨਾ ਬੈਠਾਂਗੇ, ਜਿੰਨਾ ਜਾਵਾਂਗੇ, ਸਾਡਾ ਜੋ ਅਸਲ ਖੇਡ ਹੈ ਉਹ ਉੱਥੋਂ ਹੀ ਫਿਰ ਸ਼ੁਰੂ ਹੋਊਗਾ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਵੀ ਜੋ ਵੀ ਅਸੀਂ ਇਹ ਵਿਚਾਰ ਕਰ ਰਹੇ ਹਾਂ, ਪ੍ਰੈਕਟੀਕਲੀ ਮਾਲਕ ਦੀ ਕਿਰਪਾ ਦੇ ਨਾਲ ਜਿੰਨਾ ਮਾਲਕ ਸੋਝੀ ਦੇ ਰਹੇ ਨੇ, ਉਸ ਤਰੀਕੇ ਦੇ ਨਾਲ ਗੁਰਬਾਣੀ ਗੁਰੂ ਨੂੰ ਆਧਾਰ ਬਣਾ ਕੇ ਹੋ ਰਹੀ ਆ। ਗੁਰਬਾਣੀ ਗੁਰੂ ਦੇ ਵਿੱਚੋਂ ਅਸੀਂ ਬਹੁਤ ਵਿਚਾਰ ਕੀਤੀ ਹੈ। ਗੁਰਬਾਣੀ ਗੁਰੂ 'ਚੋਂ ਵਿਚਾਰ ਕਰਦਿਆਂ ਸਾਡੇ ਤੋਂ ਬਹੁਤ ਹੀ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ। ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ, ਆਪ ਸੰਗਤ ਗੁਰੂ ਸਾਹਿਬਾਨ ਜੀ, ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ਣਯੋਗ ਹੋ, ਸਾਨੂੰ ਬਖਸ਼ ਲੈਣਾ ਜੀ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅਕਾਲ ਪੁਰਖ ਵਾਹਿਗੁਰੂ ਜੀ ਦਾ ਕਰੋੜਾਂ ਕਰੋੜਾਂ ਵਾਰ ਧੰਨਵਾਦ। ਸੋ ਗੁਰਮੁਖ ਪਿਆਰਿਓ, ਜਿਸ ਗੁਰਮੰਤਰ ਨੂੰ ਦ੍ਰਿੜ ਕਰਦਿਆਂ ਹੋਇਆ ਅਸੀਂ ਅੱਗੇ ਆਪਦੇ ਘਰ ਦੇ ਜਾਣ ਵਾਲੇ ਰਸਤੇ ਤੇ ਤੁਰਨਾ ਹੈ, ਉਸ ਗੁਰਮੰਤਰ ਨੂੰ ਦ੍ਰਿੜ ਕਰਨਾ ਸ਼ੁਰੂ ਕਰੀਏ ਜੀ। ਕਰੋ ਜੀ ਕਿਰਪਾ, ਬੜੇ ਹੀ ਪਿਆਰ ਦੇ ਨਾਲ ਆਪਣੇ ਨੇਤਰ ਬੰਦ ਕਰ ਲਓ ਗੁਰਮੁਖ ਪਿਆਰਿਓ। ਨੇਤਰਾਂ ਨੂੰ ਬਿਲਕੁਲ ਵੀ ਘੁੱਟਣਾ ਨਹੀਂ ਤੇ ਨਾ ਹੀ ਅੱਖਾਂ ਨੂੰ ਉੱਪਰ ਚੜਾਉਣਾ ਹੈ। ਜਿਵੇਂ ਪੈਣ ਲੱਗਿਆਂ ਆਪਾਂ ਨੇਤਰ ਬੰਦ ਕਰਦੇ ਹਾਂ, ਉਸੇ ਤਰੀਕੇ ਦੇ ਨਾਲ ਬੜੇ ਹੀ ਪਿਆਰ ਦੇ ਨਾਲ ਸਰੀਰ ਨੂੰ ਰਿਲੈਕਸ ਕਰਦਿਆਂ ਹੋਇਆਂ ਨੇਤਰਾਂ ਨੂੰ ਬੰਦ ਕਰਕੇ ਸਾਹਮਣੇ ਸੁੰਨ 'ਚ ਦੇਖੀ ਜਾਣਾ ਹੈ। ਸਾਸ ਤੇ ਗਰਾਸ, ਅੰਦਰ ਨੂੰ ਜਾਣ ਵਾਲੇ ਸਵਾਸ ਦੇ ਨਾਲ ਵਾਹੇ, ਬਾਹਰ ਨੂੰ ਆਉਣ ਵਾਲੇ ਸਵਾਸ ਦੇ ਨਾਲ ਗੁਰੂ ਬੋਲਦਿਆਂ ਹੋਇਆਂ ਆਪ ਦੀ ਹੀ ਆਵਾਜ਼ ਨੂੰ ਆਪਣੇ ਹੀ ਕੰਨਾਂ ਦੇ ਨਾਲ ਸੁਣਨਾ ਹੈ। ਸੋ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਆਪਣੇ ਮਨ ਦਾ ਸੁੰਨ 'ਚ ਲਾ ਕੇ ਧੁਨ ਦੇ ਵਿੱਚ ਧਿਆਨ ਰੱਖਾਂਗੇ, ਵਿਚਾਰਾਂ ਤੇ ਫੁਰਨਿਆਂ ਤੋਂ ਰਹਿਤ ਹੁੰਦੇ ਜਾਵਾਂਗੇ। ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਇੰਨੀ ਕੁ ਹੀ ਸੇਵਾ ਪ੍ਰਵਾਨ ਕਰਨਾ ਜੀ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅਕਾਲ ਪੁਰਖ ਵਾਹਿਗੁਰੂ ਜੀ ਦਾ ਕਰੋੜਾਂ ਕਰੋੜਾਂ ਵਾਰ ਧੰਨਵਾਦ। ਸੋ ਗੁਰਮੁਖ ਪਿਆਰਿਓ, ਕੱਲ੍ਹ ਨੂੰ ਇਸ ਟਾਈਮ 'ਤੇ ਬੀਬੀ ਮਾਨ ਕੌਰ ਜੀ ਇੰਡੀਆ ਤੋਂ ਅਕੱਥ ਕਥਾ ਕਰਨਗੇ ਜੀ। ਸੋ ਗੁਰਮੁਖ ਪਿਆਰਿਓ, ਮੰਗਲਵਾਰ ਨੂੰ ਅਤੇ ਹਰ ਸ਼ੁੱਕਰਵਾਰ ਨੂੰ ਬੀਬੀ ਮਾਨ ਕੌਰ ਜੀ ਇੰਡੀਆ ਤੋਂ ਅਕੱਥ ਕਥਾ ਕਰਿਆ ਕਰਨਗੇ। ਜਿਨ੍ਹਾਂ ਦੀ ਜੋ ਟਾਈਮਿੰਗ ਹੈ ਉਹ ਆਪ ਜੀ ਨੋਟ ਕਰ ਲਓ। ਵੈਨਕੂਵਰ ਦੇ ਟਾਈਮ ਦੇ ਹਿਸਾਬ ਦੇ ਨਾਲ ਉਸ ਟਾਈਮ 'ਤੇ 6 PM ਭਾਵ ਸ਼ਾਮ ਦੇ 6 ਵਜੇ ਹੋਣਗੇ। ਇੰਡੀਆ ਦੇ 6:30 AM ਸਵੇਰ ਦਾ ਟਾਈਮ ਹੋਏਗਾ ਅਤੇ ਮੈਲਬਰਨ ਦੇ ਆਸਟ੍ਰੇਲੀਆ ਦੇ ਟਾਈਮ ਦੇ ਹਿਸਾਬ ਨਾਲ 11 ਵਜੇ ਦਾ ਸਵੇਰ ਦਾ ਟਾਈਮ ਹੋਏਗਾ। ਸੋ ਗੁਰਮੁਖ ਪਿਆਰਿਓ, ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਬੀਬੀ ਮਾਨ ਕੌਰ ਜੀ ਕਥਾ ਕਰਨਗੇ ਅਤੇ ਬੁੱਧਵਾਰ ਨੂੰ ਸੇਮ ਹੀ ਟਾਈਮ 'ਤੇ ਬੁੱਧਵਾਰ ਨੂੰ ਭਾਈ ਚਰਨਜੀਤ ਸਿੰਘ ਜੀ ਆਸਟ੍ਰੇਲੀਆ ਤੋਂ ਗੁਰਮੁਖ ਪਿਆਰੇ ਆਪ ਜੀ ਦੇ ਨਾਲ, ਸਾਰੀ ਸੰਗਤ ਦੇ ਨਾਲ ਅਕੱਥ ਕਥਾ ਕਰਨਗੇ। ਸੋ ਮਾਲਕ ਕਿਰਪਾ ਕਰਨ, ਮਾਲਕ ਦੇ ਹੁਕਮ ਦੇ ਵਿੱਚ ਹੀ
ਇਸ ਤਰੀਕੇ ਦੇ ਨਾਲ ਆਪਾਂ ਗੁਰਮੰਤਰ ਨੂੰ ਕਰਦੇ ਹੋਏ, ਮਾਲਕ ਦੇ ਘਰ ਦਾ ਭੇਦ ਲੈਂਦੇ ਹੋਏ, ਗੁਰਬਾਣੀ ਗੁਰੂ ਨੂੰ ਆਧਾਰ ਬਣਾ ਕੇ ਵਿਚਾਰ ਕਰਦੇ ਹੋਏ ਸਾਰੇ ਹੀ ਗੁਰਮੁਖ, ਸਾਰੀ ਹੀ ਸੰਗਤ ਆਪਣਾ ਜੀਵਨ ਪ੍ਰੈਕਟੀਕਲੀ ਕਰੀਏ ਤਾਂ ਜੋ ਛੇਤੀ ਹੀ ਸਤਿਯੁਗ ਲੱਗ ਜਾਏ, ਕਾਲ ਦਾ ਜ਼ੋਰ ਘੱਟ ਜਾਏ ਤੇ ਅਸੀਂ ਸਾਰੇ ਹੀ ਮਨ ਜੋ ਹਾਂ ਉਹਨਾਂ ਨੂੰ ਸੋਝੀ ਆ ਜਾਏ ਅਤੇ ਮਾਲਕ ਦੇ ਨਾਲ ਮਿਲਾਪ ਕਰ ਪਾਈਏ ਤਾਂ ਜੋ ਸਾਡਾ ਇਹਨਾਂ ਫੁਰਨਿਆਂ ਵਿਚਾਰਾਂ ਤੋਂ, ਭਵ ਸਾਗਰ ਤੋਂ, ਕਾਲ ਤੋਂ, ਇਸ ਤ੍ਰਿਲੋਕੀ ਤੋਂ ਖਹਿੜਾ ਛੁੱਟ ਸਕੇ ਅਤੇ ਅਸੀਂ ਸਦੀਵੀ ਹੀ ਆਪ ਦੇ ਪਿਤਾ ਦੇ ਨਾਲ ਆਪਣੇ ਘਰ ਵਾਸਾ ਕਰ ਪਾਈਏ। ਸੋ ਇੰਨੀਆਂ ਕੁ ਹੀ ਬੇਨਤੀਆਂ ਪ੍ਰਵਾਨ ਕਰਨਾ ਜੀ ਗੁਰਮੁਖ ਪਿਆਰਿਓ। ਬੇਨਤੀਆਂ ਕਰਦਿਆਂ, ਗੁਰਬਾਣੀ ਗੁਰੂ 'ਚੋਂ ਵਿਚਾਰ ਕਰਦਿਆਂ ਸਾਡੇ ਤੋਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ। ਆਪ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਸੋ ਗੁਰਮੁਖ ਪਿਆਰਿਓ, ਅਸੀਂ ਬੇਨਤੀ ਕਰਦੇ ਹਾਂ ਬੀਬੀ ਰਣਦੀਪ ਕੌਰ ਜੀ ਨੂੰ ਕਿ ਆਪ ਜੀ ਅੱਗੇ ਸਿਮਰਨ ਦੀ ਸੇਵਾ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।